ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਾਰੇ ਹੀ ਮਲਟੀਵਰਸਿਟੀ ਪਰਿਵਾਰ ਨੂੰ ਜੁੜ ਬੈਠੇ ਸਾਰੇ ਹੀ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੀ ਹਫ਼ਤੇ ਨੂੰ ਮਨਾਉਂਦਿਆਂ ਹੋਇਆਂ ਅੱਜ ਜੋ ਪਰਸਨੈਲਿਟੀ ਡਿਵੈਲਪਮੈਂਟ ਜੋ ਆਪਣਾ ਕੈਂਪ ਚੱਲ ਰਿਹਾ ਹੈ ਉਹਦੇ ਵਿੱਚ ਸਮੂਲੀਅਤ ਕੀਤੀ ਹੈ। ਸਭ ਤੋਂ ਪਹਿਲਾਂ ਜੀ ਅੱਜ ਜਪਜੀ ਦੀ ਸੇਵਾ ਕਿਰਨਪ੍ਰੀਤ ਕੌਰ ਮੱਖੂ ਤੋਂ EPP ਨੰਬਰ 13799 ਜਾਪ ਦੀ ਸੇਵਾ ਨਿਭਾਉਣਗੇ ਜੀ। ਬੇਨਤੀ ਹੈ ਕਿਰਨਪ੍ਰੀਤ ਕੌਰ ਮੱਖੂ ਜੇ ਜੁੜ ਚੁੱਕੇ ਨੇ ਜੀ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚੀ ਕਿਰਨਪ੍ਰੀਤ ਕੌਰ ਮੱਖੂ ਤੋਂ। ਇਸ ਤੋਂ ਬਾਅਦ ਜੀ ਜੋ ਹਰ ਰੋਜ਼ ਦੀ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵਿਸਰੀਆਂ ਦਾ ਜੋ ਬੱਚਿਆਂ ਦੇ ਵੱਲੋਂ ਗਾਇਨ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਅੱਜ ਦੋ ਬੱਚੇ ਆਪਣੇ ਕੋਲੇ ਕਵਿਸਰੀਆਂ ਜੋ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਨੂੰ ਸਮਰਪਿਤ ਜੋ ਕਵਿਤਾਵਾਂ ਜਾਂ ਕਵਿਸਰੀਆਂ ਲੈ ਕੇ ਆ ਰਹੇ ਨੇ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅੱਜ ਅਮਨਪ੍ਰੀਤ ਕੌਰ ਸੰਗਰੂਰ ਤੋਂ ਜੀ 15077 ਜੇ ਬੇਟੀ ਜੁੜ ਚੁੱਕੀ ਹੈ ਜੀ ਤੇ ਆਪਣਾ ਹੈਂਡ ਰੇਸ ਕਰੇ। ਅਮਨਪ੍ਰੀਤ ਕੌਰ ਸੰਗਰੂਰ ਤੋਂ 15077 ਤੇ ਅੱਜ ਤੋਂ ਜਿਹੜਾ ਛੋਟੇ ਸਾਹਿਬਜ਼ਾਦਿਆਂ ਦਾ ਫਤਿਹਗੜ੍ਹ ਸਾਹਿਬ ਸਰਹੰਦ ਦਾ ਜਿਹੜਾ ਜੋੜ ਮੇਲਾ ਉਹ ਅੱਜ ਸਟਾਰਟ ਹੋ ਚੁੱਕਿਆ ਜੀ। ਤੇ ਉਹਨਾਂ ਦੇ ਸੰਬੰਧ ਦੇ ਵਿੱਚ ਜੋ ਅੱਜ ਕਵਿਤਾਵਾਂ ਨੇਗੀਆਂ ਜਾਂ ਕਵਿਸਰੀਆਂ ਨੇਗੀਆਂ ਉਹ ਬੱਚੇ ਅੱਜ ਲੈ ਕੇ ਆਏ ਨੇ। ਅਮਨਪ੍ਰੀਤ ਕੌਰ ਸੰਗਰੂਰ ਤੋਂ 15077। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਮਨਪ੍ਰੀਤ ਕੌਰ, ਮੇਰਾ EPP ਨੰਬਰ 1577। ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ, ਅਹਿਸਾਸ ਕਰੋ ਮੇਰੀ ਮਾਂ ਹੈ ਕੰਬਦੀ, ਅਹਿਸਾਸ ਕਰੋ ਮੇਰੀ ਮਾਂ ਹੈ ਕੰਬਦੀ।
ਗੋਦੀ ਵਿੱਚ ਬੈਠੇ ਲਾਲਾ ਤਾਈ ਨਿਹਾਰਿਓ, ਗੋਦੀ ਵਿੱਚ ਬੈਠੇ ਲਾਲਾ ਤਾਈ ਨਿਹਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਉਹ ਨੀਹਾਂ ਜਿੱਥੇ ਮੇਰੇ ਲਾਲ ਖਲੋਤੇ ਸੀ, ਸਾਕਾ ਵੱਡਾ ਸੀ ਅਜੇ ਮੇਰੇ ਲਾਲ ਤਾਂ ਛੋਟੇ ਸੀ, ਸਾਕਾ ਵੱਡਾ ਸੀ ਅਜੇ ਮੇਰੇ ਲਾਲ ਤਾਂ ਛੋਟੇ ਸੀ। ਉਹ ਕਹਿੰਦੇ ਨੇ ਦੁੱਖ ਸਹਿ ਲੋ ਸਿਦਕ ਨਾ ਹਾਰਿਓ, ਉਹ ਕਹਿੰਦੇ ਨੇ ਦੁੱਖ ਸਹਿ ਲੋ ਸਿਦਕ ਨਾ ਹਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰੀ ਕਵਿਸ਼ਰੀ ਜਿਹੜੀ ਬੱਚੇ ਨੇ ਗਾਈ ਹੈ ਕਿ ਮੇਰੇ ਲਾਲਾਂ ਦੇ ਨਾਲ ਬਹਿ ਕੇ ਰਾਤ ਗੁਜ਼ਾਰਿਓ। ਬੜਾ ਉਸ ਵੇਲੇ ਦਾ ਜਿਹੜਾ ਇਹ ਠੰਡੇ ਬੁਰਜ ਦੇ ਵਿੱਚ ਬੈਠ ਕੇ ਕਿਵੇਂ ਜਿਹੜੇ ਛੋਟੇ ਲਾਲਾਂ ਨੇ ਆਪਣੀ ਦਾਦੀ ਦੀ ਜਿਹੜੀ ਬੁੱਕਲ ਦੇ ਵਿੱਚ ਬੈਠ ਕੇ ਬਿਨਾਂ ਰਜਾਈ ਦੇ, ਬਿਨਾਂ ਖੇਸ ਕੰਬਲ ਦੇ ਨਿੱਘ ਤੋਂ ਹਨ, ਤੇ ਆਪਣੀ ਦਾਦੀ ਦੀ ਬੁੱਕਲ ਦੇ ਵਿੱਚ ਬੈਠ ਕੇ ਉਹਨਾਂ ਨੇ ਰਾਤ ਗੁਜ਼ਾਰੀ। ਤੇ ਉਹ ਦਾਦੀ ਅੱਜ ਸਾਨੂੰ ਜਿਹੜੀ ਆ ਉਹ ਇਹ ਕਹਿ ਰਹੀ ਹੈ, ਅੱਜ ਪੁਕਾਰ ਰਹੀ ਹੈ ਕਿ ਕਦੇ ਸਾਡੇ ਮੇਰੇ ਲਾਲਾਂ ਦੇ ਨਾਲ ਬਹਿ ਕੇ ਕਦੇ ਇੱਕ ਪਲ, 2 ਘੜੀਆਂ ਜਿਹੜੀਆਂ ਨੇ ਉਹ ਬੈਠ ਕੇ ਤੁਸੀਂ ਰਾਤ ਗੁਜ਼ਾਰ ਕੇ ਦੇਖੋ ਕਿਵੇਂ ਮੇਰੇ ਲਾਲਾਂ ਨੇ ਜਾਂ ਮੈਂ ਠੰਡ ਦੇ ਵਿੱਚ ਬੈਠ ਕੇ ਠੰਡੇ ਬੁਰਜ ਦੇ ਵਿੱਚ ਕਿੱਦਾਂ ਉਹ 2 ਰਾਤਾਂ ਜਿਹੜੀਆਂ ਨੇ ਉਹ ਗੁਜ਼ਾਰੀਆਂ ਨੇ। ਤੇ ਅਸੀਂ ਜਿਹੜਾ ਉਹ ਅੱਜ ਜਿਹੜਾ ਗੁਰੂ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਜਿਹੜੀ ਆ ਗੁਰਬਾਣੀ ਦੇ ਜ਼ਰੀਏ ਅਸੀਂ ਨਿੱਘ ਮੰਨਣਾ ਉਹਨਾਂ ਸਾਹਿਬਜ਼ਾਦਿਆਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ। ਸੋ ਅੱਗੇ ਬੱਚੀ ਜਸਮੀਤ ਕੌਰ ਸ਼ੇਰਪੁਰ ਤੋਂ EBP ਨੰਬਰ 16117 ਜੋ ਜੁੜ ਚੁੱਕੀ ਹੈ ਜੀ। ਜਸਮੀਤ ਕੌਰ ਸ਼ੇਰਪੁਰ ਤੋਂ 16117। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਬੇਟਾ ਜੀ। ਮੇਰਾ ਨਾਮ ਜਸਮੀਤ ਕੌਰ, EPP ਨੰਬਰ 16117। ਕਲਗੀਧਰ ਦਸਮੇਸ਼ ਪਿਤਾ ਅੱਗੇ ਸੀਸ ਨਿਭਾਈਏ, ਨਿਡਰਤਾ ਕੁਰਬਾਨੀਆਂ ਤੋਂ ਵਾਰੇ ਵਾਰੇ ਜਾਈਏ। ਕਲਗੀਧਰ ਦਸਮੇਸ਼ ਪਿਤਾ ਅੱਗੇ ਸੀਸ ਨਿਭਾਈਏ, ਨਿਡਰਤਾ ਕੁਰਬਾਨੀਆਂ ਤੋਂ ਵਾਰੇ ਵਾਰੇ ਜਾਈਏ। ਗੁਰੂ ਗੋਬਿੰਦ ਸਿੰਘ ਜੀ ਦੇ ਕਾਰਜ ਬੜੇ ਮਹਾਨ, ਤੁਸੀਂ ਕੌਮ ਜਗਾ ਕੇ ਪਾਈ ਮੁਰਦਾ ਰੂਹਾਂ ਚ ਜਾਨ। 1666 ਈਸਵੀ ਨੂੰ ਪਟਨਾ ਦੀ ਧਰਤੀ ਨੂੰ ਆਨ ਤਾਰਿਆ, ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਅਵਤਾਰ ਤਾਰਿਆ। ਅੱਗੇ ਭੀਖਣ ਸਾਧੋ ਪੁੱਜਿਆ ਸੰਗ ਪੂਜਾਨ, ਦੋਹਾਂ ਉੱਤੇ ਹੱਥ ਧਰ ਕੇ ਦਿੱਤਾ ਸਾਂਝੇ ਹੋਣ ਦਾ ਫਰਮਾਨ। ਬਚਪਨ ਵਿੱਚ ਜਦ ਖੇਡਦੇ ਸਨ ਸੰਗ ਹਾਣੀਆਂ, ਨਕਲੀ ਲੜਾਈਆਂ ਕਰਦੇ ਬਣਾ ਲੈਂਦੇ 2 ਟਾਹਣੀਆਂ। 9 ਸਾਲ ਦੀ ਉਮਰ ਵਿੱਚ ਸੀ ਇੰਨਾ ਜੋਸ਼ ਤੇ ਤੇਜ਼, ਹਿੰਦੂ ਧਰਮ ਦੀ ਰਾਖੀ ਖਾਤਰ ਪਿਤਾ ਨੂੰ ਕੁਰਬਾਨੀ ਲਈ ਦਿੱਤਾ ਭੇਜ। ਗੁਰਗੱਦੀ ਸੰਭਾਲ ਮੁਗਲਾਂ ਦੇ ਖਿਲਾਫ ਸਿੱਖ ਸੈਨਾ ਬਣਾਈ, ਸ਼ਸਤਰ ਵਿਦਿਆ ਸੰਗ ਦਿੱਤੀ ਜ਼ੁਲਮ ਦਾ ਟਾਕਰਾ ਕਰਨ ਦੀ ਸਿਖਲਾਈ। 1699 ਈਸਵੀ ਨੂੰ ਖਾਲਸਾ ਪੰਥ ਦੀ ਨੀਂਹ ਰੱਖ 5 ਪਿਆਰੇ ਸਜਾਏ, ਉਹਨਾਂ ਪਾਸੋਂ ਆਪ ਅੰਮ੍ਰਿਤ ਛਕ ਗੁਰ ਚੇਲਾ ਸੀ ਅਖਵਾਏ। 1.25 ਲੱਖ ਨਾਲ ਸੀ ਇੱਕ ਨੂੰ ਲੜਾਇਆ, ਚਿੜੀਆਂ ਦੇ ਕੋਲੋਂ ਖੂਨੀ ਬਾਜ ਸੀ ਤੁੜਵਾਇਆ। ਆਪਣੇ ਹੱਥੀ ਜੰਗ ਨੂੰ ਤੋਰੇ ਸੀ ਅਜੀਤ ਤੇ ਜੁਝਾਰ, ਅੱਖਾਂ ਸਾਹਮਣੇ ਸ਼ਹੀਦ ਕਰਵਾਏ ਦੋਨੋਂ ਵੱਡੇ ਲਾਲ। ਸਰਹੰਦ ਦੇ ਨਵਾਬ ਨੇ ਸੀ ਮਹਾਪਾਪ ਕਮਾਇਆ,
ਛੋਟੇ ਲਾਲਾਂ ਨੂੰ ਜਿਉਂਦੇ ਜੀ ਨੀਹਾਂ 'ਚ ਚਿਣਵਾਇਆ। ਦੇਸ਼ ਧਰਮ ਦੀ ਖਾਤਰ ਪੂਰਾ ਪਰਿਵਾਰ ਹੀ ਵਾਰਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ, ਉਹਨਾਂ ਹੌਸਲਾ ਨਾ ਹਾਰਿਆ। ਹਰ ਕੋਈ ਉਹਨਾਂ ਦੀਆਂ ਕੁਰਬਾਨੀਆਂ ਅੱਗੇ ਸੀਸ ਨਿਭਾਏ। ਕੌਮ ਦੀ ਸੇਵਾ ਕਰ 1708 ਈਸਵੀ ਨੂੰ ਜੋਤੀ ਜੋਤ ਸਮਾਏ। ਗੁਰੂ ਜੀ ਦੇ ਜੀਵਨ ਤੋਂ ਸਿੱਖਿਆ ਅਸੀਂ ਪਾਈਏ। ਜ਼ੁਲਮ ਦੇ ਜ਼ਾਲਮ ਅੱਗੇ ਕਦੇ ਸੀਸ ਨਾ ਨਿਭਾਈਏ। ਦੇਸ਼ ਧਰਮ ਦਾ ਕਰੀਏ ਸਤਿਕਾਰ ਤੇ ਪਿਆਰ, ਲੋੜ ਪੈਣ ਤੇ ਇਸ ਤੋਂ ਜਾਨ ਵੀ ਦਈਏ ਵਾਰ। ਦੇਸ਼ ਧਰਮ ਦਾ ਕਰੀਏ ਸਤਿਕਾਰ ਤੇ ਪਿਆਰ, ਲੋੜ ਪੈਣ ਤੇ ਇਸ ਤੋਂ ਜਾਨ ਵੀ ਦਈਏ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਬੱਚੀ ਨੇ ਕਵਿਤਾ ਗਈ ਹੈ ਜੀ। ਤੇ ਵੀਰ ਇੰਦਰਜੀਤ ਸਿੰਘ ਜੀ, ਭਾਈ ਇੰਦਰਜੀਤ ਸਿੰਘ ਜੀ, ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਤੇ ਉਸ ਤੋਂ ਪਹਿਲਾਂ ਮੈਂ, ਕਿਉਂਕਿ ਚਾਰੇ ਸਾਹਿਬਜ਼ਾਦਿਆਂ ਦੇ ਪਿਤਾ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕਿਉਂਕਿ ਜੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਤਾਂ ਉਹਨਾਂ ਨੂੰ ਗੁੜਤੀ ਵੀ ਉਹੋ ਜਿਹੀ ਮਿਲੀ ਹੋਈ ਸੀ ਵੀ ਜਿਹਦੇ ਕਰਕੇ ਉਹਨਾਂ ਨੂੰ ਉਹ ਵੱਡੇ ਵੱਡੇ ਜਿਹੜੇ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਵੱਡੇ ਸਾਹਿਬਜ਼ਾਦੇ ਜਾਂ ਛੋਟੇ ਸਾਹਿਬਜ਼ਾਦੇ, ਜਿਹੜੇ ਉਮਰਾਂ ਦੇ ਵਿੱਚ ਛੋਟੇ ਨੇ ਪਰ ਉਹਨਾਂ ਨੇ ਜਿਹੜੇ ਪੂਰਨੇ ਨੇ, ਸਾਕੇ ਨੇ ਜਿਹੜੇ ਉਹ ਵੱਡੇ ਕੀਤੇ ਹਨ। ਨਿੱਕੀਆਂ ਜਿੰਦਾਂ ਵੱਡੇ ਸਾਕੇ। ਪਰ ਉਹਦੇ ਪਿੱਛੇ ਜਿਹੜਾ ਹੱਥ ਹੈ ਜਾਂ ਤੇ ਉਹਨਾਂ ਦੀ ਦਾਦੀ ਮਾਤਾ ਗੁਜਰ ਕੌਰ ਦਾ ਹੈ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ। ਕਿਉਂਕਿ ਉਹਨਾਂ ਤੋਂ ਬਿਨਾਂ ਜਿਹੜਾ ਹੈਗਾ ਨਾ ਵੀ ਅਸੀਂ ਕੁਝ ਵੀ ਨਹੀਂ ਕਰ ਸਕਦੇ। ਜੇ ਸਾਡੇ ਸਿਰ ਤੇ ਮਾਂ-ਬਾਪ ਦਾ ਹੱਥ ਹੈ ਨਾ ਤੇ ਬੱਚੇ ਜਿਹੜੇ ਨੇ ਉਹ ਵੱਡੇ ਵੱਡੇ ਪੂਰਨੇ ਪਾ ਜਾਂਦੇ ਆ। ਤੇ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਜਾਂ ਵੱਡੇ ਸਾਹਿਬਜ਼ਾਦੇ ਨੇ, ਜੇ ਉਹਨਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਤਾਂ ਉਹਦੇ ਪਿੱਛੇ ਜਿਹੜਾ ਵੱਡਾ ਹੱਥ ਹੈ ਉਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ। ਤੇ ਇੱਕ ਸ਼ੇਅਰ ਬੋਲ ਕੇ ਉਸ ਤੋਂ ਬਾਅਦ ਭਾਈ ਇੰਦਰਜੀਤ ਸਿੰਘ ਜੀ ਉਹ ਆਪਣਾ ਜਿਹੜਾ ਸੈਸ਼ਨ ਅੱਜ ਦਾ ਛੋਟੇ ਸਾਹਿਬਜ਼ਾਦੇ ਤੇ ਉਹਦੇ ਉੱਤੇ ਆਪਣੇ ਵਿਚਾਰ ਪੇਸ਼ ਕਰਨਗੇ ਜੀ। ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ, ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ, ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ, ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ। ਤੇਰੀ ਧਨ ਕੁਰਬਾਨੀ ਮੇਰੇ ਪਾਤਸ਼ਾਹ, ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ, ਨਹੀਂ ਕਿਸੇ ਦੀਆਂ ਬਹਾਰਾਂ ਨੂੰ ਖੁੱਸਣ ਦਿੱਤਾ, ਚਾਹੇ ਆਪਣੇ ਬਾਗ ਵੀਰਾਨ ਹੋ ਗਏ, ਹੱਥੀਂ ਛਾਵਾਂ ਕੀਤੀਆਂ ਲੱਖਾਂ ਪੁੱਤਰਾਂ ਨੂੰ, ਆਪਣੇ ਚਾਰੇ ਪੁੱਤ ਕੁਰਬਾਨ ਹੋ ਗਏ। ਹੱਥੀਂ ਛਾਵਾਂ ਕੀਤੀਆਂ ਲੱਖਾਂ ਪੁੱਤਰਾਂ ਨੂੰ, ਆਪਣੇ ਚਾਰੇ ਪੁੱਤ ਕੁਰਬਾਨ ਹੋ ਗਏ। ਉਹਨਾਂ ਵਰਗਾ ਜਿਹੜਾ ਨਾ ਬਣਨਾ ਬਹੁਤ ਔਖਾ ਹੈ। ਇਹ ਸਿਰਫ ਤੇ ਸਿਰਫ ਦੁਨੀਆ ਦੇ ਇਤਿਹਾਸ ਦੇ ਵਿੱਚ ਇਕੱਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਆਪਣੇ ਲਖਤ ਤੇ ਜਿਗਰ ਦੇ ਟੋਟਿਆਂ ਨੂੰ ਆਪਣੇ ਹੱਥੀਂ ਜਿਹੜਾ ਸ਼ਹੀਦ ਹੋਣ ਵਾਸਤੇ ਤੋਰਿਆ ਤੇ ਨੀਹਾਂ ਦੇ ਵਿੱਚ ਚਿਣਵਾਇਆ। ਇਕੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰ ਸਕਦੇ ਨੇ। ਸੋ ਆਓ ਭਾਈ ਇੰਦਰਜੀਤ ਸਿੰਘ ਜੀ ਗੁਰਾਇਆ ਤੇ ਉਹਨਾਂ ਦਾ ਜਿਹੜਾ ਅੱਜ ਦਾ ਸੈਸ਼ਨ ਹੈਗਾ ਛੋਟੇ ਸਾਹਿਬਜ਼ਾਦੇ, ਤੇ ਅੱਜ ਦਾ ਜਿਹੜਾ ਇਹ ਸੈਸ਼ਨ ਆ ਵੀਰ ਇੰਦਰਜੀਤ ਸਿੰਘ ਜੀ ਲੈਣਗੇ ਜੀ। ਬੇਨਤੀ ਹੈ ਭਾਈ ਇੰਦਰਜੀਤ ਸਿੰਘ ਜੀ ਨੂੰ ਕਿ ਉਹ ਆਪਣਾ ਵਿਸ਼ਾ ਸ਼ੁਰੂ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਭਾਈ ਸਾਹਿਬ? ਹਾਂਜੀ ਹਾਂਜੀ ਵੀਰ ਜੀ, ਧੰਨਵਾਦ। ਠੀਕ ਹੈ। ਤੇ ਮੈਂ ਹੁਣੇ ਸੁਣ ਰਿਹਾ ਸੀ, ਬੱਚਿਆਂ ਨੇ ਬਹੁਤ ਸੋਹਣੀਆਂ ਕਵਿਤਾਵਾਂ ਬੋਲੀਆਂ ਔਰ ਸਭ ਹਾਂਜੀ ਸ਼ਾਇਦ ਚੜ੍ਹਦੀ ਕਲਾ ਬਖਸ਼ੇ। ਪਿੱਛੇ ਸ਼ੋਰ ਥੋੜਾ ਜਿਹਾ ਜ਼ਿਆਦਾ, ਮੈਂ ਐਕਚੁਅਲੀ ਬਾਹਰ ਬੈਠਾ ਹਾਂ। ਠੀਕ ਹੈ ਜੀ। ਜੇ ਆਵਾਜ਼ ਘੱਟ ਆਏਗੀ ਤਾਂ ਮੈਨੂੰ ਜ਼ਰੂਰ ਦੱਸ ਦਿਓ। ਓਕੇ ਜੀ। ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੀਆਂ, ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਜੋ ਐਡਾ ਵੱਡਾ ਉਪਕਾਰ ਸਾਡੇ ਤੇ ਸਾਰਿਆਂ ਤੇ ਹੋਇਆ, ਪੰਥ ਤੇ ਸਰਬੰਸ ਵਾਰ ਦੇਣਾ ਕਹਿਣ ਦੀ ਗੱਲ। ਸੋ ਪਿਆਰੇ ਬੱਚਿਓ, ਜਦੋਂ ਤੁਸੀਂ ਇਤਿਹਾਸ ਸੁਣ ਲੈਂਦੇ ਹੋ ਕਿ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਵਾਰ ਦਿੱਤਾ, ਵੱਡੇ ਸਾਹਿਬਜ਼ਾਦੇ ਇਸ ਤਰ੍ਹਾਂ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਏਦਾਂ ਸ਼ਹੀਦ ਹੋ ਗਏ। ਹਰ ਸਾਲ ਨਾ ਅਸੀਂ ਸਫਰੇ ਸ਼ਹਾਦਤ ਵੀ ਦੇਖਦੇ ਹਾਂ। ਜਿਹੜੇ ਰੋਪੜ ਦੇ ਜਿਹੜੇ ਬੱਚੇ ਤੇ ਅਨੰਦਪੁਰ ਸਾਹਿਬ ਖਾਸ ਕਰ ਨੇ, ਉਹਨਾਂ ਨੇ ਉਹ ਸਾਰਾ ਦੇਖਿਆ ਹੋਇਆ ਕਿ ਹਰ ਸਾਲ ਕਿਸ ਤਰ੍ਹਾਂ ਉੱਥੋਂ ਜਿਹੜਾ ਹੈ ਨਗਰ ਕੀਰਤਨ ਰਾਤ ਨੂੰ ਨਿਕਲਦਾ ਹੈ। ਤੇ ਅਸੀਂ ਉਹ ਇਤਿਹਾਸ ਬਾਰ-ਬਾਰ ਸੁਣਦੇ, ਨਵੇਂ-ਨਵੇਂ ਗੀਤ ਹਰ ਸਾਲ ਬਣਾਏ ਜਾਂਦੇ, ਬੜੇ ਸੋਹਣੇ ਬਣਾਏ ਜਾਂਦੇ। ਔਰ ਇਨਫੈਕਟ ਆਪਾਂ ਸਾਰਿਆਂ ਨੇ ਮੂਵੀ ਵੀ ਦੇਖ ਲਈ, ਚਾਰ ਸਾਹਿਬਜ਼ਾਦੇ, ਹਨਾ।
ਜਿਹਦੇ ਵਿੱਚ ਸਾਨੂੰ ਥੋੜਾ ਜਿਹਾ ਆਈਡੀਆ ਹੋਰ ਹੋ ਗਿਆ ਕਿ ਕਿਵੇਂ ਕਿਵੇਂ ਸਾਰਾ ਸੀ। ਪਰ ਚਲੋ ਆ ਅਗਲੇ ਜਿਹੜੇ 5 ਦਿਨ ਨੇ, 5 ਦਿਨਾਂ 'ਚ ਅਸੀਂ ਜਾਣਨਾ ਆ ਗੁਰੂ ਸਾਹਿਬ ਦੇ ਇਤਿਹਾਸ ਨੂੰ ਵੀ। ਅੱਜ ਪਹਿਲਾ ਦਿਨ ਹੈ, ਮੈਂ ਕੋਸ਼ਿਸ਼ ਇਹ ਕਰਾਂਗਾ ਕਿ ਅਸੀਂ ਨਾ ਨਾਲੋਂ ਨਾਲ ਸਿੱਖੀਏ ਵੀ। ਹੁਣ ਕਈ ਵਾਰੀ ਜਦੋਂ ਮੈਂ ਟੀਚਰ ਹੁੰਦਾ ਸੀ ਨਾ ਕਾਫੀ ਪਹਿਲਾਂ, ਤੇ ਬੱਚੇ ਪਤਾ ਕੀ ਕਹਿੰਦੇ ਸੀ ਕਿ ਸਰ ਹਿਸਟਰੀ ਪੜ੍ਹਨ ਦਾ ਫਾਇਦਾ ਕੀ ਹੈ, ਹਨਾ। ਜਦੋਂ ਮੈਂ ਆਪੇ ਵੀ ਬੱਚਾ ਸੀ ਨਾ, ਛੋਟਾ ਸੀ, ਜੋ ਸਟੂਡੈਂਟ ਸੀ, ਤੇ ਮੈਂ ਹਿਸਟਰੀ ਤੋਂ ਬਹੁਤ ਚੱਲਦਾ ਸੀ, ਮੈਨੂੰ ਚੰਗੀ ਨਹੀਂ ਸੀ ਲੱਗਦੀ ਕਿ ਤਰੀਕਾਂ ਯਾਦ ਰੱਖਣੀਆਂ ਕਿ ਸਨ 1680 1699 ਏਦਾਂ ਹੋ ਗਿਆ, ਹਨਾ। ਇਹਦਾ ਫਾਇਦਾ ਕੀ ਹੁੰਦਾ ਹਿਸਟਰੀ ਦਾ? ਇਤਿਹਾਸ ਜ਼ਰੂਰੀ ਕਿਉਂ ਹੈ? ਪਹਿਲੀ ਗੱਲ ਸਾਨੂੰ ਇਹ ਪਤਾ ਹੋਣੀ ਚਾਹੀਦੀ ਹੈ, ਤੁਹਾਨੂੰ ਧੱਕੇ ਨਾਲ ਨਹੀਂ ਪੜਾਇਆ ਜਾਂਦਾ ਇਤਿਹਾਸ ਕਿ ਤੁਸੀਂ ਪੜ੍ਹੋ ਹੀ ਪੜ੍ਹੋ, ਪਤਾ ਨਹੀਂ ਕਿਹੜੇ ਮਾਰਕਸ ਮਿਲ ਜਾਣੇ ਇਹਦੇ ਨਾਲ। ਸੋ ਇੰਪੋਰਟੈਂਸ ਆਫ ਹਿਸਟਰੀ ਕੀ ਹੈ, ਪਹਿਲਾਂ ਤਾਂ ਜੋ ਜਾਣੀਏ। ਉਹਦੇ ਬਾਅਦ ਫਿਰ ਆਪਾਂ ਸ਼ੁਰੂ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਆਨੰਦਪੁਰ ਸਾਹਿਬ ਜੋ ਰਹਿੰਦਾ ਹੈ, ਤੇ ਉਹਦੇ ਬਾਅਦ ਕਿੱਦਾਂ ਕਿੱਦਾਂ ਅੱਗੇ ਸਾਰੇ ਇਤਿਹਾਸ ਅਤੇ ਉਹਦਾ ਮਕਸਦ ਕੀ ਹੈ ਸੁਣਨ ਦਾ। ਤੋਂ ਪਹਿਲਾਂ ਬੱਚੇ ਇਹ ਜਾਣੀਏ ਕਿ ਤੁਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਹੋ। ਅਸੀਂ ਸਾਰੇ ਖਾਲਸੇ ਹਾਂ, ਗੁਰੂ ਕੇ ਸਾਹਿਬਜ਼ਾਦੇ, ਤੇ ਅਸੀਂ ਵੀਰ ਭੈਣ ਹਾਂ। ਅਸੀਂ ਆਪਣੇ ਵੀਰ ਜਿਹੜੇ ਵੱਡੇ ਸ਼ਹੀਦ ਹੋਏ, ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ, ਉਹਨਾਂ ਦਾ ਇਤਿਹਾਸ ਸੁਣਦੇ ਆਏ ਹਾਂ। ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਇਤਿਹਾਸ ਸੁਣਦੇ। ਇਹ ਹਿਸਟਰੀ ਕਿਉਂ ਪੜ੍ਹੀ ਦੀ ਹੈ, ਕੀ ਲੋੜ ਕੀ ਪਈ ਹੈ, ਇੰਪੋਰਟੈਂਸ ਕੀ ਹੁੰਦੀ ਹੈ? ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹਾਂ। ਅਚਾਨਕ ਰੱਬ ਨਾ ਕਰੇ ਕੋਈ ਬਿਮਾਰੀ ਲੱਗੇ ਕਿਸੇ ਦੇ ਸਰੀਰ 'ਚ, ਨਾ ਕੋਈ ਏਲਮੈਂਟ ਆ ਜਾਵੇ, ਸਿੰਪਲ ਜਿਹਾ ਬੁਖਾਰ ਵੀ ਕਿਉਂ ਨਾ ਹੋ ਜਾਏ, ਤੁਹਾਡੇ ਪੇਰੈਂਟਸ ਨੂੰ ਫਟ ਡਾਕਟਰ ਕੋਲ ਲੈ ਕੇ ਜਾਂਦੇ ਆ ਨਾ, ਲੈ ਕੇ ਉੱਥੇ ਕੀ ਕਰੀਦਾ ਹੈ, ਡਾਕਟਰ ਤੁਹਾਨੂੰ ਬਿਠਾਉਂਦਾ ਹੈ ਲਾਗੇ, ਤੇ ਫਿਰ ਸਾਡੇ ਪੇਰੈਂਟਸ ਕਹਿੰਦੇ ਨੇ ਕਿ ਇਹਨੂੰ ਨਾ ਅਕਲ ਦਾ ਇਹ ਪਰੇਸ਼ਾਨ ਹੈਗਾ, ਇਹਨੂੰ ਬੁਖਾਰ ਹੈ ਜਾਂ ਇਹਦੇ ਪੇਟ 'ਚ ਦਰਦ ਹੁੰਦੀ ਹੈ। ਤੇ ਡਾਕਟਰ ਪਹਿਲੀ ਗੱਲ ਕੀ ਕਰਦਾ ਹੈ, ਉਹ ਕਹਿੰਦਾ ਬੱਚੇ ਖਾਧਾ ਕੀ ਸੀ ਤੁਸੀਂ? ਇਹੀ ਕਹਿੰਦਾ ਨਾ, ਕੀ ਖਾਧਾ ਸੀ। ਉਹ ਜਿਹੜਾ ਸੀ ਲਫ਼ਜ਼ ਹੈ ਨਾ, ਉਹ ਹੈ ਇਤਿਹਾਸ। ਇਤਿਹਾਸ ਜਿਹੜਾ ਹੋ ਚੁੱਕਿਆ। ਹੁਣ ਡਾਕਟਰ ਤੁਹਾਡੀ ਹਿਸਟਰੀ ਪੁੱਛਦਾ ਹੈ ਕਿ ਤੁਸੀਂ ਕੱਲ ਕੀ ਖਾਧਾ ਸੀ, ਜਸਟ ਟੂ ਨੋ ਕਿ ਅੱਜ ਤੁਹਾਨੂੰ ਇਹ ਪ੍ਰੋਬਲਮ ਕਿਉਂ ਹੈ। ਜੇ ਤੁਹਾਨੂੰ ਯਾਦ ਹੈ ਕਿ ਕੱਲ ਕੀ ਖਾਧਾ ਸੀ, ਤਾਂ ਫਿਰ ਉਹ ਤੁਹਾਡਾ ਇਲਾਜ ਜਿਹੜਾ ਹੈ ਉਹ ਜ਼ਿਆਦਾ ਬੈਟਰ ਕਰ ਸਕਦਾ ਹੈ, ਹਨਾ। ਇਸੇ ਤਰ੍ਹਾਂ ਹੀ ਜੇ ਸਾਨੂੰ ਆਪਣੀ ਕੌਮ ਦਾ, ਆਪਣੇ ਪਰਿਵਾਰ ਦਾ, ਆਪਣੇ ਦੇਸ਼ ਦਾ, ਆਪਣੇ ਮੁਲਕ ਦਾ, ਆਪਣੀ ਕਮਿਊਨਿਟੀ ਦਾ ਇਤਿਹਾਸ ਜੇ ਯਾਦ ਹੋਵੇ ਨਾ, ਤੇ ਉਹਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੁੰਦਾ ਕਿ ਅੱਜ ਜੇ ਅਸੀਂ ਕਿਸੇ ਪ੍ਰੋਬਲਮ 'ਚ ਪਵਾਂਗੇ ਤੇ ਅਸੀਂ ਉਹਦੀ ਸੋਲੂਸ਼ਨ ਲੈ ਸਕਦੇ। ਹੋਰ ਦੇਖੋ ਤੁਸੀਂ ਕਿ ਅਸੀਂ ਇਤਿਹਾਸ ਤੋਂ ਹੀ ਸਿੱਖ ਕੇ ਸਿਆਣੇ ਬਣਦੇ ਹਾਂ। ਜਦੋਂ ਬੜੀ ਪਹਿਲਾਂ ਅੱਗ ਦਾ ਆਵਿਸ਼ਕਾਰ ਨਹੀਂ ਸੀ ਹੋਇਆ, ਅੱਗ ਦੀ ਫਾਇਰ ਦੀ ਇਨਵੈਂਸ਼ਨ ਨਹੀਂ ਸੀ ਹੋਈ, ਤਾਂ ਮਨੁੱਖ ਡਰਦਾ ਸੀ, ਹਨਾ। ਉਹ ਅੱਗ ਤੋਂ ਅੱਜ ਵੀ ਦੇਖੋ, ਛੋਟਾ ਜਿਹਾ ਬੱਚਾ ਆ, ਜੇ ਉਹ ਮੰਨ ਲਓ ਕਿਸੇ ਜਗ੍ਹਾ ਤੋਂ ਡਿੱਗ ਕੇ ਸੱਟ ਲਵਾ ਲੈਂਦਾ ਹੈ ਜਾਂ ਕਿਤੇ ਅੱਗ 'ਚ ਹੱਥ ਪਾ ਲੈਂਦਾ, ਉਹ ਦੂਜੀ ਵਾਰੀ ਅੱਗ ਦੇ ਨੇੜੇ ਨਹੀਂ ਜਾਂਦਾ ਕਿ ਮੈਂ ਪਿਛਲੀ ਵਾਰੀ ਇੱਥੇ ਹੱਥ ਲਾਇਆ ਸੀ, ਮੇਰਾ ਹੱਥ ਸੜ ਗਿਆ ਸੀ, ਮੇਰੇ ਦਰਦ ਹੋਈ ਸੀ, ਹਨਾ, ਮੇਰੇ ਪੀੜ ਹੋਈ ਸੀ, ਫਿਰ ਉਹ ਦੁਬਾਰਾ ਹੱਥ ਨਹੀਂ ਪਾਉਂਦਾ, ਹਨਾ। ਉਹਨੂੰ ਕਹਿੰਦੇ ਨੇ ਹਿਸਟਰੀ। ਹਿਸਟਰੀ ਜਿਹੜੀ ਤੁਹਾਡੇ ਅੱਜ ਨੂੰ ਤੇ ਤੁਹਾਡੇ ਫਿਊਚਰ ਨੂੰ ਚੇਂਜ ਕਰੇ। ਨਹੀਂ ਤਾਂ ਅਸੀਂ ਆਪਣੇ ਦਿਮਾਗ 'ਚ ਬੜਾ ਕੁਝ ਇਕੱਠਾ ਕਰ ਲੈਂਦੇ ਹਾਂ। ਹੁਣ ਸਾਨੂੰ ਪਤਾ ਹੈ ਕਿ ਸਾਹਿਬਜ਼ਾਦੇ ਇਸ ਤਰ੍ਹਾਂ ਸ਼ਹੀਦ ਹੋਏ, ਗੁਰੂ ਗੋਬਿੰਦ ਸਿੰਘ ਨੇ ਆਇਆ ਕੀਤਾ, ਪਰ ਇੱਕ ਗੱਲ ਚੇਤੇ ਰੱਖਿਓ, ਆ 5 ਦਿਨ ਤੁਸੀਂ ਹਿਸਟਰੀ ਸੁਣਨੀ ਆ, ਉਂਝ ਵੀ ਤੁਸੀਂ ਸਾਰਾ ਸਾਲ ਪੜ੍ਹਦੇ ਹੋ ਗੁਰਮਤ ਬਾਰੇ, ਗੁਰੂ ਇਤਿਹਾਸ ਬਾਰੇ। ਜੇ ਉਹ ਇਤਿਹਾਸ, ਜੇ ਉਹ ਹਿਸਟਰੀ ਤੁਹਾਡੇ ਵਿੱਚ ਕੋਈ ਇਹੋ ਜਿਹੇ ਚੇਂਜਸ, ਕੋਈ ਇਹੋ ਜਿਹੇ ਬਦਲਾਵ ਨਹੀਂ ਲੈ ਕੇ ਆਉਂਦੀ ਪੋਜ਼ਿਟਿਵ, ਜਿਹਦੇ ਨਾਲ ਤੁਹਾਡਾ ਜੀਵਨ ਸੋਹਣਾ ਹੋ ਸਕੇ, ਦੈਨ ਫੇਲੀਅਰ ਹੈ। ਫਿਰ ਸਾਡਾ ਇਤਿਹਾਸ ਪੜ੍ਹਿਆ ਕਿਸੇ ਕੰਮ ਦਾ ਨਹੀਂ, ਜੇ ਅਸੀਂ ਉਹੀ ਗਲਤੀਆਂ ਦੁਹਰਾਉਣੀਆਂ, ਹਨਾ। ਜਾਰਜ ਬਰਨਾਰਡ ਸ਼ਾ was a writer in England. ਇੰਗਲੈਂਡ ਦਾ ਇੱਕ ਰਾਈਟਰ ਹੋਇਆ ਜਾਰਜ ਬਰਨਾਰਡ ਸ਼ਾ। ਉਹ ਲਿਖਦਾ ਹੈ, those who fail to heed the lessons of history are doomed to repeat it. ਮੈਂ ਫੇਰ ਬੋਲਦਾ ਹਾਂ, those who fail to heed the lessons of history, ਜਿਹੜੇ ਇਤਿਹਾਸ ਦੇ ਜਿਹੜੇ ਲੈਸਨ ਨੇ, ਜਿਹੜੀ ਸਿੱਖਿਆ, ਉਹਨੂੰ ਫੋਲੋ ਨਹੀਂ ਕਰਦੇ, ਉਹਨੂੰ ਸਮਝਦੇ ਨਹੀਂ, ਉਹਨੂੰ ਪੱਲੇ ਨਹੀਂ ਪਾਉਂਦੇ, are doomed to repeat it. ਉਹ ਫਿਰ ਕੀ ਹੈ, ਉਹਨਾਂ ਨਾਲ ਇਤਿਹਾਸ ਦੁਬਾਰਾ ਦੁਹਰਾਇਆ ਜਾਂਦਾ, ਉਹਨਾਂ ਨਾਲ ਉਹੀ ਦੁੱਖ ਫੇਰ ਦੁਬਾਰਾ ਆ ਜਾਂਦੇ। ਤਾਂ ਇਤਿਹਾਸ ਤੋਂ ਸਿੱਖੀ ਦਾ ਹੈ। ਸਾਡਾ ਇਤਿਹਾਸ ਤੇ ਵੈਸੇ ਹੀ ਬਹੁਤ ਮਾਣ ਵਾਲਾ ਤੇ ਸਾਡੇ ਜੀਵਨ ਨੂੰ ਸੋਹਣਾ ਤੇ ਸੁਨੱਖਾ ਬਣਾਉਣ ਵਾਲਾ। ਆਓ ਇਤਿਹਾਸ ਨੂੰ ਸੁਣੀਏ ਵੀ, ਇਹਦੇ ਤੋਂ ਸਿੱਖੀਏ ਵੀ। ਮੈਂ ਫੇਰ ਕਹਿ ਦਵਾਂ ਇੱਕ ਗੱਲ ਇੰਪੋਰਟੈਂਟ, ਹਮੇਸ਼ਾ ਚੇਤੇ ਰੱਖਿਓ, ਲਿਖ ਕੇ ਰੱਖ ਲਿਓ, ਹਿਸਟਰੀ ਸਿਰਫ ਯਾਦ ਕਰਕੇ ਦਿਮਾਗ ਵਿੱਚ ਭਰਨ ਵਾਸਤੇ ਨਹੀਂ ਹੁੰਦੀ। ਐਵੇਂ ਦਿਮਾਗ ਦੀ ਜਗ੍ਹਾ ਨਾ ਘੇਰੋ,
ਹਿਸਟਰੀ ਉਹ ਹੁੰਦੀ ਹੈ ਜਿਹੜੀ ਤੁਹਾਡੇ ਪ੍ਰੈਜ਼ੈਂਟ ਨੂੰ, ਅੱਜ ਨੂੰ ਤੇ ਤੁਹਾਡੇ ਫਿਊਚਰ ਨੂੰ ਸਵਾਰ ਸਕੇ। ਹੁਣ ਸਾਹਿਬਜ਼ਾਦਿਆਂ ਦਾ ਇਤਿਹਾਸ ਸਾਡੇ ਅੱਜ ਨੂੰ ਤੇ ਆਉਣ ਵਾਲੇ ਸਮੇਂ ਨੂੰ ਕਿਵੇਂ ਸਵਾਰਦਾ ਹੈ, ਆਪਾਂ ਉਹ ਸੁਣਨਾ ਹੈ। ਚਲੋ ਪਿੱਛੇ ਨੂੰ ਮੁੜਦੇ ਹਾਂ ਤਾਂ ਜੋ ਜੋ ਚੀਜ਼ਾਂ ਆਪਾਂ ਅੱਜ ਸਿੱਖਾਂਗੇ ਉਹਨੂੰ ਲਿਖੀ ਜਾਓ, ਮੈਂ ਉਹਨੂੰ ਦੁਬਾਰਾ ਕਹਿ ਵੀ ਦੇਵਾਂਗਾ, ਠੀਕ ਹੈ। ਗੁਰੂ ਨਾਨਕ ਪਾਤਸ਼ਾਹ ਅਸੀਂ ਸਾਰੇ ਜਾਣਦੇ ਆ, ਉਹਨਾਂ ਦਾ ਜਨਮ, ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਰਾਏ ਭੋਏ ਕੀ ਤਲਵੰਡੀ, ਪਤਾ ਸਾਨੂੰ ਸਾਰਿਆਂ ਨੂੰ, ਹਨਾ, ਅਸੀਂ ਯਾਦ ਰੱਖਿਆ ਹੋਇਆ। ਤੇ ਅੱਜ ਉੱਥੇ ਨਨਕਾਣਾ ਸਾਹਿਬ, ਗੁਰੂ ਨਾਨਕ ਸਾਹਿਬ ਨੇ ਬਹੁਤੀ ਦੇਰ ਉਹ ਉੱਥੇ ਰਾਏ ਭੋਏ ਕੀ ਤਲਵੰਡੀ ਨਹੀਂ ਰਹੇ। ਉਹਨਾਂ ਨੇ ਉਦਾਸੀਆਂ ਕੀਤੀਆਂ, ਸੁਲਤਾਨਪੁਰ ਲੋਧੀ ਚਲੇ ਗਏ ਪਹਿਲਾਂ ਭੈਣ ਕੋਲ, ਉਹਦੇ ਬਾਅਦ ਉਹਨਾਂ ਨੇ ਕਰਤਾਰਪੁਰ ਸਾਹਿਬ ਵਸਾ ਲਿਆ। ਮੈਂ ਬਹੁਤੀ ਲੰਬੀ ਗੱਲ ਨਹੀਂ ਕਰਾਂਗਾ, ਇਹ ਜੁੜਿਆ ਹੋਇਆ ਇਤਿਹਾਸ ਹੈ, ਜ਼ਰਾ ਧਿਆਨ ਨਾਲ ਸੁਣਿਓ। ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਆ ਗਏ, ਹਨਾ, ਤੇ ਕਰਤਾਰਪੁਰ ਸਾਹਿਬ ਉਹਨਾਂ ਕੋਲ ਕੌਣ ਆਏ? ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਦੂਸਰੇ ਨਾਨਕ ਬਣ ਗਏ, ਗੁਰੂ ਅੰਗਦ ਦੇਵ ਬਣ ਗਏ, ਰਾਈਟ। ਅੱਛਾ, ਭਾਈ ਲਹਿਣਾ ਜੀ ਜਦੋਂ ਗੁਰੂ ਅੰਗਦ ਬਣ ਗਏ ਨਾ, ਫਿਰ ਉਹ ਕਰਤਾਰਪੁਰ ਨਹੀਂ ਰਹੇ, ਉਹਨਾਂ ਨੇ ਕਰਤਾਰਪੁਰ ਸਾਹਿਬ ਛੱਡ ਦਿੱਤਾ ਤੇ ਉਹ ਖਡੂਰ ਸਾਹਿਬ ਚਲੇ ਗਏ। ਜਿਹੜੇ ਬੱਚੇ ਅੰਮ੍ਰਿਤਸਰ ਦੇ ਨੇ, ਖਡੂਰ ਸਾਹਿਬ ਦੇ ਨੇ, ਜਾਣਦੇ, ਉੱਥੇ ਗੁਰੂ ਅੰਗਦ ਪਾਤਸ਼ਾਹ ਦਾ ਅਸਥਾਨ ਹੈ। ਅੱਛਾ, ਗੁਰੂ ਅੰਗਦ ਪਾਤਸ਼ਾਹ ਦੇ ਕੋਲ ਗੁਰੂ ਅਮਰਦਾਸ ਆਏ, ਬਾਬਾ ਅਮਰਦਾਸ ਜੋ ਬਾਅਦ ਗੁਰੂ ਅਮਰਦਾਸ ਬਣੇ। ਖਡੂਰ ਸਾਹਿਬ ਆਏ, ਉੱਥੇ ਸੇਵਾ ਕੀਤੀ। ਜਦੋਂ ਉਹ ਗੁਰੂ ਬਣ ਗਏ ਗੁਰੂ ਅਮਰਦਾਸ, ਤਾਂ ਉਹ ਗੋਇੰਦਵਾਲ ਚਲੇ ਗਏ, ਠੀਕ ਹੈ। ਥੋੜਾ ਜਿਹਾ ਇਤਿਹਾਸ ਯਾਦ ਰੱਖਿਓ ਤੇ ਮੈਂ ਦੱਸਾਂਗਾ ਕਿ ਮੈਂ ਕਿਉਂ ਦੱਸ ਰਿਹਾ ਹਾਂ, ਠੀਕ। ਗੋਇੰਦਵਾਲ ਸੇਵਾ ਕੀਤੀ ਭਾਈ ਜੇਠਾ ਜੀ ਨੇ ਔਰ ਗੁਰੂ ਰਾਮਦਾਸ ਬਣ ਗਏ, ਤੇ ਉਹ ਗੋਇੰਦਵਾਲ ਨਹੀਂ ਰਹੇ, ਉਹ ਚਲੇ ਗਏ ਅੰਮ੍ਰਿਤਸਰ। ਉਹਨਾਂ ਨੇ ਜਾ ਕੇ ਅੰਮ੍ਰਿਤਸਰ ਵਸਾਇਆ, ਹਨਾ, ਚੱਕ ਗੁਰੂ ਰਾਮਦਾਸ। ਗੁਰੂ ਅਰਜਨ ਪਾਤਸ਼ਾਹ ਵੀ ਉੱਥੇ ਰਹੇ, ਗੁਰੂ ਅਰਜਨ ਪਾਤਸ਼ਾਹ ਨੇ ਹੋਰ ਸ਼ਹਿਰ ਵੀ ਵਸਾਏ। ਗੁਰੂ ਹਰਗੋਬਿੰਦ ਸਾਹਿਬ ਵੀ ਉੱਥੇ ਹੋਏ, 6ਵੇਂ ਗੁਰੂ, ਤੇ ਉੱਥੇ 4 ਜੰਗਾਂ ਲੜੀਆਂ। ਉਹਦੇ ਬਾਅਦ ਉਹ ਕੀਰਤਪੁਰ ਸਾਹਿਬ ਆ ਗਏ, ਫਿਰ ਵਾਪਸ ਅੰਮ੍ਰਿਤਸਰ ਨਹੀਂ ਗਏ। ਕੀਰਤਪੁਰ ਸਾਹਿਬ ਜੋ ਕਿ ਆਨੰਦਪੁਰ ਸਾਹਿਬ ਤੋਂ 10 ਕਿਲੋਮੀਟਰ ਹੈ, ਜਿਹੜੇ ਬੱਚੇ ਉੱਥੇ ਰਹਿੰਦੇ ਉਹਨਾਂ ਨੂੰ ਪਤਾ ਹੈ। ਕੀਰਤਪੁਰ ਸਾਹਿਬ ਹੀ ਗੁਰੂ ਹਰ ਰਾਏ ਸਾਹਿਬ ਹੋਏ, ਗੁਰੂ ਹਰਕ੍ਰਿਸ਼ਨ ਸਾਹਿਬ ਜੋ ਬਾਅਦ ਦਿੱਲੀ ਚਲੇ ਗਏ। ਗੁਰੂ ਤੇਗ ਬਹਾਦਰ ਜਦੋਂ ਗੁਰੂ ਬਣੇ ਨਾ, ਗੁਰੂ ਬਣਨ ਤੋਂ ਬਾਅਦ ਉਹ ਕੀਰਤਪੁਰ ਸਾਹਿਬ ਵੀ ਆਏ, ਪਰ ਇੱਥੇ ਉਹਨਾਂ ਨੇ ਦੇਖਿਆ ਕਿ ਬਾਬਾ ਰਾਮ ਰਾਏ ਤੇ ਉਹਨਾਂ ਦੇ ਜਿਹੜੇ ਅਗਲੇ ਸੀ ਨਾ, ਉਹ ਉਹਨਾਂ ਨੂੰ ਚੰਗਾ ਨਹੀਂ ਸੀ ਸਮਝਦੇ, ਇਸ ਕਰਕੇ ਉਹਨਾਂ ਨੇ ਕੀਰਤਪੁਰ ਸਾਹਿਬ ਛੱਡ ਦਿੱਤਾ। ਜਦੋਂ ਆਪਣੀ ਲੰਬੀ ਯਾਤਰਾ ਤੋਂ ਬਾਅਦ ਵਾਪਸ ਆਏ ਤੇ ਉਹਨਾਂ ਨੇ ਲਾਗੇ ਇੱਕ ਪਿੰਡ ਸੀ ਮਾਖੋਵਾਲ, ਯਾਦ ਰੱਖਿਓ, ਇਹ ਹੈ ਆਨੰਦਪੁਰ ਸਾਹਿਬ। ਉਹਨਾਂ ਨੇ ਮਾਖੋਵਾਲ ਨਾਮ ਦਾ ਪਿੰਡ ਜਿਹੜਾ ਉਹ ਖਰੀਦਿਆ, ਹਨਾ, ਤੇ 2 ਪਿੰਡ ਹੋਰ ਖਰੀਦੇ। ਜ਼ਮੀਨ ਖਰੀਦ ਕੇ ਉੱਥੇ ਇੱਕ ਨਵਾਂ ਸ਼ਹਿਰ ਵਸਾਇਆ, ਜਿਹਦਾ ਨਾਮ ਰੱਖਿਆ ਚੱਕ ਮਾਤਾ ਨਾਨਕੀ, ਹਨਾ, ਤੁਹਾਨੂੰ ਪਤਾ ਹੀ ਹੈ। ਚੱਕ ਮਾਤਾ ਨਾਨਕੀ ਕਿਉਂ ਰੱਖਿਆ? ਨਾਨਕੀ ਬੇਬੇ ਨਾਨਕੀ ਨਹੀਂ, ਗੁਰੂ ਨਾਨਕ ਸਾਹਿਬ ਵਾਲੀ, ਗੁਰੂ ਨਾਨਕ ਸਾਹਿਬ ਦੀ ਜਿਹੜੀ ਭੈਣ ਸੀ ਉਹ ਨਹੀਂ, ਉਹਨੂੰ ਬੇਬੇ ਨਾਨਕੀ ਕਹਿੰਦੇ ਆ। ਮਾਤਾ ਨਾਨਕੀ ਹੈਗੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ। ਉਹਨਾਂ ਨੇ ਆਪਣੀ ਮਾਤਾ, ਆਪਣੀ ਮਦਰ ਦੇ ਨਾਂ ਤੇ ਇਸ ਜੋ ਨਵਾਂ ਸ਼ਹਿਰ ਵਸਾਇਆ ਦਾ ਨਾਂ ਰੱਖਿਆ ਚੱਕ ਮਾਤਾ ਨਾਨਕੀ। ਇਸੇ ਨੂੰ ਬਾਅਦ ਚ ਆਨੰਦਪੁਰ ਸਾਹਿਬ ਕਿਹਾ ਜਾਣ ਲੱਗ ਗਿਆ, ਹਨਾ। ਤੋਂ 1665 ਵਿੱਚ 1665 ਦੇ ਵਿੱਚ ਗੁਰੂ ਤੇਗ ਬਹਾਦਰ ਨੇ ਆਨੰਦਪੁਰ ਸਾਹਿਬ ਦਾ ਚੱਕ ਮਾਤਾ ਨਾਨਕੀ ਵਸਾਇਆ, ਠੀਕ। 1675 ਵਿੱਚ ਗੁਰੂ ਤੇਗ ਬਹਾਦਰ ਜੀ ਉਹ ਸ਼ਹੀਦ ਹੋ ਗਏ, ਆਪਾਂ ਸਾਰੇ ਜਾਣਦੇ ਹਾਂ। ਗੁਰੂ ਗੋਬਿੰਦ ਸਿੰਘ ਦੇ ਪਿਤਾ ਜੀ, ਉਸ ਵੇਲੇ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ 9 ਸਾਲ ਦੀ ਉਮਰ ਸੀ ਉਹਨਾਂ ਦੀ, ਤੇ ਉਹਨਾਂ ਦੇ ਪਿਤਾ ਉੱਥੇ ਸ਼ਹੀਦ ਹੋਏ। ਉਹਦੇ ਬਾਅਦ ਜਿਵੇਂ ਜਿਵੇਂ ਅੱਗੇ ਟਾਈਮ ਚੱਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗੁਰੂ ਬਣੇ ਤੇ ਇੱਥੇ ਫਿਰ ਉਹਨਾਂ ਨੇ ਸਿੰਘਾਂ ਨੂੰ ਸ਼ਸਤਰਧਾਰੀ ਹੋਣਾ ਸਿਖਾਇਆ। ਹੋਲਾ ਮਹੱਲਾ ਜੋ ਅੱਜ ਵੀ ਹੁੰਦਾ ਆ, ਜੰਗ ਦੀਆਂ ਤਿਆਰੀਆਂ, ਹਨਾ। ਤਾਂ ਜਿਸ ਤਰ੍ਹਾਂ ਬਹੁਤ ਸਾਰੇ ਸਿੱਖ ਉੱਥੇ ਆ ਕੇ ਵਸਣ ਲੱਗ ਗਏ, ਤੇ ਜਿਹੜੇ ਲਾਗੇ ਛੋਟੇ ਛੋਟੇ ਰਾਜੇ ਸੀ ਨਾ, 22 ਧਾਰ ਦੇ ਜਿਹੜੇ ਉਹਨਾਂ ਨੂੰ ਕਿਹਾ, ਜਿਹੜੇ ਇੱਧਰ ਹਿੰਦੂ ਰਾਜੇ ਸੀ ਜਿਹੜੇ ਹਿਮਾਚਲ ਵਾਲੇ ਪਾਸੇ, ਉਹ ਸਾਰੇ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਇਸ ਵੱਧਦੇ ਪ੍ਰਤਾਪ ਤੋਂ ਡਰਨ ਲੱਗ ਗਏ। ਇਹਨਾਂ ਦੀ ਪਾਵਰ ਵੱਧ ਰਹੀ ਹੈ, ਇਹਨਾਂ ਕੋਲ ਸਿੱਖ ਨੇ ਜਿਨ੍ਹਾਂ ਕੋਲ ਸ਼ਸਤਰ ਨੇ, ਤੇ ਉਹਨਾਂ ਨੇ ਜਾ ਕੇ ਸ਼ਿਕਾਇਤਾਂ ਕਰਨੀਆਂ ਸ਼ੁਰੂ। ਉਹਨਾਂ ਨੂੰ ਇਹ ਡਰ ਲੱਗਣ ਲੱਗ ਗਿਆ ਕਿ ਕਿਤੇ ਸਾਡੇ ਤੇ ਅਟੈਕ ਕਰਕੇ ਸਾਡੇ ਜਿਹੜੇ ਕਿੰਗਡਮਸ ਨੇ ਇਹਨਾਂ ਨੂੰ ਖੋ ਨਾ ਲੈਣ, ਸਾਡਾ ਰਾਜ ਨਾ ਲੈ ਲੈਣ, ਪਰ ਇਹੋ ਜਿਹੀ ਕੋਈ ਉਹਨਾਂ ਦੀ ਇੱਛਾ ਨਹੀਂ ਸੀ। ਹੁਣ ਮੈਂ ਸਾਰੀ ਕਹਾਣੀ ਕਿਉਂ ਸੁਣਾਈ, ਮੈਂ ਤੁਹਾਨੂੰ ਇੱਥੇ ਇੱਕ ਪੁਆਇੰਟ ਨੋਟ ਕਰਵਾਉਣਾ ਚਾਹੁੰਦਾ ਕਿ ਹਿੰਦੂ ਰਾਜੇ ਦੇ ਜਿਹੜਾ ਡਰ ਸੀ, ਹਿੰਦੂ ਰਾਜਿਆਂ ਦੇ ਮਨ ਦੇ ਵਿੱਚ 22 ਧਾਰ ਦੇ ਜਿਹੜੇ ਰਾਜੇ ਸੀ,
ਉਹ ਛੋਟੇ ਛੋਟੇ ਉਹਨਾਂ ਦੇ ਰਾਜ ਸੀ, ਪਰ ਉਹਨਾਂ ਦਾ ਖੌਫ ਸੀ ਕਿ ਸਾਡੇ ਤੇ ਸਾਡੀ ਜ਼ਮੀਨ ਨਾ ਲੈ ਲੈਣ। ਉਹਨਾਂ ਦਾ ਖੌਫ, ਉਹਨਾਂ ਦਾ ਡਰ ਝੂਠ ਕਿਉਂ ਸੀ? ਉਹਦੇ ਲਈ ਜੋ ਆਪਾਂ ਸਾਰਾ ਇਤਿਹਾਸ ਸੁਣਿਆ, ਇਸ ਨੂੰ ਯਾਦ ਰੱਖਿਓ ਕਿ ਸਾਡੇ ਗੁਰੂ ਨੇ ਕਦੀ ਕਿਸੇ ਥਾਂ ਦੇ ਨਾਲ ਪਿਆਰ ਨਹੀਂ ਪਾਇਆ ਕਿ ਇਹ ਥਾਂ ਮੇਰਾ ਆ ਤੇ ਇਹ ਮੈਂ ਖੋਹਣਾ ਆ, ਕਿਸੇ ਦਾ ਲੈਣਾ ਹੈ ਨਾ। ਗੁਰੂ ਨਾਨਕ ਨੇ ਬੜੇ ਪਿਆਰ ਦੇ ਨਾਲ, ਬੜੀ ਮਿਹਨਤ ਦੇ ਨਾਲ ਕਰਤਾਰਪੁਰ ਸਾਹਿਬ ਵਸਾਇਆ ਤੇ ਗੁਰੂ ਅੰਗਦ ਨੂੰ ਕਿਹਾ ਤੁਸੀਂ ਇੱਥੋਂ ਚਲੇ ਜਾਓ, ਇੱਥੇ ਨਹੀਂ ਬੈਠੇ ਰਹਿਣਾ। ਗੁਰੂ ਅੰਗਦ ਖਡੂਰ ਸਾਹਿਬ ਰਹੇ, ਪਰ ਗੁਰੂ ਅਮਰਦਾਸ ਗੋਇੰਦਵਾਲ ਚਲੇ ਗਏ, ਵਾਪਸ ਨਹੀਂ ਪਰਤੇ। ਅੰਮ੍ਰਿਤਸਰ ਛੱਡ ਦਿੱਤਾ 6ਵੇਂ ਗੁਰੂ ਨੇ, ਗੁਰੂ ਹਰਗੋਬਿੰਦ ਸਾਹਿਬ ਨੇ। ਦੈਟ ਮੀਨਸ ਸਾਡਾ ਗੁਰੂ ਜਿਹੜਾ ਆ ਉਹ ਕੋਈ ਅਸਥਾਨ ਨਹੀਂ ਬਣਾ ਕੇ ਬੈਠਣਾ ਚਾਹੁੰਦਾ ਸੀ ਕਿ ਇਹ ਧਰਤੀ ਮੇਰੀ ਹੋ ਗਈ ਕਿ ਆਪਾਂ ਇਹਦੇ ਪਿੱਛੇ ਲੜਨਾ। ਦੈਟ ਮੀਨਸ ਸਾਡੇ ਗੁਰੂ ਜਿਹੜੇ ਨੇ ਉਹ ਜ਼ਮੀਨ ਪਿੱਛੇ ਨਹੀਂ ਸੀ ਲੜ ਰਹੇ, ਉਹ ਇਸ ਚੀਜ਼ ਪਿੱਛੇ ਨਹੀਂ ਸੀ ਲੜ ਰਹੇ ਕਿ ਇਹ ਮੇਰਾ ਇਲਾਕਾ ਆ। ਔਰ ਇਨਫੈਕਟ ਜਿੱਥੇ ਜਿੱਥੇ ਉਹਨਾਂ ਨੇ ਸ਼ਹਿਰ ਵਸਾਏ, ਆਨੰਦਪੁਰ ਸਾਹਿਬ ਵੀ ਪੈਸੇ ਦੇ ਕੇ ਜ਼ਮੀਨ ਖਰੀਦ ਕੇ ਵਸਾਇਆ। ਉਹਨਾਂ ਦਾ ਕੋਈ ਮੋਟਿਵ ਇਹ ਨਹੀਂ ਸੀ ਕਿ ਅਸੀਂ ਹੋਰ ਲਾਗੇ ਪਿੰਡ ਜਿਹੜੇ ਨੇ ਜਾਂ ਹੋਰ ਜਿਹੜੇ ਛੋਟੇ ਰਾਜੇ ਨੇ ਇਹਨਾਂ ਤੇ ਹਮਲਾ ਕਰੀਏ ਤੇ ਇਹਨਾਂ ਦੀ ਜ਼ਮੀਨ ਲੈ ਲਈਏ। ਪਰ ਜਿਹੜੇ ਡਰਪੋਕ ਹੁੰਦੇ ਆ, ਜਿਹੜੇ ਕਾਇਰ ਹੁੰਦੇ ਆ, ਉਹਨਾਂ ਦੇ ਆਪਣੇ ਡਰ ਹੁੰਦੇ ਨੇ, ਹਨਾ। ਉਹਨਾਂ ਦੇ ਡਰ ਸਿਰਫ ਇਹ ਨਹੀਂ ਸੀ, ਇਹ ਤੇ ਉਹਨਾਂ ਨੇ ਕਹਾਣੀਆਂ ਬਣਾਈਆਂ ਸੀ ਕਿ ਸਾਡੇ ਤੇ ਹਮਲਾ ਕਰਕੇ ਸਾਡੀ ਜ਼ਮੀਨ ਲੈ ਲੈਣਗੇ। ਅਸਲੀ ਡਰ ਪਤਾ ਕੀ ਸੀ? ਅਸਲੀ ਡਰ ਇਹ ਸੀ ਕਿ ਸੂਬਾ ਸਰਹੰਦ ਜਿਹਦੇ ਥੱਲੇ ਇਹ ਸਾਰਾ ਇਲਾਕਾ ਆਉਂਦਾ ਸੀ ਨਾ, ਵਜ਼ੀਰ ਖਾਨ ਤੇ ਜਿਹੜੇ ਰਾਜੇ ਸੀ, ਇਹ ਲੋਕਾਂ ਦਾ ਹੱਕ ਮਾਰਦੇ ਸੀ, ਲੋਕਾਂ ਨੂੰ ਲੁੱਟਦੇ ਹੁੰਦੇ ਸੀ। ਹੁਣ ਮੰਨ ਲਓ ਇੱਕ ਰਾਜਾ ਬਣੇ, ਅੱਜ ਵੀ ਆਪਾਂ ਦੇਖਦੇ ਹਾਂ ਨਾ ਜੋ ਹੋ ਰਿਹਾ ਦੁਨੀਆ ਦੇ ਵਿੱਚ, ਤੇ ਜਿਹੜਾ ਇੱਕ ਬੰਦਾ ਪਾਵਰ ਚ ਆ ਜਾਂਦਾ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਰਾਜਾ ਬਣ ਜਾਂਦਾ, ਉਹ ਕਹਿੰਦਾ ਮੇਰੀ ਮਰਜ਼ੀ ਚੱਲੇ, ਹਨਾ। ਤੋ ਕਿਸੇ ਨੂੰ ਵੀ ਚੁੱਕ ਕੇ ਘਰੋਂ ਲੈ ਆਉਣਾ, ਉਹਦਾ ਸਮਾਨ ਚੁੱਕ ਲਿਆਉਣਾ। ਤੋ ਇਹ ਰਾਜੇ ਵੀ ਇਹੀ ਕਰ ਰਹੇ ਸੀ, ਲੋਕਾਂ ਨੂੰ ਲੁੱਟਦੇ ਸੀ, ਉਹਨਾਂ ਦੇ ਪੈਸੇ ਲੈ ਜਾਣੇ ਖੋ ਕੇ। ਉਹਨਾਂ ਦੇ ਜਿਹੜੇ ਆਫੀਸਰ ਸੀ ਉਹ ਵੀ ਉਹੋ ਜਿਹੇ ਸੀ। ਹੁਣ ਹੁੰਦਾ ਪਤਾ ਕੀ ਸੀ ਕਿ ਜਦੋਂ ਲੋਕੀ ਦੇਖਦੇ ਸੀ ਕਿ ਰਾਜਾ ਤੇ ਸੁਣਦਾ ਨਹੀਂ, ਸੂਬਾ ਸਰਹੰਦ ਵੀ ਨਹੀਂ ਸੁਣਦਾ, ਜਿਹੜਾ ਸੂਬੇਦਾਰ ਹੈ ਉੱਥੋਂ ਦਾ ਨਵਾਬ ਹੈ, ਤੇ ਇਸੇ ਤਰ੍ਹਾਂ ਹੀ ਜਿਹੜਾ ਔਰੰਗਜ਼ੇਬ ਬਾਦਸ਼ਾਹ, ਉਹ ਵੀ ਨਹੀਂ ਸਾਡੀ ਪੁਕਾਰ ਸੁਣਦਾ, ਸਾਨੂੰ ਲੁੱਟ ਕੇ ਲੈ ਜਾਂਦੇ ਆ ਜਿਹੜੇ ਰਾਜੇ ਨੇ ਜਾਂ ਆਫੀਸਰਸ ਨੇ। ਤੇ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਕਿ ਗੁਰੂ ਗੋਬਿੰਦ ਸਿੰਘ ਇੱਥੇ ਬੈਠੇ ਹੋਏ ਆ ਅਨੰਦਪੁਰ ਸਾਹਿਬ, ਅਸੀਂ ਇਹਨਾਂ ਨੂੰ ਜਾ ਕੇ ਦੱਸਦੇ ਆ, ਇਹ ਸਾਡੀ ਹੈਲਪ ਕਰਨਗੇ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੀ ਹੈਲਪ ਕਰਦੇ ਸੀ ਕਿ ਜੇ ਕੋਈ ਖੋ ਕੇ ਲੈ ਗਿਆ ਤੁਹਾਡਾ ਸਮਾਨ ਤੇ ਜਾਓ ਸਿੰਘਾਂ ਨੂੰ ਭੇਜ ਦੇਣਾ ਕਿ ਜਾਓ ਛੁਡਾ ਕੇ ਲਿਆਓ। ਕਿਸੇ ਦੀ ਬੇਟੀ ਨੂੰ ਚੁੱਕ ਕੇ ਲੈ ਗਏ, ਕਿਸੇ ਦੇ ਬੱਚਿਆਂ ਨੂੰ ਚੁੱਕ ਕੇ ਲੈ ਗਏ, ਹਨਾ, ਕਿਸੇ ਦਾ ਘਰ-ਬਾਰ ਲੁੱਟ ਕੇ ਲੈ ਗਏ। ਤੇ ਜਿੱਥੇ ਧੱਕਾ ਹੁੰਦਾ ਸੀ, ਜ਼ੁਲਮ ਹੁੰਦਾ ਸੀ, ਉੱਥੇ ਫਿਰ ਗੁਰੂ ਸਾਹਿਬ ਆਪਣੇ ਸਿੰਘਾਂ ਨੂੰ ਭੇਜ ਦਿੰਦੇ ਸੀ। ਔਰ ਇਹ ਅੱਜ ਦੀ ਗੱਲ ਨਹੀਂ ਸੀ, ਇਹ ਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇਹੀ ਕੀਤਾ ਸੀ। ਇਸੇ ਕਰਕੇ ਉਦੋਂ ਜੰਗਾਂ ਹੋਈਆਂ, ਹਨਾ। ਕੁਛ ਜਿੱਤਣ ਵਾਸਤੇ ਜੰਗ ਨਹੀਂ ਸੀ ਕੀਤੀ। ਇਹ ਨਹੀਂ ਸੀ ਕਿ ਮੈਂ ਅੰਮ੍ਰਿਤਸਰ ਜਿਹੜਾ ਆ ਇਹ ਮੇਰੀ ਰਿਆਸਤ ਹੈਗੀ ਆ ਤੇ ਮੈਂ ਇਹਦਾ ਰਾਜਾ ਆ, ਇਸ ਕਰਕੇ ਲੜਾਈਆਂ ਨਹੀਂ ਸੀ ਹੋਈਆਂ, ਹੋਣੀਆਂ ਵੀ ਨਹੀਂ ਸੀ। ਜੋ ਹਕੂਮਤ ਸੀ, ਭਾਵੇਂ ਉਹ ਮੁਗਲ ਸੀ ਤੇ ਭਾਵੇਂ ਹਿੰਦੂ ਰਾਜੇ ਸੀ, ਉਹ ਜੇ ਗੁਰੂ ਸਾਹਿਬ ਨਾਲ ਟੱਕਰ ਲੈਂਦੇ ਸੀ, ਦੇ ਯੂਜ਼ ਟੂ ਫਾਈਟ ਜਸਟ ਬਿਕੋਜ਼ ਉਹ ਇਹ ਦੇਖਦੇ ਸੀ ਕਿ ਅਸੀਂ ਲੁੱਟਦੇ ਆ, ਇਹ ਲੋਕਾਂ ਦੀ ਹੈਲਪ ਕਰਦੇ ਆ ਤੇ ਲੋਕਾਂ ਵਿੱਚ ਸਾਡਾ ਡਰ ਜਿਹੜਾ ਹੈ ਉਹ ਖਤਮ ਹੁੰਦਾ ਜਾਂਦਾ। ਤੇ ਜੇ ਗੁਰੂ ਗੋਬਿੰਦ ਸਿੰਘ ਇੱਥੇ ਅਨੰਦਪੁਰ ਸਾਹਿਬ 'ਚ ਰਹਿੰਦੇ, ਏਦਾਂ ਹੀ ਆਪਣੀ ਪਾਵਰ ਵਧਾਉਂਦੇ ਰਹੇ, ਅਸੀਂ ਆਪਣੀ ਮਨਮਰਜ਼ੀ ਨਹੀਂ ਕਰ ਪਾਵਾਂਗੇ। ਠੀਕ ਹੈ, ਦੋ ਚੀਜ਼ਾਂ ਜੋ ਹੁਣ ਤੱਕ ਆਪਾਂ ਸੁਣੀਆਂ ਉਹਨਾਂ ਨੂੰ ਨੋਟ ਕਰ ਲੈਣਾ। ਪਹਿਲੀ ਗੱਲ ਕਿ ਸਾਡੇ ਗੁਰੂ ਕਿਸੇ ਥਾਂ ਵਾਸਤੇ, ਕਿਸੇ ਜਗ੍ਹਾ ਨੂੰ ਤੀਰਥ ਬਣਾਉਣ ਵਾਸਤੇ ਉਹ ਉਹਨਾਂ ਦੇ ਮਾਈਂਡ 'ਚ ਨਹੀਂ ਸੀ। ਉਹ ਹਮੇਸ਼ਾ ਇਹੋ ਜਿਹੀ ਥਾਂ ਤੇ ਜਾ ਕੇ ਉਹਨਾਂ ਨੇ ਡੇਰੇ ਲਾਏ ਜਾਂ ਸ਼ਹਿਰ ਵਸਾਏ ਜਿੱਥੇ ਉਹ ਲੋਕਾਂ ਦਾ ਭਲਾ ਕਰ ਸਕਣ, ਜਿੱਥੇ ਉਹ ਸ਼ਾਂਤੀ ਦੇ ਨਾਲ ਗੁਰਬਾਣੀ ਦਾ ਉਪਦੇਸ਼ ਦੇ ਸਕਣ। ਜਿੱਥੇ ਵੀ ਲੜਾਈ ਝਗੜੇ ਪੈਦਾ ਹੋਏ, ਗੁਰੂ ਸਾਹਿਬ ਨੇ ਉਹ ਥਾਂ ਹਮੇਸ਼ਾ ਛੱਡੀ ਹੈ। ਖਡੂਰ ਸਾਹਿਬ ਵੀ ਛੱਡਿਆ, ਗੋਇੰਦਵਾਲ ਵੀ ਛੱਡਿਆ, ਅੰਮ੍ਰਿਤਸਰ ਵੀ ਛੱਡਿਆ, ਕੀਰਤਪੁਰ ਸਾਹਿਬ ਵੀ ਛੱਡਿਆ, ਕਿਉਂਕਿ ਗੁਰੂ ਸਾਹਿਬ ਜ਼ਮੀਨ ਵਾਸਤੇ ਨਹੀਂ ਝਗੜਦੇ। ਹੁਣ ਅਨੰਦਪੁਰ ਸਾਹਿਬ ਨੂੰ ਜਦੋਂ 1699 ਚ ਵਿਸਾਖੀ ਹੋਈ, ਆਪਾਂ ਸਾਰਿਆਂ ਨੂੰ ਪਤਾ ਹੈ ਨਾ, ਖਾਲਸਾ ਸਾਜਣਾ ਹੋਈ, ਖਾਲਸਾ ਸਾਜਿਆ। ਜਦੋਂ ਖਾਲਸਾ ਸਾਜਿਆ ਤੇ ਬੜਾ ਵੱਡਾ ਇਕੱਠ ਹੋਇਆ। ਉਸ ਤੋਂ ਪਹਿਲਾਂ 1693 ਵਿੱਚ 1693 ਵਿੱਚ ਔਰੰਗਜ਼ੇਬ ਨੇ ਇੱਕ ਲੈਟਰ ਲਿਖ ਦਿੱਤਾ ਸੀ। ਉਹਨੇ ਲੈਟਰ ਲਿਖ ਕੇ ਇਹ ਗਾਈਡਲਾਈਨਸ ਦੇ ਦਿੱਤੀਆਂ ਸੀ ਕਿ ਅਨੰਦਪੁਰ ਸਾਹਿਬ ਦੇ ਇਲਾਕੇ ਦੇ, ਕਿਉਂਕਿ ਸ਼ਿਕਾਇਤਾਂ ਜਾਂਦੀਆਂ ਸੀ ਉਹਨੂੰ, ਹਨਾ, ਉਹਨੇ ਇਹ ਲਿਖ ਦਿੱਤਾ ਕਿ ਗਵਰਨਮੈਂਟ ਵੱਲੋਂ ਇਹ ਇੰਸਟਰਕਸ਼ਨ ਹੈ, ਇਹ ਹਿਦਾਇਤ ਹੈ ਕਿ ਕੋਈ ਵੱਡਾ ਇਕੱਠ ਅਨੰਦਪੁਰ ਸਾਹਿਬ ਦੇ ਏਰੀਏ ਵਿੱਚ ਗੁਰੂ ਗੋਬਿੰਦ ਸਿੰਘ ਨਹੀਂ ਕਰਨਗੇ। ਰਾਈਟ, ਕਿ ਉਹਨੂੰ ਪਤਾ, ਉਹਨੂੰ ਲੱਗ ਰਿਹਾ ਸੀ ਕਿ ਇਹ ਬੜੇ ਪਾਵਰਫੁਲ ਹੁੰਦੇ ਜਾਂਦੇ ਆ। ਤੋਂ 1699 ਚ ਵੱਡਾ ਇਕੱਠ ਹੋਇਆ ਵਿਸਾਖੀ ਤੇ। ਗੁਰੂ ਸਾਹਿਬ ਨੇ 5 ਪਿਆਰੇ ਉੱਥੇ ਸਾਜੇ, ਖਾਲਸਾ ਪੰਥ ਸਾਜਿਆ, ਸਾਨੂੰ ਹੋਰ ਮਜ਼ਬੂਤ ਕਰ ਦਿੱਤਾ। ਜਦੋਂ ਇਹ ਖਬਰ ਪੁੱਜੀ ਤੇ ਉਹਨਾਂ ਵਿੱਚ ਹੋਰ ਅੱਗ ਲੱਗ ਗਈ
ਤੇ ਸਨ 1700 ਵਿੱਚ 1699 ਤੋਂ ਅਗਲੇ ਸਾਲ ਹੀ ਖਾਲਸਾ ਸਾਜਣਾ ਤੋਂ ਅਗਲੇ ਸਾਲ ਹੀ ਪਹਿਲੀ ਜੰਗ ਹੋਈ ਆਨੰਦਪੁਰ ਸਾਹਿਬ ਦੀ। ਉਸ ਤੋਂ ਪਹਿਲਾਂ ਹੋਰ ਛੋਟੀਆਂ ਮੋਟੀਆਂ ਇੱਧਰ ਉੱਧਰ ਹੋ ਰਹੀਆਂ ਸੀ। ਮੁਗਲਾਂ ਦੇ ਨਾਲ ਜਿਹੜੀ ਵੱਡੀ ਪਹਿਲੀ ਜੰਗ 1700 ਵਿੱਚ ਹੋਈ, ਜਿਹਦੇ ਵਿੱਚ ਪੈਂਦੇ ਖਾਨ ਜੋ ਜਰਨੈਲ ਸੀ ਔਰੰਗਜ਼ੇਬ ਦੀ ਫੌਜ ਦਾ, ਉਹ ਆਇਆ। ਤੁਸੀਂ ਚਾਰ ਸਾਹਿਬਜ਼ਾਦੇ ਮੂਵੀ ਵਿੱਚ ਦੇਖਿਆ, ਪੈਂਦੇ ਖਾਨ ਨੂੰ ਗੁਰੂ ਸਾਹਿਬ ਏਦਾਂ ਕਰਕੇ ਤੀਰ ਮਾਰਦੇ ਨਾ, ਆਪਾਂ ਮੂਵੀ 'ਚ ਦੇਖਿਆ ਕਿ ਉਹ ਸਾਰੇ ਪਾਸੋਂ ਟੱਕਿਆ, ਉਹ ਕਹਿੰਦਾ ਮੈਨੂੰ ਤੁਸੀਂ ਕਿੱਦਾਂ ਮਾਰ ਸਕਦੇ ਹੋ, ਹਨਾ। ਫਿਰ ਉਹ ਇੱਥੋਂ ਦੀ ਉਹਦੇ ਕੰਨ ਲਾਗੋਂ ਦੀ ਤੀਰ ਉਹਨੂੰ ਵੱਜਦਾ ਜਾ ਕੇ, ਪਹਿਲਾਂ ਉਹ ਵਾਰ ਕਰਦਾ ਗੁਰੂ ਗੋਬਿੰਦ ਸਿੰਘ। ਸੋ ਉਹ ਇੱਕ ਹਿਸਟੋਰੀਕਲ ਫੈਕਟਸ ਨੇ ਸਾਡੇ ਅੰਦਰ ਜੋਸ਼, ਜਜ਼ਬਾ ਤੇ ਗੁਰੂ ਤੇ ਭਰੋਸਾ ਰੱਖਣ ਦੀ ਇੱਕ ਹਿਦਾਇਤ ਦਿੰਦੇ, ਸਾਨੂੰ ਸਿਖਾਉਂਦੇ, ਸਿੱਖਿਆ ਦਿੰਦੇ ਆ। ਪੈਂਦੇ ਖਾਨ ਜਿਹੜਾ ਹੈ ਉਹ ਆਪਣੀ ਫੌਜ ਲੈ ਕੇ ਆਨੰਦਪੁਰ ਸਾਹਿਬ ਤੇ ਆਇਆ। ਗੁਰੂ ਸਾਹਿਬ ਨੇ ਉਹਨੂੰ ਮਾਰਿਆ, ਉਹਨੂੰ ਖਤਮ ਕੀਤਾ 1700 ਵਿੱਚ, ਇਹ ਹੋਇਆ 1700, ਹਨਾ। ਤੇ ਉਹਦੇ ਬਾਅਦ ਫਿਰ ਸਾਰੀ ਫੌਜ ਵਾਪਸ ਚਲੀ ਗਈ ਕਿਉਂਕਿ ਉਹ ਹਾਰ ਗਏ ਗੁਰੂ ਗੋਬਿੰਦ ਸਿੰਘ ਤੋਂ। ਫਿਰ 1704 ਦੇ ਵਿੱਚ ਜੰਗ ਸ਼ੁਰੂ ਹੋਈ। ਹੁਣ ਉਹ ਵੱਡੀ ਬਟਾਲੀਅਨ ਉਹਨਾਂ ਨੇ ਭੇਜੀ, ਜਿਹਦੇ ਵਿੱਚ ਵਜ਼ੀਰ ਖਾਨ ਤੇ ਪਹਾੜੀ ਰਾਜੇ ਵੀ ਨਾਲ ਇਕੱਠੇ ਹੋ ਗਏ। ਹੁਣ ਜੋ ਸਟ੍ਰੈਟਜੀ ਸੀ ਉਹਨਾਂ ਦੀ, ਜੋ ਮੁਗਲਾਂ ਦੀ ਸਟ੍ਰੈਟਜੀ ਸੀ, ਉਹ ਸੀ ਕਿ ਅਸੀਂ ਘੇਰਾਬੰਦੀ ਕਰ ਲਵਾਂਗੇ ਕਿਲੇ ਦੀ, ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਸਿੱਖ ਜਿਹੜੇ ਅੰਦਰ ਹੋਣਗੇ, ਇਹਨਾਂ ਨੂੰ ਖਾਣਾ ਨਹੀਂ ਪੁੱਜੇਗਾ, ਇਹਨਾਂ ਨੂੰ ਰੋਟੀ ਨਹੀਂ ਪੁੱਜੇਗੀ, ਇਹਨਾਂ ਨੂੰ ਪਾਣੀ ਨਹੀਂ ਮਿਲੇਗਾ, ਫਿਰ ਕਿੰਨੇ ਕੁ ਦਿਨ ਲੜਾਈ ਕਰ ਲੈਣਗੇ। ਇਹੀ ਹੁੰਦਾ ਨਾ, ਇਹੀ ਤਰੀਕਾ ਹੁੰਦਾ ਹੈ ਕਿਸੇ ਨੂੰ ਹਰਾਉਣ ਦਾ। ਤਾਂ ਉਹਨਾਂ ਨੇ ਉੱਥੇ ਘੇਰਾ ਪਾ ਲਿਆ ਕਿਲੇ ਨੂੰ, ਜਿੱਥੇ ਗੁਰੂ ਸਾਹਿਬ ਸੀ, ਤੇ ਉਹ ਘੇਰਾ ਕਾਫੀ ਲੰਬਾ ਚੱਲਿਆ। ਮਈ ਤੋਂ ਲੈ ਕੇ ਦਸੰਬਰ ਦਾ ਮਹੀਨਾ ਆ ਗਿਆ। ਇਸ ਘੇਰੇ ਦੇ ਵਿੱਚ ਜੰਗਾਂ ਹੁੰਦੀਆਂ ਨੇ, ਔਰ ਇਹਨਾਂ ਜੰਗਾਂ ਦੇ ਵਿੱਚ ਅਸੀਂ ਇਤਿਹਾਸ ਪੜ੍ਹਦੇ ਭਾਈ ਬਚਿੱਤਰ ਸਿੰਘ ਦਾ। ਮੈਂ ਛੋਟਾ ਜਿਹਾ ਉਹ ਥੋੜਾ ਜਿਹਾ ਤੁਹਾਨੂੰ ਸੁਣਾ ਦੇਣਾ ਚਾਹੁੰਦਾ। ਭਾਈ ਬਚਿੱਤਰ ਸਿੰਘ ਜਿਹੜੇ ਨੇ, ਕਿ ਕਿਸ ਤਰ੍ਹਾਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਹੁਣ ਉਹ ਇਹ ਸਾਡੇ ਇਤਿਹਾਸ, ਇਹ ਕਹਾਣੀਆਂ ਨਹੀਂ ਹੁੰਦੀਆਂ ਬੇਟਾ, ਕਹਾਣੀਆਂ ਉਹ ਹੁੰਦੀਆਂ ਜਿਹੜੀਆਂ ਮਨੋਰੰਜਨ ਵਾਸਤੇ ਸੁਣੀਆਂ ਜਾਂਦੀਆਂ ਕਿ ਬੜਾ ਮਜ਼ਾ ਆਇਆ। ਤਾਂ ਫਿਲਮ ਦੇਖ ਕੇ ਚਾਰ ਸਾਹਿਬਜ਼ਾਦੇ ਦੀ ਅਸੀਂ ਮਜ਼ੇ ਨਹੀਂ ਲੈਣੇ। ਕਿ ਇੱਕ ਫਿਲਮ ਸੀ ਅਨੰਦਪੁਰ ਸਾਹਿਬ ਵਿੱਚ, ਸਾਹਿਬਜ਼ਾਦੇ ਘੋੜੇ ਚਲਾ ਰਹੇ ਨੇ, ਬੜਾ ਵੱਡਾ ਮਹੱਲ ਹੈ ਗੁਰੂ ਕੇ ਮਹਿਲ, ਤੇ ਬੜੇ ਲੋਕੀ ਆ ਕੇ ਮੱਥਾ ਟੇਕਦੇ ਨੇ, ਪੂਜਾ ਕਰ, ਇਹੀ ਹੋ ਰਿਹਾ ਸੀ ਨਾ। ਆਪਾਂ ਦੇਖਿਆ ਉਹਦੇ ਵਿੱਚ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ ਬੜੇ ਮਤਲਬ ਰਾਇਲ ਟ੍ਰੀਟਮੈਂਟ ਵਿੱਚ ਰਹਿੰਦੇ ਨੇ, ਰਾਜੇ ਮਹਾਰਾਜਿਆਂ ਵਾਂਗ, ਰਾਜਕੁਮਾਰਾਂ ਵਾਂਗ ਰਹਿ ਰਹੇ, ਬੜੇ ਸੋਹਣੇ ਨੇ। ਤੇ ਸਿੱਖ ਆਉਂਦੇ ਨੇ, ਸਿੱਖ ਵੀ ਬੜੇ ਖੁਸ਼ ਹੁੰਦੇ ਨੇ। ਹੁਣ ਇਹ ਚੀਜ਼ ਸਿੱਖਣ ਵਾਲੀ ਹੈ ਕਿ ਆਨੰਦਪੁਰ ਸਾਹਿਬ ਬੜਾ ਵਿਸ਼ਾਲ ਸੀ, ਸਭ ਕੁਝ ਸੀ ਉੱਥੇ। ਫਿਰ ਘੇਰਾ ਪੈ ਗਿਆ 6 ਤੋਂ 8 ਮਹੀਨੇ। ਅਲੱਗ ਅਲੱਗ ਇਤਿਹਾਸਿਕ ਜਿਹੜੇ ਸੋਰਸਿਸ ਦੱਸਿਆ ਕਿ ਇੰਨਾ ਲੰਬਾ ਘੇਰਾ ਪਿਆ ਰਿਹਾ। ਹੁਣ ਇੰਨੇ ਲੰਬੇ ਘੇਰੇ 'ਚ ਬਾਹਰੋਂ ਪਾਣੀ ਲੈ ਕੇ ਆਉਣਾ, ਉਹ ਸਿੱਖਾਂ ਨੇ ਜੱਥੇ ਬਣਾ ਕੇ ਜਾਣਾ, ਹਨਾ। ਰਾਤ ਨੂੰ ਹਨੇਰੇ ਪਏ ਜਾ ਕੇ ਪਾਣੀ ਲੈ ਕੇ ਆਉਣਾ। ਕਈ ਵਾਰੀ ਉਹਨਾਂ 'ਚੋਂ ਕਈ ਸ਼ਹੀਦ ਹੋ ਜਾਣੇ ਕਿਉਂਕਿ ਬਾਹਰ ਘੇਰਾ ਪਾਇਆ, ਉਹ ਮਾਰ ਦਿੰਦੇ ਸੀ। ਉਹਦੇ ਬਾਅਦ ਜਿਹੜਾ ਹੈ ਖਾਣੇ ਦਾ ਵੀ, ਭੋਜਨ ਜਿਹੜਾ ਹੈ, ਖਾਣਾ ਕਿੱਥੋਂ ਆਵੇ, ਰਸਦ ਲੈ ਕੇ ਆਉਣੀ, ਗਰੋਸਰੀਜ਼, ਉਹ ਹੌਲੀ ਹੌਲੀ ਖਤਮ ਹੁੰਦੇ ਗਏ। ਅਸੀਂ ਇਤਿਹਾਸ ਸੁਣਦੇ ਹਾਂ ਕਿ ਜਿਹੜੇ ਸਿੱਖ ਸੀ ਉਹ ਅੰਦਰ ਰੁੱਖਾਂ ਦੇ ਪੱਤੇ ਖਾਂਦੇ ਰਹੇ, ਰੁੱਖਾਂ ਦੇ ਛਿੱਲੜ ਵੀ ਖਾਂਦੇ ਰਹੇ, ਹਨਾ। ਤੇ ਇਸ ਤਰ੍ਹਾਂ ਉਹਨਾਂ ਨੇ ਉੱਥੇ ਗੁਜ਼ਾਰੇ ਕੀਤੇ, ਗੁਰੂ ਸਾਹਿਬ ਤੇ ਭਰੋਸਾ ਰੱਖ ਕੇ, ਸਿੱਧਕ ਰੱਖ ਕੇ ਉੱਥੇ ਬੈਠੇ ਰਹੇ। ਪਰ ਇੱਕ ਗੱਲ ਜਿਹੜੀ ਹੈ ਬੜੀ ਇੰਪੋਰਟੈਂਟ ਇੱਥੇ ਆਪਾਂ ਉਹ ਵੀ ਸਿੱਖਣੀ ਹੈ ਕਿ ਕਿਲ੍ਹਾ ਤਾਂ ਗੁਰੂ ਸਾਹਿਬ ਨੇ ਜਿਹੜਾ ਛੱਡਿਆ ਸੀ, ਉਹਦੇ ਬਾਰੇ ਬਾਅਦ ਚ ਗੱਲ ਕਰਦੇ ਹਾਂ। ਪਰ ਇੱਕ ਗੱਲ ਬੜੀ ਇੰਪੋਰਟੈਂਟ ਸਿੱਖਣ ਵਾਲੀ ਹੈ ਕਿ ਸਿੱਖ ਜਿਹੜੇ ਨੇ ਜਾਂ ਸਾਹਿਬਜ਼ਾਦੇ ਜਿਹੜੇ ਨੇ, ਜਿੱਦਾਂ ਤੁਸੀਂ ਮੂਵੀ 'ਚ ਵੀ ਦੇਖਿਆ, ਬੜੇ ਖੁਸ਼ ਸੀ ਉੱਥੇ ਆਨੰਦਪੁਰ ਸਾਹਿਬ ਰਹਿ ਰਹੇ ਸੀ। ਲੋਕੀ ਲਿਆਉਂਦੇ ਸੀ, ਨਵੇਂ ਨਵੇਂ ਗਿਫਟ ਲਿਆਉਂਦੇ ਸੀ, ਭੇਟਾ ਕਹਿੰਦੇ ਅਸੀਂ, ਤੇ ਮੱਥੇ ਟੇਕਦੇ ਸੀ। ਲੋਕੀ ਇੰਨਾ ਸਤਿਕਾਰ ਕਰਦੇ ਸੀ, ਘੋੜੇ, ਹਾਥੀ, ਸਭ ਕੁਝ ਸੀ। ਜਦੋਂ ਘੇਰਾ ਪੈ ਗਿਆ ਤੇ ਉਦੋਂ ਕਦੀ ਕਿਸੇ ਸਾਹਿਬਜ਼ਾਦੇ ਨੇ ਇਹ ਨਹੀਂ ਕਿਹਾ ਕਿ ਗੁਰੂ ਜੀ ਆ ਕੀ ਹੋ ਗਿਆ, ਅਸੀਂ ਚੰਗੇ ਭਲੇ ਜੀ ਰਹੇ ਸੀ, ਸਭ ਕੁਝ ਸੀ ਸਾਡੇ ਕੋਲ, ਹਨਾ। ਕਿਤੇ ਸੁਣਿਆ ਤੁਸੀਂ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਆ ਤੁਸੀਂ ਕੀ ਕਰਤਾ ਸੀ, ਕਿੱਥੇ ਫਸ ਗਏ ਆ ਕੇ? ਨਹੀਂ ਨਾ, ਕਿਉਂਕਿ ਉਹ ਸਿੱਖ ਰਹੇ ਸੀ ਗੁਰੂ ਕੋਲ। ਉਹਨਾਂ ਨੇ ਗੁਰੂ ਕੋਲੋਂ ਸਿੱਖਿਆ ਸੀ, ਗੁਰਬਾਣੀ ਤੋਂ ਸਿੱਖਿਆ। ਕੀ ਸਿੱਖਿਆ ਸੀ? ਕਿ ਜ਼ਿੰਦਗੀ ਵਿੱਚ ਆਨੰਦਪੁਰ ਸਾਹਿਬ ਵਰਗਾ ਟਾਈਮ ਵੀ ਆਉਂਦਾ ਹੈ। ਤੁਸੀਂ ਆਪਣੇ ਆਪਣੇ ਘਰਾਂ 'ਚ ਬੈਠੇ ਹੋ ਬੇਟਾ, ਹਨਾ, ਸਾਰਾ ਕੁਝ ਹੈਗਾ ਸਾਡੇ ਕੋਲ। ਅਸੀਂ ਕੀ ਕਰਦੇ ਹਾਂ, ਕੰਪਲੇਨ ਸ਼ੁਰੂ ਕਰ ਦਿੰਦੇ ਹਾਂ, ਮੰਮੀ ਆ ਵੀ ਨਹੀਂ ਮੈਨੂੰ ਮਿਲਦਾ, ਪਾਪਾ ਮੈਨੂੰ ਆ ਵੀ ਨਹੀਂ ਮਿਲਦਾ, ਸਾਡੇ ਘਰ ਆ ਵੀ ਹੈ ਨਹੀਂ, ਆਪਾਂ ਕਹਿੰਦੇ ਆ ਨਾ। ਇਹ ਕੰਪਲੇਨਿੰਗ ਨੇਚਰ ਹੈ। ਸਾਡੇ ਗੁਰੂ ਨੇ ਇਹ ਨਹੀਂ ਸਿਖਾਇਆ। ਸਾਡੇ ਗੁਰੂ ਨੇ ਸਾਨੂੰ ਕੀ ਸਿਖਾਇਆ? ਜੋ ਤੁਧ ਭਾਵੈ ਸਾਈ ਭਲੀ, ਇਹ ਸਿਖਾਇਆ ਨਾ। ਇਹ ਸਿੱਖਿਆ ਸੀ ਸਾਹਿਬਜ਼ਾਦਿਆਂ ਨੇ। ਕੋਈ ਦੇਖੋ, ਜੋ ਸਾਹਿਬਜ਼ਾਦੇ ਸਿੱਖ ਰਹੇ ਸੀ, ਅਸੀਂ ਵੀ ਉਹੀ ਸਿੱਖ ਰਹੇ ਹਾਂ। ਰੋਜ਼ ਜਦੋਂ ਸਵੇਰੇ ਜਪਜੀ ਦਾ ਪਾਠ ਕਰਦੇ ਹੋ ਤੇ ਚਾਰੇ ਸਾਹਿਬਜ਼ਾਦੇ ਵੀ ਉਹੀ ਕਰਦੇ ਸੀ, ਛੋਟੇ ਸਾਹਿਬਜ਼ਾਦੇ ਵੀ ਕਰਦੇ ਸੀ, ਹਨਾ। ਤੇ ਇਹ ਅਸੀਂ ਯਾਦ ਰੱਖਣਾ। ਉਹਨਾਂ ਨੇ ਸਿੱਖਿਆ ਸੀ ਕਿ ਆਨੰਦਪੁਰ ਸਾਹਿਬ ਵੀ ਸਾਡੀ ਲਾਈਫ 'ਚ ਆਉਂਦਾ, ਜਿੱਥੇ ਸਭ ਕੁਝ ਹੁੰਦਾ ਸਾਡੇ ਕੋਲ, ਕੋਈ ਪ੍ਰੋਬਲਮ ਨਹੀਂ ਹੁੰਦੀ,
ਸਾਰਾ ਕੁਝ ਹੈਗਾ, ਮੰਮੀ ਪਾਪਾ ਵੀ ਹੈਗੇ ਆ ਘਰ ਵਿੱਚ, ਸਾਡੇ ਦਾਣੇ ਵੀ ਹੈਗੇ, ਅਸੀਂ ਰੋਟੀ ਵੀ ਖਾ ਰਹੇ ਆ। ਤੇ ਇਨਫੈਕਟ ਕਈ ਵਾਰੀ ਹੁੰਦਾ ਕਿ ਸਭ ਕੁਝ ਹੁੰਦਿਆਂ ਵੀ ਅਸੀਂ ਕੰਪਲੇਨ ਕਰਦੇ ਰਹਿੰਦੇ ਆ ਵੀ ਹੋਣਾ ਚਾਹੀਦਾ, ਏਦਾਂ ਵੀ ਹੋਣਾ ਚਾਹੀਦਾ। ਰਾਦਰ ਇਹ ਹੁੰਦੇ ਹੋਏ ਵੀ ਅਸੀਂ ਯਾਦ ਰੱਖਣਾ ਕਿ ਇਹ ਸਭ ਕੁਝ ਹੈਗਾ ਆ। ਤੇ ਫਿਰ ਕੋਈ ਇਹੋ ਜਿਹੇ ਟਾਈਮ ਵੀ ਲਾਈਫ ਚ ਆਉਂਦੇ ਨੇ ਜਦੋਂ ਘੇਰਾ ਪੈ ਜਾਂਦਾ ਹਨਾ, ਜਿੱਦਾਂ ਘੇਰਾ ਪੈ ਗਿਆ ਆਨੰਦਪੁਰ ਸਾਹਿਬ, ਉਹ ਸਾਰੇ ਪਾਸੋਂ ਘੇਰਾ ਪਿਆ, ਖਾਣ ਨੂੰ ਹੁਣ ਰੋਟੀ ਵੀ ਨਹੀਂ ਹੈ, ਪਾਣੀ ਵੀ ਨਹੀਂ ਹੈ, ਦੁਸ਼ਮਣ ਬਾਹਰ ਹੈ, ਸਿੱਖ ਜਿਹੜੇ ਸ਼ਹੀਦ ਹੋ ਰਹੇ ਆ ਲਗਾਤਾਰ, ਦੁੱਖ ਹੈ ਹਨਾ। ਫਿਰ ਵੀ ਉਹ ਰੋ ਨਹੀਂ ਰਹੇ, ਫਿਰ ਵੀ ਉਹ ਇਹ ਨਹੀਂ ਕਹਿ ਰਹੇ ਕਿ ਇਹ ਕੀ ਹੋ ਗਿਆ। ਸਾਨੂੰ ਇਹ ਸਿਖਾਇਆ ਜਾ ਰਿਹਾ, ਸਾਡਾ ਗੁਰੂ ਸਾਨੂੰ ਸਿਖਾ ਰਿਹਾ ਕਿ ਲਾਈਫ ਵਿੱਚ ਅਪਸ ਵੀ ਆਉਂਦੇ ਆ, ਜਦੋਂ ਸਾਡੇ ਕੋਲ ਸਭ ਕੁਝ ਹੁੰਦਾ ਹੈ, ਤੁਹਾਡੇ ਚੰਗੇ ਮਾਰਕਸ ਆ ਰਹੇ ਆ, ਤੁਹਾਨੂੰ ਸਾਰੇ ਅੱਛਾ ਕਹਿ ਰਹੇ ਆ, ਤੁਹਾਨੂੰ ਸਕੂਲ ਦੇ ਵਿੱਚ ਸਾਰੇ ਬਹੁਤ ਜ਼ਿਆਦਾ ਪ੍ਰੇਜ਼ ਕਰ ਰਹੇ ਆ, ਸਾਰੇ ਮਸਲੇ ਹੱਲ ਹੁੰਦੇ ਪਏ ਆ ਹਨਾ। ਫਿਰ ਲਾਈਫ ਵਿੱਚ ਇਹੋ ਜਿਹਾ ਟਾਈਮ ਆ ਗਿਆ ਜਿੱਥੇ ਤੁਸੀਂ ਐਫਰਟ ਬੜੇ ਕਰ ਰਹੇ ਹੋ ਪਰ ਫੇਲ ਹੋ ਰਹੇ ਹੋ, ਜਾਂ ਦੁੱਖ ਆ ਗਿਆ, ਤੇ ਜਾਣਨਾ ਸਾਡੇ ਗੁਰੂ ਨੇ ਸਿਖਾਇਆ, ਜਾਕੋ ਮੁਸ਼ਕਲ ਅੱਤ ਬਣੇ ਢੋਈ, ਹੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਹਨਾ, ਸਾਖ ਪੇ ਭੱਜ ਖਲੇ। ਤਾਂ ਉਹ ਕੀ ਹੈ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਹੁਣ ਤੱਤੀ ਵਾਓ ਦਾ ਮਤਲਬ ਇਹ ਨਹੀਂ ਹੈ ਜੋ ਅਸੀਂ ਕਈ ਵਾਰੀ ਸਮਝ ਲੈਂਦੇ ਆ ਕਿ ਖਰੇ ਪਾਰ ਬ੍ਰਹਮ ਨੂੰ ਚੇਤੇ ਕੀਤਾ ਤੇ ਮੇਰੇ ਦੁੱਖ ਜਿਹੜੇ ਆ ਦੂਰ ਹੋ ਜਾਣਗੇ ਬਾਹਰ ਵਾਲੇ, ਇਹ ਨਹੀਂ ਸੀ ਹਨਾ। ਚੇਤੇ ਤਾਂ ਸਾਹਿਬਜ਼ਾਦੇ ਵੀ ਕਰ ਰਹੇ ਸੀ, ਗੁਰੂ ਗੋਬਿੰਦ ਸਿੰਘ ਵੀ ਕਰ ਰਹੇ ਸੀ, ਤੇ ਬਾਹਰ ਤੋਂ ਦੁਸ਼ਮਣ ਬੈਠਾ ਹੋਇਆ ਸੀ ਘੇਰਾ ਪਾ ਕੇ ਹਨਾ। ਜੇ ਕਈ ਵਾਰੀ ਮਨ ਚ ਆ ਜਾਏ, ਕਈ ਲੋਕੀ ਕਹਿੰਦੇ ਨਾ ਅਸੀਂ ਇੰਨੇ ਪਾਠ, ਤੂੰ ਇੰਨੇ ਪਾਠ ਕਰਦਾ ਤਾਂ ਤੇਰੇ ਘਰ ਤੇ ਫਿਰ ਵੀ ਆ ਪ੍ਰੋਬਲਮ ਆ ਗਈ, ਇਹ ਨਹੀਂ ਹੁੰਦਾ। ਪ੍ਰੋਬਲਮਸ ਆਉਂਦੀਆਂ ਨੇ, ਹਰ ਕਿਸੇ ਦੀ ਲਾਈਫ ਚ ਆਉਣੀਆਂ ਹੀ ਆ, ਘੇਰਾ ਪਿਆ ਹੋਇਆ ਆ, ਪਰ ਤੱਤੀ ਵਾਓ ਲੱਗਣ ਦਾ ਮਤਲਬ ਇਹ ਹੁੰਦਾ ਆ ਕਿ ਉਹ ਇੰਨਾ ਘੇਰਾ ਪਿਆ ਹੋਇਆ ਪਰ ਮੇਰੇ ਅੰਦਰ ਜਿਹੜਾ ਹੈ ਨਾ ਉਹ ਨਿਰਾਸ਼ਾ ਨਹੀਂ ਆ ਰਹੀ, ਡਿਸਅਪੁਆਇੰਟਮੈਂਟ ਨਹੀਂ ਆ ਰਹੀ, ਦੁੱਖ, ਮੈਂ ਅੰਦਰੋਂ ਦੁਖੀ ਨਹੀਂ ਹੋ ਰਿਹਾ, ਅੰਦਰੋਂ ਚੜ੍ਹਦੀ ਕਲਾ ਚ ਜਕਾਰੇ ਲਾ ਰਹੇ ਆ ਸਿੰਘ ਕਿ ਕੋਈ ਗੱਲ ਨਹੀਂ ਘੇਰਾ ਪਿਆ ਹਨਾ। ਆ ਹੁਣ ਵੀ ਬੈਠੇ ਆ ਨਾ ਆਪਣੇ ਸਿੰਘ ਸਾਰੇ ਉੱਥੇ ਜਾ ਕੇ, ਤੇ ਚੜ੍ਹਦੀ ਕਲਾ ਚ ਬੈਠੇ ਆ, ਠੰਡ ਹੈ, ਜਿਹੋ ਜਿਹਾ ਮਰਜ਼ੀ ਮੌਸਮ ਹੈ। ਤਾਂ ਤੱਤੀ ਵਾਓ ਲੱਗਣਾ ਇਹ ਹੁੰਦਾ ਕਿ ਅਸੀਂ ਅੰਦਰੋਂ ਕਿੰਨੇ ਕੁ ਸੁਖੀ ਜਾਂ ਕਿੰਨੇ ਕੁ ਦੁਖੀ ਹੁੰਦੇ ਆ। ਦੁੱਖ ਬਾਹਰੋਂ ਬੇਟਾ ਆਉਂਦੇ ਨੇ, ਸੁੱਖ ਵੀ ਆਉਂਦੇ ਨੇ, ਪਰ ਬਾਹਰੋਂ ਜਿਹੜੇ ਹਾਲਾਤ ਬਦਲਦੇ ਨੇ, ਸਿਚੁਏਸ਼ਨਸ ਬਦਲਦੀਆਂ ਨੇ, ਉਹ ਬਦਲਦੀਆਂ ਰਹਿਣ, ਪਰ ਅਸੀਂ ਅੰਦਰੋਂ ਜਿਹੜੇ ਆ ਸਟਰੋਂਗ ਰਹੀਏ। ਇਹਨੂੰ ਕਹਿੰਦੇ ਨੇ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਅਸੀਂ ਤੱਤੀ ਵਾਓ ਲੱਗ ਨਹੀਂ ਸਕਦੀ ਸਾਨੂੰ ਜੇ ਚੇਤੇ ਹੋਵੇ, ਜੇ ਸਾਨੂੰ ਚੇਤੇ ਹੋਵੇ ਕਿ ਜੋ ਤੁਧ ਭਾਵੈ ਸਾਈ ਭਲੀ ਕਰ। ਤਾਂ ਉਹ ਘੇਰੇ ਚ ਉੱਥੇ ਬੈਠੇ ਨੇ, ਨਾ ਸਾਹਿਬਜ਼ਾਦਿਆਂ ਨੇ ਕੁਝ ਕਿਹਾ ਨਾ ਸਿੱਖਾਂ ਨੇ ਕਿਹਾ, ਪਰ ਹੌਲੀ ਹੌਲੀ ਕੀ ਹੁੰਦਾ, ਹੁਣ ਕਿੰਨੇ ਸਾਰੇ ਸਿੱਖ ਨੇ ਉੱਥੇ ਹਨਾ। ਕਈ ਵਾਰ ਮੇਰੇ ਵਰਗੇ ਵੀ ਹੋਣਗੇ ਕਮਜ਼ੋਰ ਹਨਾ, ਜਿਹੜੇ ਡਰ ਗਏ। ਕਈ ਕਿਸੇ ਨੇ ਡਰਪੋਕ ਨੇ ਮਨ ਉਹਦੇ ਕੰਨਾਂ ਚ ਆ ਕੇ ਬਾਰ-ਬਾਰ ਕਿਹਾ ਹੋਣਾ ਇੱਕ ਨੇ ਕਿ ਦੇਖ ਆਪਾਂ ਇੱਥੇ ਬੈਠੇ ਆ, ਸਾਡੇ ਪਰਿਵਾਰ ਤੇ ਅੰਮ੍ਰਿਤਸਰ ਨੇ, ਤਰਨਤਾਰਨ ਨੇ, ਸਾਡੇ ਪਰਿਵਾਰ ਤੇ ਬਠਿੰਡੇ ਨੇ, ਲਾਹੌਰ ਨੇ, ਅੱਗੇ ਬਹੁਤ ਵੱਡਾ ਪੰਜਾਬ ਸੀ, ਅਸੀਂ ਇੱਥੇ ਐਵੇਂ ਹੀ ਇੱਥੇ ਬੈਠੇ ਆ। ਉਹ ਦੇਖ ਉਹਨਾਂ ਨੇ ਕਸਮਾਂ ਲਿਖ ਦਿੱਤੀਆਂ ਹਨਾ। ਹੁਣ ਜਿਹੜੇ ਬਾਹਰ ਬੈਠੇ ਸੀ ਉਹਨਾਂ ਨੂੰ ਵੀ ਤੇ ਰਾਸ਼ਨ ਚਾਹੀਦਾ ਨਾ, ਉਹਨਾਂ ਨੂੰ ਵੀ ਚਾਹੀਦਾ, ਇਸ ਕਰਕੇ ਉਹ ਵੀ ਕਿੰਨੀ ਕੁ ਦੇਰ ਬੈਠੇ ਰਹਿਣਗੇ। ਹੁਣ ਇੰਨਾ ਲੰਬਾ ਘੇਰਾ ਹੋ ਗਿਆ, ਉਹ ਵੀ ਥੱਕ ਗਈਆਂ, ਜਿਹੜੀਆਂ ਫੌਜਾਂ ਘੇਰੇ ਪਾ ਕੇ ਬੈਠੀਆਂ ਸੀ, ਉਹਨਾਂ ਦਾ ਵੀ ਰਾਸ਼ਨ ਪਾਣੀ ਮੁੱਕਣ ਲੱਗ ਗਿਆ, ਪਿੱਛੋਂ ਇੰਨੀ ਸਪਲਾਈ ਲਗਾਤਾਰ ਨਹੀਂ ਆਉਂਦੀ, ਉੱਤੋਂ ਠੰਡ ਦੇ ਦਿਨ ਆ ਗਏ ਦਸੰਬਰ ਦੇ ਵਿੱਚ ਹਨਾ, ਆਹ ਦਿਨ ਆ ਗਏ ਪੋਹ ਦੇ, ਬਹੁਤ ਠੰਡ ਹੈ, ਉਹ ਵੀ ਚਾਹੁੰਦੇ ਸੀ ਕਿ ਨਿਕਲ ਜਾਈਏ। ਫਿਰ ਉਹਨਾਂ ਨੇ ਸ਼ਰਾਰਤ ਕੀਤੀ ਹਨਾ, ਜਿਹੜੇ ਹਿੰਦੂ ਸੀ ਉਹਨਾਂ ਨੇ ਕਾਗਜ਼ ਦੇ ਉੱਤੇ ਲਿਖ ਕੇ ਭੇਜਿਆ ਗੁਰੂ ਜੀ ਨੂੰ ਕਿ ਅਸੀਂ ਨਾ, ਸਾਡੀ ਪਵਿੱਤਰ ਹੈ ਗਊ ਮਾਤਾ, ਅਸੀਂ ਗਊ ਮਾਤਾ ਦੀ ਕਸਮ ਖਾਂਦੇ ਆ, ਤੁਸੀਂ ਕਿਲਾ ਛੱਡ ਕੇ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਇਸੇ ਤਰ੍ਹਾਂ ਹੀ ਔਰੰਗਜ਼ੇਬ ਦਾ ਵੀ ਲੈਟਰ ਆਇਆ ਜਿਹਦੇ ਤੇ ਲਿਖਿਆ ਮੈਂ ਕੁਰਾਨ ਦੀ ਕਸਮ ਖਾਨਾ ਆ ਹਨਾ, ਤੇ ਇਨਫੈਕਟ ਕਈ ਜਗ੍ਹਾ ਤੇ ਲਿਖਿਆ ਮਿਲਦਾ ਕਿ ਉਹਨੇ ਕੁਰਾਨ ਹੀ ਭੇਜ ਦਿੱਤੀ ਉੱਤੇ ਲਿਖ ਕੇ। ਸੋ ਜਿਵੇਂ ਵੀ ਆ, ਉਹਨੇ ਆਪਣੇ ਧਰਮ ਗ੍ਰੰਥ ਦੀ ਕਸਮ ਖਾਧੀ ਕਿ ਤੁਸੀਂ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ, ਸੇਫ ਪੈਸੇਜ ਦੇ ਦੇਵਾਂਗੇ, ਤੁਸੀਂ ਇੱਥੋਂ ਨਿਕਲ ਕੇ ਮਾਲਵੇ ਵੱਲ ਚਲੇ ਜਾਓ ਤੇ ਆਨੰਦਪੁਰ ਸਾਹਿਬ ਛੱਡ ਜਾਓ। ਗੱਲ ਆਨੰਦਪੁਰ ਦੇ ਉੱਤੇ ਕਬਜ਼ਾ ਕਰਨ ਦੀ ਨਹੀਂ ਸੀ ਗੁਰੂ ਗੋਬਿੰਦ ਸਿੰਘ, ਅਸੀਂ ਇਹ ਯਾਦ ਰੱਖੀ, ਕਿਤੇ ਸਾਨੂੰ ਇਹ ਲੱਗੇ ਕਿ ਗੁਰੂ ਗੋਬਿੰਦ ਸਿੰਘ ਬੜੇ ਜਿੱਦੀ ਸੀ ਕਿ ਮੈਂ ਤੇ ਆਨੰਦਪੁਰ ਸਾਹਿਬ ਨਹੀਂ ਛੱਡਣਾ ਤੇ ਮੈਂ ਸਿੱਖ ਜਿਹੜੇ ਉਹ ਸ਼ਹੀਦ ਕਰਵਾ ਲੈਣੇ, ਨਹੀਂ, ਗੱਲ ਇਹ ਤੇ ਹੈ ਹੀ ਨਹੀਂ ਸੀ ਹਨਾ। ਉਹ ਤਾਂ ਪਹਿਲਾਂ ਵੀ ਛੱਡਦੇ ਆਏ ਸੀ ਅਲੱਗ-ਅਲੱਗ, ਅੰਮ੍ਰਿਤਸਰ ਵੀ ਛੱਡਿਆ ਸੀ ਤੇ ਕੀਰਤਪੁਰ, ਕਰਤਾਰਪੁਰ ਵੀ ਛੱਡਿਆ, ਕੀਰਤਪੁਰ ਸਭ ਕੁਝ ਛੱਡਿਆ ਸੀ। ਗੱਲ ਇਹ ਸੀ ਕਿ ਜਿੱਦ ਸੀ, ਗੱਲ ਇਹ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਘੇਰਾ ਪਾ ਕੇ ਬੈਠੇ ਇਹਨਾਂ ਦੀਆਂ ਕਸਮਾਂ ਝੂਠੀਆਂ ਨੇ, ਇਹਨਾਂ ਨੇ ਇੱਥੋਂ ਬਾਹਰ ਨਿਕਲਦੇ ਸਾਰਿਆਂ ਤੇ ਹਮਲੇ ਕਰ ਦੇਣੇ ਆ। ਤੇ ਗੁਰੂ ਗੋਬਿੰਦ ਸਿੰਘ ਵਾਜ਼ ਅ ਵਾਰੀਅਰ, ਉਹ ਇੱਕ ਵਾਰੀਅਰ ਸੀ, ਉਹਨਾਂ ਨੂੰ ਵਾਰ ਕਿੱਦਾਂ, ਜੰਗ ਕਿੱਦਾਂ ਲੜੀ ਦੀ ਉਹਨਾਂ ਨੂੰ ਪਤਾ ਸੀ, ਉਹਨਾਂ ਨੂੰ ਚੰਗਾ ਭਲਾ ਪਤਾ ਸੀ। ਇਸ ਕਰਕੇ ਕਈ ਸਿੱਖ ਜਦੋਂ ਘਬਰਾ ਕੇ ਗੁਰੂ ਗੋਬਿੰਦ ਸਿੰਘ ਕੋਲ ਜਾ ਕੇ ਕਹਿੰਦੇ ਸੀ ਨਾ ਕਿ ਉਹਨਾਂ ਨੇ ਤੇ ਕਸਮਾਂ ਖਾਧੀਆਂ, ਆਪਾਂ ਨਿਕਲ ਜਾਂਦੇ ਆ ਤਾਂ ਕੀ ਹੋਇਆ, ਤੇ ਗੁਰੂ ਸਾਹਿਬ ਕਹਿੰਦੇ ਸੀ ਨਹੀਂ ਅਜੇ ਨਹੀਂ ਜਾਣਾ, ਅਜੇ ਨਹੀਂ ਜਾਣਾ,
ਤੇ ਫਿਰ ਕੀ ਹੋਇਆ ਆਪਾਂ ਜਾਣਦੇ ਆ। ਫਿਰ ਉੱਥੇ ਮਹਾ ਸਿੰਘ, ਭਾਈ ਮਹਾ ਸਿੰਘ ਤੇ ਹੋਰ 100 ਜਣੇ ਜਿਹੜੇ ਨੇ ਨਾ, ਉਹ ਆ ਗਏ ਗੁਰੂ ਸਾਹਿਬ ਕੋਲ ਕਿ ਅਸੀਂ ਤੇ ਘਰ ਜਾਣਾ, ਸਾਨੂੰ ਜਾਣ ਦਿਓ, ਹੈਨਾ। ਤੇ ਫਿਰ ਉਹਨਾਂ ਨੇ ਕਿਹਾ ਵਿਦਾਵਾ ਲਿਖ ਦਿਓ। ਜਦੋਂ ਮਾਤਾ ਜੀ ਨੇ ਕਿਹਾ ਤੇ ਫਿਰ 40 ਨੇ ਸਾਈਨ ਕੀਤੇ, ਉਹ ਲਿਖ ਕੇ ਦੇ ਗਏ। ਪਰ ਉਹ 40 ਸੀ, ਇਸ ਕਰਕੇ ਉਹਨਾਂ ਨੇ ਕੁਝ ਨਹੀਂ ਕਿਹਾ। ਉਹਨਾਂ ਨੂੰ ਇਹ ਸੀ ਕਿ ਮੇਨਲੀ ਗੁਰੂ ਗੋਬਿੰਦ ਸਿੰਘ ਤੋਂ ਦਾ ਪਰਿਵਾਰ ਬਾਹਰ ਆਵੇ ਤੇ ਅਸੀਂ ਉਹਨਾਂ ਤੇ ਅਟੈਕ ਕਰੀਏ, ਹਨਾ। ਤੇ ਫਿਰ ਉਹ ਚਲੇ ਗਏ, ਡਰ ਗਏ, ਜਿਹੜੇ ਘਬਰਾ ਗਏ। ਹੁਣ ਇੱਥੇ ਇੱਕ ਗੱਲ ਸਿੱਖਣ ਵਾਲੀ ਹੈ ਇਤਿਹਾਸ, ਆਪਣੇ ਗੁਰੂ ਤੇ ਭਰੋਸਾ ਰੱਖੀ। ਜੇ ਗੁਰੂ ਕਹਿ ਰਿਹਾ ਸੀ ਕਿ ਆਪਾਂ ਇਹ ਥਾਂ ਨਹੀਂ ਛੱਡਣੀ, ਇਹਨਾਂ ਨੇ ਹਾਰ ਜਾਣਾ, ਇਹਨਾਂ ਨੇ ਪਿੱਛੇ ਹਟ ਜਾਣਾ, ਅਸੀਂ ਜਦੋਂ ਸਿਦਕ ਤੋਂ ਹਾਰ ਜਾਂਦੇ ਆ ਫਿਰ ਅਸੀਂ ਉਹਨਾਂ ਬਣ ਜਾਂਦੇ। ਫਿਰ ਅੱਜ ਜਿੰਨੀ ਵਾਰੀ ਇਤਿਹਾਸ ਸੁਣਦੇ ਆ ਤੇ ਸਾਨੂੰ ਯਾਦ ਆਉਂਦਾ ਕਿ ਭਾਈ ਮਹਾ ਸਿੰਘ ਜਿਹੜਾ ਬੇਦਾਵਾ ਲੈ ਕੇ। ਹੁਣ ਬੇਦਾਵਾ ਬੇਟਾ ਕੀ ਹੁੰਦਾ ਪਤਾ? ਬੇਦਾਵਾ ਦਾ ਮਤਲਬ ਕਿ ਤੁਸੀਂ ਸਾਡੇ ਤੇ ਦਾਵਾ ਨਹੀਂ ਕਰ ਸਕਦੇ ਕਿ ਅਸੀਂ ਤੁਹਾਡੇ ਸਿੱਖ ਹਾਂ, ਜਾਂ ਮੈਂ ਦਾਵਾ ਨਹੀਂ ਕਰਾਂਗਾ ਕਿ ਤੂੰ ਮੇਰਾ ਗੁਰੂ ਹੈ, ਤੂੰ ਮੇਰੀ ਰੱਖਿਆ ਨਹੀਂ ਕੀਤੀ। ਹੁਣ ਅਸੀਂ ਰੋਜ਼ ਬੇਦਾਵਾ ਦੇ ਦਿੰਦੇ ਆ ਆਪਣੇ ਗੁਰੂ ਨੂੰ। ਜਦੋਂ ਹੋਣਾ ਚਾਹੀਦਾ, ਠੀਕ, ਮੈਂ ਫੇਰ ਇਹ ਗੱਲ ਨੂੰ ਦੁਹਰਾਉਂਦਾ, ਧਿਆਨ ਰੱਖਿਓ। ਇਹ ਗੱਲ ਬੇਟਾ ਯਾਦ ਰੱਖੋ। ਸਾਡਾ ਗੁਰੂ ਇਸ ਅਨੰਦਪੁਰ ਦੇ ਕਿਲੇ ਸਾਨੂੰ ਕਿੰਨਾ ਕੁਝ ਸਿਖਾਉਂਦਾ ਹੈ। ਜਦੋਂ ਸਾਡੇ ਮੂੰਹ ਤੇ ਇਹ ਗੱਲ ਆਉਂਦੀ ਹੈ ਨਾ ਕਿ ਰੱਬਾ ਏਦਾਂ ਨਹੀਂ ਸੀ ਹੋਣਾ ਚਾਹੀਦਾ, ਆਹ ਕਿਉਂ ਹੋ ਗਿਆ, ਜਾਂ ਅਸੀਂ ਉਦਾਸ ਹੋ ਜਾਂਦੇ ਆ, ਅਸੀਂ ਉਸ ਵੇਲੇ ਬੇਦਾਵਾ ਦੇ ਦਿੰਦੇ ਆ ਗੁਰੂ ਨੂੰ, ਕਿਉਂਕਿ ਸਾਡਾ ਗੁਰੂ ਕਹਿ ਰਿਹਾ ਹੈ ਦੁਖੀ ਨਹੀਂ ਹੋਣਾ, ਉਦਾਸ, ਹਤਾਸ਼, ਨਿਰਾਸ਼ ਨਹੀਂ ਹੋਣਾ, ਡਿਸਅਪਾਇੰਟਮੈਂਟ ਨਹੀਂ ਲੈ ਕੇ ਆਉਣੀ, ਸਗੋਂ ਇਹ ਕਹਿਣਾ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਸੀਂ ਤਾਂ ਆਹ ਸਾਨੂੰ ਗੁਰੂ ਕਹਿ ਰਿਹਾ। ਤੇ ਜੇ ਅਸੀਂ ਗੁਰੂ ਦੀ ਗੱਲ ਨਹੀਂ ਮੰਨ ਕੇ ਉਦਾਸ ਹੁੰਦੇ ਆ, ਸ਼ਿਕਾਇਤਾਂ ਕਰਦੇ ਆ, ਆਹ ਵੀ ਮਾੜਾ ਹੋ ਗਿਆ, ਏਦਾਂ ਵੀ ਮਾੜਾ ਹੋ ਗਿਆ, ਫਿਰ ਅਸੀਂ ਬੇਦਾਵੀ ਹੋ ਜਾਂਦੇ। ਤਾਂ ਅਸੀਂ ਇਹੋ ਜਿਹਾ ਬੇਦਾਵਾ ਨਹੀਂ ਦੇਣਾ, ਰਾਈਟ। ਫਿਰ ਹਿਸਟਰੀ ਸਾਨੂੰ ਮਾਫ ਨਹੀਂ ਕਰਦੀ, ਫਿਰ ਬਾਰ-ਬਾਰ ਕਿਹਾ ਜਾਂਦਾ ਕਿ ਉਹ ਬੇਦਾਵੀ ਹੋ ਗਏ, ਗੁਰੂ ਨੂੰ ਛੱਡ ਗਏ। ਖੈਰ, ਜਦੋਂ ਉਹਨਾਂ ਨੇ ਕਸਮਾਂ ਖਾਧੀਆਂ, ਉਹਦੇ ਬਾਅਦ ਫਿਰ ਉਹ ਵੀ ਨਿਕਲੇ, ਉਹਦੇ ਬਾਅਦ ਜਿਹੜੇ ਸਿੱਖ ਥੋੜੇ ਰਹਿ ਗਏ। ਤੇ ਫਿਰ ਜਦੋਂ ਸਿੰਘਾਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਇਹ ਬੇਨਤੀ ਕੀਤੀ ਤੇ ਇਹ ਕਹਿ ਦਿੱਤਾ ਕਿ ਅਸੀਂ ਇਹ ਮਤਾ ਪਕਾਇਆ ਹੈ, ਇਹ ਮਤਾ ਪਾਸ ਕੀਤਾ ਹੈ 5 ਪਿਆਰਿਆਂ ਨੇ ਰਲ ਕੇ ਕਿ ਸਾਨੂੰ ਇੱਥੋਂ ਜਾਣਾ ਚਾਹੀਦਾ। ਤੇ ਫਿਰ ਉਹਨਾਂ ਦੇ ਜੋ ਕਿ ਗੁਰੂ ਸਾਹਿਬ ਨੇ ਆਪ ਵਿਸਾਖੀ ਵਾਲੇ ਦਿਨ 1699 ਵਿੱਚ ਇਹ ਇੰਸਟੀਟਿਊਸ਼ਨ ਬਣਾਇਆ ਸੀ, 5 ਪਿਆਰੇ ਜਾਂ ਖਾਲਸਾ, ਜਿਹਨੂੰ ਅਸੀਂ ਕਹਿੰਦੇ ਆ ਪੰਚਾਇਤ, ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਸਾਡਾ ਪੰਥ ਹੈ। ਤਾਂ ਪੰਥ ਖਾਲਸੇ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਨੇ ਡਿਸਾਈਡ ਕੀਤਾ ਕਿ ਚਲੋ ਠੀਕ ਹੈ, ਆਪਾਂ ਚਲੇ ਜਾਂਦੇ ਹਾਂ। ਆਪਣਾ ਮਨ ਉਹਨਾਂ ਦਾ ਨਹੀਂ ਸੀ ਕਿ ਅਸੀਂ ਜਾਈਏ, ਹਨਾ। ਪਰ ਫਿਰ ਵੀ ਹੁਣ ਸਿੱਖ ਜਿਹੜੇ ਨੇ ਉਹ 5 ਪਿਆਰੇ ਰੂਪ ਵਿੱਚ ਆ ਕੇ ਜਦੋਂ ਹੁਕਮ ਕਰਦੇ ਨੇ ਤੇ ਉਹ ਗੁਰੂ ਦਾ ਹੁਕਮ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇਹੋ ਜਿਹਾ ਇੱਕ ਸਿਸਟਮ ਬਣਾ ਦਿੱਤਾ ਸੀ। ਤਾਂ ਫਿਰ ਉਸ ਦਿਨ ਰਾਤ ਨੂੰ 20 ਦਸੰਬਰ ਅਸੀਂ ਕਹਿੰਦੇ ਹਾਂ, 20 ਦਸੰਬਰ 1704, ਉਸ ਰਾਤ ਨੂੰ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੇ ਫਿਰ ਵੀ ਬੜੇ ਸਿਸਟਮੈਟਿਕਲੀ ਉੱਥੋਂ ਉਹ ਕਿਲਾ ਛੱਡ ਕੇ ਨਿਕਲੇ ਕਿ ਕਿਸ ਤਰ੍ਹਾਂ ਅੱਗੇ ਇੱਕ ਟੁਕੜੀ ਜਾਵੇਗੀ ਜਿਹਦੇ ਵਿੱਚ ਹਥਿਆਰਬੰਦ ਜਿਹੜੇ ਸੈਨਿਕ, ਜਿਹੜੇ ਸਿੰਘ ਨੇ ਉਹ ਹੋਣਗੇ, ਜਿਨ੍ਹਾਂ ਸਾਹਿਬਜ਼ਾਦੇ ਵੱਡੇ ਹੋਣਗੇ। ਉਸ ਤੋਂ ਪਿੱਛੇ ਜਿਹੜੀ ਹੈ ਇੱਕ ਟੁਕੜੀ ਜਿਹੜੀ ਹੈ, ਇੱਕ ਹਿੱਸਾ ਹੋ ਜਾਏਗਾ ਜਿਹਦੇ ਚ ਬੀਬੀਆਂ ਹੋਣਗੀਆਂ ਤੇ ਬਜ਼ੁਰਗ ਹੋਣਗੇ, ਜਿਹਦੇ ਚ ਗੁਰੂ ਕੇ ਮਹਿਲ ਹੋਣਗੇ, ਮਾਤਾ ਸਾਹਿਬ ਕੌਰ ਵਗੈਰਾ ਸਾਰੇ, ਤੇ ਉਹ ਉਹਨਾਂ ਦੇ ਨਾਲ ਵੀ ਥੋੜੇ ਜਿਹੇ ਸਿੰਘ ਹੋਣਗੇ। ਤੇ ਉਹਦੇ ਬਾਅਦ ਫਿਰ ਅਖੀਰ ਚ ਇੱਕ ਹੋਰ ਗਰੁੱਪ ਗੁਰੂ ਗੋਬਿੰਦ ਸਿੰਘ ਆਪ ਉਹਦੇ ਚ ਜਾਣਗੇ, ਤਾਂ ਕਿ ਪਿੱਛੋਂ ਵੀ ਧਿਆਨ ਰੱਖਣਾ ਕੋਈ ਪਿੱਛੋਂ ਅਟੈਕ ਕਰਦਾ ਹੈ। ਤੇ ਇਸ ਤਰ੍ਹਾਂ ਫਿਰ ਉੱਥੋਂ ਉਸ ਰਾਤ ਨੂੰ ਉਹ ਕਿਲਾ ਛੱਡ ਕੇ ਨਿਕਲੇ ਤੇ ਸਰਸਾ ਤੇ ਪੁੱਜਦੇ ਆ, ਜਿਹੜਾ ਤੁਸੀਂ ਕੱਲ ਇਤਿਹਾਸ ਅੱਗੇ ਸੁਣਿਓ। ਫਿਰ ਸਰਸਾ ਤੋਂ ਬਾਅਦ ਕੀ ਹੁੰਦਾ ਹੈ ਅਸੀਂ ਜਾਣਦੇ ਹਾਂ। ਸਰਸਾ ਉਸ ਵੇਲੇ ਪੂਰਾ ਉਫਾਨ ਤੇ ਸੀ, ਸਰਦੀਆਂ ਦੇ ਦਿਨ, ਪਾਣੀ ਠੰਡਾ ਤੇ ਬਹੁਤ ਸਾਰਾ ਪਾਣੀ ਸਰਸਾ ਦੇ ਵਿੱਚ। ਉੱਥੇ ਕਿਵੇਂ ਪਰਿਵਾਰ ਵਿਛੋੜਾ ਹੁੰਦਾ ਤੇ ਉਹ ਕਿਵੇਂ ਵਿਛੜਦਾ। ਅੱਜ ਦੇ ਦਿਨ ਲਈ ਜੋ ਆਪਾਂ ਇਤਿਹਾਸ ਸੁਣਿਆ, ਇਹਨਾਂ ਤੋਂ ਜਿਹੜੀਆਂ ਚੀਜ਼ਾਂ ਸਿੱਖੀਆਂ ਮੈਂ ਉਹਨਾਂ ਨੂੰ ਫੇਰ ਰਿਪੀਟ ਕਰਦਾ ਹਾਂ। ਪਹਿਲੀ ਗੱਲ, ਅਸੀਂ ਕਿਸੇ ਥਾਂ ਦੇ ਨਾਲ ਮੋਹ ਨਹੀਂ ਪਾਉਂਦੇ। ਸਾਡੇ ਗੁਰੂ ਨੇ ਕੋਈ ਤੀਰਥ ਨਹੀਂ ਬਣਾਇਆ ਕਿ ਇਹ ਮੇਰਾ ਥਾਂ ਆ ਤੇ ਹੋਰ ਕੋਈ ਥਾਂ ਜਿਹੜਾ ਆ ਉਹ ਮੇਰਾ ਨਹੀਂ, ਰਾਈਟ। ਇਸ ਕਰਕੇ ਕਿਤੇ ਇਹ ਨਹੀਂ ਸੋਚਣਾ ਕਿ ਕਿਸੇ ਥਾਂ ਵਾਸਤੇ ਗੁਰੂ ਨੇ ਲੜਾਈ ਕੀਤੀ, ਕਦੀ ਵੀ ਨਹੀਂ ਕੀਤੀ। ਸਗੋਂ ਜਿੱਥੇ ਝਗੜੇ ਪਏ ਉਹ ਥਾਂ ਛੱਡ ਦਿੱਤਾ, ਬੁਜ਼ਦਿਲ ਬਣ ਕੇ ਨਹੀਂ ਕਿ ਝਗੜਾ ਨਾ ਹੋਵੇ ਇਸ ਕਰਕੇ ਛੱਡਿਆ। ਆਨੰਦਪੁਰ ਸਾਹਿਬ ਇਸ ਕਰਕੇ ਟਿਕੇ ਹੋਏ ਸੀ ਕਿ ਉਹ ਉੱਥੇ ਹੋਰ ਮਸਲਾ ਸੀ। ਉੱਥੇ ਜਿਹੜੇ ਉਹ ਆ ਕੇ ਘੇਰਾ ਪਾ ਕੇ ਬੈਠੇ ਸੀ, ਉਹ ਕਿਸੇ ਹੋਰ ਲੜਾਈ ਨਾਲ ਆ ਗਏ। ਉੱਥੇ ਕੋਈ ਇਹ ਮਸਲਾ ਨਹੀਂ ਸੀ ਕਿ ਆਪਣਿਆਂ ਦੀ ਲੜਾਈ ਨਹੀਂ ਸੀ ਹੈਗੀ ਕਿ ਇੱਥੋਂ ਅਸੀਂ ਜਾਈਏ ਤੇ ਖਰੇ ਸਾਡੇ ਆਪਣੇ ਜਿਹੜੇ ਉਹ ਐਵੇਂ ਕਲੇਸ਼ ਕਰਨਗੇ।
ਤੇ ਦੂਜੀ ਗੱਲ, ਜਿਹੜਾ ਪਹਾੜੀ ਰਾਜਿਆਂ ਦੇ ਮਨ ਵਿੱਚ ਡਰ ਸੀ ਉਹ ਝੂਠ ਸੀ। ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਤੇ ਅਟੈਕ ਕਰਨਗੇ, ਸਾਡਾ ਫਿਰ ਰਾਜ ਲੈ ਲੈਣਗੇ। ਗੁਰੂ ਸਾਹਿਬ ਦੀ ਐਸੀ ਕੋਈ ਮਨੋਕਾਮਨਾ, ਕੋਈ ਇੱਛਾ ਕਦੀ ਵੀ ਨਹੀਂ ਰਹੀ। ਉਸ ਨੂੰ ਭਲਾ ਕਰਦੇ ਪਏ ਸੀ। ਦੁਸ਼ਮਣੀ ਉਹ ਕਿਉਂ ਪਾਲ ਰਹੇ ਸੀ ਉਹ ਲੋਕ? ਕਿਉਂਕਿ ਗੁਰੂ ਸਾਹਿਬ ਚੰਗੇ ਕੰਮ ਕਰ ਰਹੇ ਸੀ। ਉਹ ਲੋਕਾਂ ਦੀ ਹੈਲਪ ਕਰ ਰਹੇ ਸੀ, ਗਰੀਬਾਂ ਦੀ ਮਦਦ ਕਰ ਰਹੇ ਸੀ, ਜਿਨ੍ਹਾਂ ਨਾਲ ਜ਼ੁਲਮ ਹੋ ਰਿਹਾ ਸੀ ਉਹਨਾਂ ਦੀ ਹੈਲਪ ਕਰਦੇ ਸੀ, ਉਹਨਾਂ ਨੂੰ ਨਿਆਂ, ਉਹਨਾਂ ਨੂੰ ਇਨਸਾਫ, ਜਸਟਿਸ ਦਿਵਾਉਂਦੇ ਸੀ। ਇਸ ਕਰਕੇ ਉਹਨਾਂ ਦੇ ਦੁਸ਼ਮਣ ਬਣਦੇ ਜਾ ਰਹੇ ਸੀ, ਹਿੰਦੂ ਰਾਜੇ ਵੀ, ਵਜ਼ੀਰ ਖਾਨ ਵੀ, ਤੇ ਇਸੇ ਤਰ੍ਹਾਂ ਔਰੰਗਜ਼ੇਬ ਜੋ ਮੁਗਲ ਐਮਪਰਰ ਸੀ ਉਹ ਵੀ। ਤੀਸਰੀ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਯਾਦ ਰੱਖਣੀ ਹੈ ਉਹ ਇਹ ਹੈ ਕਿ ਸਾਡੀ ਜ਼ਿੰਦਗੀ ਵਿੱਚ ਆਨੰਦਪੁਰ ਸਾਹਿਬ ਆਉਂਦਾ ਹੈ ਜਿੱਥੇ ਸਭ ਕੁਝ ਹੁੰਦਾ ਹੈ, ਪਰ ਇਸੇ ਜ਼ਿੰਦਗੀ ਵਿੱਚ ਘੇਰੇ ਵੀ ਪੈਂਦੇ ਨੇ। ਲਿਟਰਲੀ ਨਹੀਂ, ਲਿਟਰਲੀ ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਆਨੰਦਪੁਰ ਸਾਹਿਬ ਰਹਿ ਰਹੇ ਹਾਂ ਤਾਂ ਉਹਦੇ ਬਾਅਦ ਘੇਰਾ ਪੈ ਗਿਆ, ਪਰ ਜਿਹੜੀ ਵੀ ਛੋਟੀ ਤੋਂ ਛੋਟੀ ਦੁੱਖ ਜਾਂ ਕੋਈ ਪ੍ਰੋਬਲਮ ਤੁਹਾਡੀ ਲਾਈਫ ਵਿੱਚ ਆਉਂਦੀ ਹੈ, ਉਹਨੂੰ ਯਾਦ ਰੱਖਿਓ ਕਿ ਸਾਡੇ ਗੁਰੂ ਨੇ ਸਿਖਾਇਆ ਹੈ ਕਿ ਲਾਈਫ 'ਚ ਇਹੋ ਜਿਹੇ ਛੋਟੇ ਤੇ ਵੱਡੇ ਘੇਰੇ ਪੈਂਦੇ ਰਹਿੰਦੇ ਨੇ। ਚਮਕੌਰ ਵੀ ਆਏਗੀ, ਸਰਹੰਦ ਵੀ ਆਏਗੀ, ਆਨੰਦਪੁਰ ਦਾ ਘੇਰਾ ਵੀ ਆਏਗਾ। ਟਾਈਮ ਲੱਗ ਜਾਂਦਾ ਪਰ ਹਰ ਚੀਜ਼ ਹੱਲ ਹੋ ਜਾਂਦੀ ਹੈ। ਅਸੀਂ ਆਪਣੇ ਗੁਰੂ ਤੇ ਭਰੋਸਾ ਰੱਖਣਾ, ਸਿੱਧਕ ਰੱਖਣਾ। ਜੇ ਅਸੀਂ ਗੁਰੂ ਦੀ ਗੱਲ ਮੰਨਦੇ ਰਹਾਂਗੇ, ਸਦਾ ਸੁਖੀ ਰਹਾਂਗੇ, ਤੇ ਕਦੀ ਤੱਤੀ ਵਾਓ ਜਿਹੜੀ ਹੈ ਉਹ ਨਹੀਂ ਲੱਗੇਗੀ। ਮੈਂ ਅੱਜ ਇੱਥੇ ਹੀ ਸਮਾਪਤੀ ਕਰਦਾ ਹਾਂ, ਮੇਰਾ ਟਾਈਮ ਹੋ ਚੁੱਕਿਆ, 1 ਮਿੰਟ ਉੱਪਰ ਹੋ ਗਿਆ। ਤੇ ਜੇ ਕੋਈ ਸਵਾਲ, ਕੋਈ ਕੁਐਸਚਨ ਜਾਂ ਕੋਈ ਸਜੈਸ਼ਨਸ ਨੇ ਉਹ ਤੁਸੀਂ ਜ਼ਰੂਰ ਦੱਸਿਓ। ਮੇਰੇ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਣਗੀਆਂ, ਮੈਂ ਕਈ ਵਾਰੀ ਪੰਜਾਬੀ ਪ੍ਰੋਪਰਲੀ ਨਹੀਂ ਬੋਲ ਪਾਉਂਦਾ। ਤੁਸੀਂ ਸਾਰੇ ਬੜੇ ਪਿਆਰੇ ਹੋ, ਬਹੁਤ ਸੋਹਣੀ ਪੰਜਾਬੀ ਵੀ ਬੋਲਦੇ ਹੋ ਔਰ ਬੜੀ ਮਿਹਨਤ ਨਾਲ ਪੜ੍ਹਾਈ ਕਰ ਰਹੇ ਹੋ। ਗੁਰੂ ਬੜੀ ਕਿਰਪਾ ਕਰੇ। ਤੇ ਬੇਟਾ ਇੱਕੋ ਹੀ ਮੇਰੀ ਅਰਦਾਸ ਤੇ ਇੱਕੋ ਹੀ ਤੁਹਾਡੇ ਚਰਨਾਂ ਸਾਰਿਆਂ ਦੀ ਬੇਨਤੀ ਵੀ ਹੈ ਕਿ ਗੁਰਬਾਣੀ ਦਾ ਲੜ ਫੜ ਕੇ ਜੇ ਗੁਰਬਾਣੀ ਚੋਂ ਸਿੱਖਿਆ ਲੈ ਲੈਂਦੇ ਹੋ, ਕਦੀ ਦੁੱਖ ਆ ਹੀ ਨਹੀਂ ਸਕਦਾ। ਬਾਹਰੋਂ ਬਹੁਤ ਕੁਝ ਆਉਂਦਾ ਹੈ ਪਰ ਤੁਸੀਂ ਦੁਖੀ ਨਹੀਂ ਹੋਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਦਾ ਜੋ ਬਿਰਤਾਂਤ ਬੱਚਿਆਂ ਨਾਲ ਸਾਂਝਾ ਕੀਤਾ ਹੈ। ਬੱਚਿਆਂ ਨੂੰ ਇਤਿਹਾਸ ਜਿਹੜਾ ਸਮਝ 'ਚ ਆ ਗਿਆ ਹੋਣਾ, ਤੇ ਉਹਨਾਂ ਨੇ ਆਪ ਜਿਹੜੇ ਨੋਟਸ ਨੇਗੇ ਉਹ ਆਪ ਤਿਆਰ ਵੀ ਕਰ ਲਏ ਹੋਣਗੇ। ਸੋ ਜਿਨ੍ਹਾਂ ਬੱਚਿਆਂ ਨੇ ਵੀਰ ਜੀ ਤੋਂ ਗਿਆਨ ਸਮਝ ਕੇ ਉਹਨਾਂ ਦੇ ਵਿੱਚੋਂ ਸਵਾਲ ਜਵਾਬ ਕਰਨੇ ਆ, ਤੇ ਅੱਜ ਦੇ ਜਿਹੜਾ ਇਤਿਹਾਸ ਹੈਗਾ, ਜੋ ਅੱਜ ਦਾ ਸਾਡਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ, ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਜੋ ਵੀਰ ਜੀ ਨੇ ਵਿਚਾਰਾਂ ਕੀਤੀਆਂ ਨੇ, ਤੇ ਉਸ ਨਾਲ ਸੰਬੰਧਿਤ ਜਿਹੜੇ ਬੱਚੇ ਆਪਣੇ ਸਵਾਲ ਪੁੱਛਣਾ ਚਾਹੁੰਦੇ ਆ ਵੀਰ ਜੀ ਦੇ ਕੋਲੋਂ, ਤੇ ਉਹ ਆਪਣੇ ਹੈਂਡ ਰੇਜ਼ ਕਰਨਗੇ ਜੀ। ਤੇ ਸਭ ਤੋਂ ਪਹਿਲਾਂ 16117 ਜਸਮੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਮੇਰੀ ਆਵਾਜ਼ ਆ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ। ਸਰ ਮੇਰਾ ਕੁਐਸਚਨ ਹੈ ਕਿ ਸਰ ਨੇ ਦੋਜ਼ ਵਾਲਾ ਕਿਹਾ ਸੀ, ਉਹ ਦੁਬਾਰਾ ਆਵਾਜ਼ ਨਹੀਂ ਆਈ ਬੇਟਾ ਜੀ। ਮੇਰਾ ਕੁਐਸਚਨ ਹੈ ਵੀ ਸਰ ਨੇ, ਹਾਂਜੀ ਹਾਂਜੀ ਵਾਹਿਗੁਰੂ, ਮੇਰਾ ਕੁਐਸਚਨ ਹੈ ਜੇ ਸਰ ਨੇ ਦੋਜ਼ ਵਾਲਾ ਇੰਗਲਿਸ਼ ਵਿੱਚ ਕਿਹਾ ਸੀ, ਉਹ ਦੁਬਾਰਾ ਦੱਸਣਾ। ਓਕੇ, ਲਿਖੋ। ਮੈਂ ਬੋਲਦਾ ਹਾਂ। Those who fail to heed, those who fail to heed, HEED, heed the lessons of history, those who fail to heed the lessons of history are doomed, DOOMED, doomed to repeat it. Doomed to repeat it. Those who fail to heed the lessons of history are doomed to repeat it. ठीक है जी? ਸਰ ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। EPP ਨੰਬਰ 13505 ਮੋਗੇ ਤੋਂ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਕਿਹਾ ਕਿ ਅਸੀਂ ਕੰਪਲੇਂਟ ਨਹੀਂ ਕਰਨੀ ਤੇ ਬਲੇਮ ਨਹੀਂ ਕਰਨਾ ਜੀ, ਤੇ ਸਰ ਉਹ ਮਤਲਬ ਫਿਰ ਵੀ ਹੋ ਜਾਂਦਾ ਬਲੇਮ, ਅਸੀਂ ਫਿਰ ਵੀ ਕਰ ਦਿੰਦੇ, ਤੇ ਉਹ ਕਿਵੇਂ ਮਤਲਬ ਹਟਾਂਗੇ ਅਸੀਂ ਬਲੇਮ ਕਰਨਾ? ਹਾਂ, ਵੈਰੀ ਗੁੱਡ ਬੇਟਾ। ਸਾਡੀ ਹੈਬਿਟ ਹੈ ਨੈਚੁਰਲੀ, ਅਸੀਂ ਨਾ ਬਚਪਨ ਤੋਂ ਹੀ ਐਸੇ ਹੋ ਚੁੱਕੇ ਕਿ ਸਾਨੂੰ ਨਾ ਰੋਣ ਦੀ ਆਦਤ ਹੈ। ਝੱਟ ਅਸੀਂ ਰੋ ਪੈਂਦੇ, ਆ ਵੀ ਨਹੀਂ ਮਿਲਿਆ, ਏਦਾਂ ਨਹੀਂ ਮਿਲਿਆ, ਹੋ ਗਿਆ ਹਨਾ। ਸੋ ਇਹ ਆਦਤਾਂ ਹੁੰਦੀਆਂ ਨੇ, ਹੈਬਿਟਸ ਹੁੰਦੀਆਂ ਹਨਾ। ਔਰ ਇਹ ਸਿਰਫ ਤੁਹਾਡੇ ਚ ਨਹੀਂ, ਤੁਸੀਂ ਛੋਟੇ ਹੋ ਵੱਡੇ ਹੋ,
ਅਸੀਂ ਐਂਡ ਤੱਕ ਜਾਂਦੇ ਜਾਂਦੇ ਸਾਡੇ 'ਚ ਇਹ ਆਦਤ ਰਹਿੰਦੀ ਹੈ। ਹੁਣ ਨਾ ਤੁਸੀਂ ਇੱਕ ਪੰਕਤੀ ਪੜ੍ਹਦੇ ਹੋ ਨਾ ਜਪਜੀ ਸਾਹਿਬ ਦੇ ਵਿੱਚ, ਪਿੱਛੇ ਘੜੀ ਹੈ ਸੁਰਤ ਮਤ ਮਨ ਬੁੱਧ, ਹਨਾ। ਘੜੀਏ ਕੀ ਹੁੰਦਾ, ਪੱਥਰ ਨੂੰ ਘੜਦੇ ਆ ਨਾ, ਏਦਾਂ ਤੋੜ ਤੋੜ ਕੇ ਘੜ ਕੇ ਉਹਦੀ ਮੂਰਤੀ ਬਣਾਉਂਦੇ ਆ, ਹਨਾ। ਮਿਹਨਤ ਲੱਗਦੀ ਹੈ ਉਹਦੇ ਵਿੱਚ, ਹਾਰਡ ਵਰਕ ਲੱਗਦਾ। ਗੁਰੂ ਨਾਨਕ ਤਾਂ ਹੀ ਕਹਿੰਦੇ ਨਾ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਹਨਾ। ਮਸ਼ੱਕਤ ਹੁੰਦੀ ਹੈ ਹਾਰਡ ਵਰਕ। ਸੋ ਇਟਸ ਹਾਰਡ ਵਰਕ ਟੂ ਚੇਂਜ योर हैबिट्स, ਆਪਣੀ ਹੈਬਿਟਸ ਨੂੰ ਬਦਲਣਾ, ਥੈਂਕਫੁਲ ਹੋਣਾ ਹਰ ਚੀਜ਼ ਵਿੱਚ। ਵਾਹਿਗੁਰੂ ਤੇਰਾ ਸ਼ੁਕਰ ਹੈ ਕਹਿਣਾ ਮੁਸ਼ਕਿਲ ਹੈਗਾ, ਹਨਾ, ਪਰ ਕਰਨਾ ਚਾਹੀਦਾ ਹੈ, ਹਨਾ। ਇਸੇ ਕਰਕੇ ਅਸੀਂ ਡੇਲੀ ਪਾਠ ਕਰਦੇ ਹਾਂ, ਤਾਂ ਕਿ ਸਾਨੂੰ ਇਹ ਆਵੇ ਕਿ ਅਸੀਂ ਕੰਪਲੇਨ ਨਹੀਂ ਕਰਨੀ। ਸਵੇਰੇ ਵੀ ਪੜ੍ਹਦੇ ਹਾਂ ਅਸੀਂ, ਜੋ ਤੁਧ ਭਾਵੇ ਸਾਈ ਭਲੀ ਕਰ, ਰਾਤ ਨੂੰ ਵੀ ਅਸੀਂ ਪੜ੍ਹਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ, ਇਹੀ ਪੜ੍ਹਦੇ ਹਾਂ। ਕਾਹੇ ਰੇ ਮਨ ਚਿਤ ਮੈਂ ਉਦਮ ਜਾ, ਤੂੰ ਉਦਮ ਤੂੰ ਕੰਪਲੇਂਟ ਤੂੰ ਸ਼ਿਕਾਇਤਾਂ ਤੂੰ ਰੋਣ ਧੋਣ ਨਾ ਕਰ, ਜਾਂ ਆਹਰ ਹਰ ਜੀਓ ਭਰਿਆ, ਹਰੀ ਹੈਗਾ, ਹਨਾ। ਤੋ ਇਹ ਸਾਨੂੰ ਹਰ ਵੇਲੇ ਅਸੀਂ ਬਾਣੀ ਇਸੇ ਕਰਕੇ ਪੜ੍ਹਦੇ ਹਾਂ, so that we can change ਜਿਹੜਾ ਇੰਟਰਨਲ ਬਿਹੇਵੀਅਰ ਸਾਡਾ ਬਣ ਗਿਆ, ਹੈਬਿਟਸ ਬਣ ਗਈਆਂ ਨਾ ਰੋਣ ਦੀਆਂ, ਕੰਪਲੇਨ ਕਰਨ ਦੀਆਂ ਹੈਗੀਆਂ ਨੇ। ਤਾਂ ਅਸੀਂ ਜਦੋਂ ਵੀ ਆਪਣੇ ਆਪ ਨੂੰ ਅਸੀਂ ਦੇਖ ਲੈਣਾ ਕਿ ਕਿੱਥੇ ਅਸੀਂ ਇਹੋ ਜਿਹਾ ਕੰਮ ਕਰਨ ਲੱਗੇ, ਸ਼ਿਕਾਇਤ ਕਰਨ ਲੱਗੇ, ਰੱਬਾ ਤੂੰ ਮਾੜਾ ਕਰ ਦਿੱਤਾ, ਏਦਾਂ ਨਹੀਂ ਸੀ ਹੋਣਾ ਚਾਹੀਦਾ, ਜਾਂ ਡਿਮਾਂਡ ਕਰਨ ਲੱਗੇ ਵਾਹਿਗੁਰੂ ਜੀ ਆਹ ਕਰ ਦਿਓ। ਅੱਛਾ, ਮੈਂ ਤੁਹਾਨੂੰ ਨਾ ਟਾਈਮ ਹੋ ਜਾਣਾ, ਪਰ ਮੈਂ ਤੁਹਾਨੂੰ ਇੱਕ ਤੁਕ ਦੱਸਦਾ, ਤੁਸੀਂ ਲਾਈਨ ਲਿਖ ਲਿਓ, ਬਾਅਦ ਚ ਗੁਰਬਾਣੀ ਚੋਂ ਸਰਚ ਕਰਕੇ ਸ਼ਬਦ ਲੱਭ ਲਿਓ। ਗੁਰੂ ਨਾਨਕ ਸਾਹਿਬ ਦਾ ਸ਼ਬਦ ਆ ਬੜਾ ਹੀ ਸੋਹਣਾ, ਪਤਾ ਕੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜਾ ਤੁਸੀਂ ਕਹਿੰਦੇ ਕਿ ਮੈਨੂੰ ਦੁੱਖ ਨਾ ਆਵੇ ਸੁੱਖ ਆ ਜਾਵੇ, ਹਨਾ, ਇਹ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ ਕਿ ਦੁੱਖ ਚਲਾ ਜਾਵੇ ਸੁੱਖ ਆ ਜਾਵੇ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਐ ਸੁੱਖ। ਝਖਣਾ ਹੁੰਦਾ ਵੇਸਟ, ਹਨਾ, ਫਾਲਤੂ। ਇਹ ਤੁਸੀਂ ਆਪਣੀ એનર્ਜੀ ਵੇਸਟ ਕਰਦੇ ਜਦੋਂ ਕਹਿੰਦੇ ਹੋ ਕਿ ਦੁੱਖ ਨਾ ਆਵੇ ਸੁੱਖ ਆ ਜਾਵੇ, ਹਨਾ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਹਨਾ। ਸੁੱਖ ਤੇ ਦੁੱਖ ਜਿਹੜੇ ਕੱਪੜਿਆਂ ਵਾਂਗ ਹੁੰਦੇ ਆ, ਇਹ ਬਦਲਣੇ ਪੈਂਦੇ ਆ। ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਇਹ ਮਸਲਾ ਹੀ ਨਹੀਂ ਆ ਬੋਲਣ ਦਾ। ਇਸ ਕਰਕੇ ਜਦੋਂ ਕੰਪਲੇਨ ਕਰਨ ਦਾ ਮਨ ਕਰੇ ਤੇ ਉਸ ਵੇਲੇ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਗੱਲ ਚੇਤੇ ਕਰਾ ਲੈਣੀ। ਸਕਰੀਨ ਦੇ ਉੱਤੇ ਆ ਗਿਆ, ਨਾਨਕ ਬੋਲਣ ਝਖਣਾ। ਵਿਅਰਥ ਹੈ ਜਦੋਂ ਅਸੀਂ ਦੁੱਖ ਦੇ ਪਿੱਛੇ ਰੋਂਦੇ ਜਾਂ ਕੰਪਲੇਂਟ ਕਰਦੇ ਆ, ਤੇ ਜਾਂ ਇਹ ਡਿਜ਼ਾਇਰ ਕਰਦੇ ਆ ਕਿ ਸੁੱਖ ਆਵੇ। ਤਾਂ ਸੁੱਖ ਦੁੱਖ ਬੇਟਾ ਬਾਹਰੋਂ ਆਉਂਦੇ ਜਾਂਦੇ ਰਹਿੰਦੇ ਨੇ। ਸਾਡੇ ਮਨ ਦੇ ਵਿੱਚ ਇੱਕ ਆਨੰਦ ਬਣਿਆ ਰਹੇ, ਉਹ ਬਣਦਾ ਹੈ ਗੁਰੂ ਦਾ ਇਤਿਹਾਸ ਸੁਣ ਕੇ, ਗੁਰੂ ਦੀ ਬਾਣੀ ਸੁਣ ਕੇ, ਹਨਾ। ਇਹਦੇ ਲਈ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ, ਆਪਣੀਆਂ ਆਦਤਾਂ ਅਸੀਂ ਸੁਧਾਰ ਸਕਦੇ ਹਾਂ। ਅਸੀਂ ਸਾਰੇ ਇਸ ਆਦਤ ਤੋਂ ਪੀੜਤ ਹੈ ਕਿ ਝਾਟੀ ਸਾਡੀਆਂ ਅੱਖਾਂ 'ਚ ਆ ਜਾਂਦਾ ਕਿ ਨਹੀਂ ਏਦਾਂ ਨਹੀਂ ਏਦਾਂ ਹੋਣਾ ਚਾਹੀਦਾ। ਥੈਂਕ ਯੂ ਫॉर दैट ਬਿਊਟੀਫੁਲ ਕੁਐਸਚਨ। ਹੋਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਮੇਰਾ ਕੁਐਸਚਨ ਸੀ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਇਸ ਤਰ੍ਹਾਂ ਜਗ੍ਹਾ ਜਿੱਤਣ ਦੀ ਕੋਈ ਹਮਲਾ ਨਹੀਂ ਕੀਤਾ, ਕੋਈ ਯੁੱਧ ਨਹੀਂ ਕੀਤਾ, ਪਰ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਕਈ ਏਦਾਂ ਸੂਬਿਆਂ ਤੇ ਜਾਂ ਕਹਿ ਸਕਦੇ ਇਲਾਕਿਆਂ ਤੇ ਕਬਜ਼ਾ ਕੀਤਾ, ਉਹ ਕਿਉਂ? ਹਾਂ, ਵੈਸੇ ਤਾਂ ਅੱਜ ਦਾ ਟੌਪਿਕ ਅਸੀਂ ਗੁਰੂ ਗੋਬਿੰਦ ਸਿੰਘ ਤੇ ਜਿਹੜੇ ਸ਼ਹੀਦ ਸਾਹਿਬਜ਼ਾਦਿਆਂ ਦੀ ਗੱਲ ਕਰ ਰਹੇ ਹਾਂ, ਪਰ ਮੈਂ ਫਿਰ ਇੱਕੋ ਗੱਲ ਕਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਰਾਜਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਹਨਾ। ਮਹਾਰਾਜਾ ਰਣਜੀਤ ਸਿੰਘ ਸਾਡੇ ਗੁਰੂ ਨਹੀਂ ਹੈ। ਉਹਨਾਂ ਨੇ ਇੱਕ ਸਿੱਖ ਕਿੰਗਡਮ, ਸਿੱਖ ਇੰਪਾਇਰ ਜਿਹੜਾ ਐਸਟੈਬਲਿਸ਼ ਕੀਤਾ, ਪਰ ਰਾਜਾ ਬੇਟਾ ਰਾਜਾ ਹੀ ਹੁੰਦਾ ਆ। ਤਾਂ ਮੈਂ ਨਹੀਂ ਚਾਹੁੰਦਾ ਕਿ ਅਸੀਂ ਉਸ ਬਾਰੇ ਬਹੁਤਾ ਜ਼ਿਆਦਾ ਡਿਟੇਲਸ ਜਾਈਏ। ਇੱਕ ਰਾਜਾ ਸੀ, ਇੱਕ ਕਿੰਗ ਸੀ, ਇੱਕ ਐਮਪਰਰ ਸੀ। ਜੋ ਇੱਕ ਐਮਪਰਰ ਨੂੰ ਕਰਨਾ ਪੈਂਦਾ ਉਹ ਕਰ ਰਹੇ ਸੀ। ਉਹਨਾਂ ਨੇ ਲੜਾਈਆਂ ਕੀਤੀਆਂ, ਜਗ੍ਹਾ ਤੇ ਕਬਜ਼ਾ ਕਰਨ ਲਈ ਵੀ ਸਭ ਕੁਝ ਕੀਤਾ ਹੋਏਗਾ। ਉਹਨਾਂ ਨੇ ਚੰਗੇ ਕੰਮ ਵੀ ਕੀਤੇ ਹੋਣਗੇ, ਬਹੁਤ ਸਾਰੇ ਦੁਨੀਆ ਦੇ ਰਾਜੇ ਕਰਦੇ ਨੇ। ਪਰ ਸਾਡਾ ਜਿਹੜੇ ਗੁਰੂ ਦਾ ਇਤਿਹਾਸ ਅਸੀਂ ਸੁਣ ਰਹੇ ਹਾਂ, ਜਿਹੜਾ ਰਾਜਿਆਂ ਦਾ ਰਾਜਾ, ਪਾਤਸ਼ਾਹਾਂ ਦਾ ਪਾਤਸ਼ਾਹ, ਉਹ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਅਸੀਂ ਸਿਰਫ ਜ਼ਮੀਨ ਪਿੱਛੇ ਕਿਤੇ ਝਗੜੇ ਕਰਕੇ ਤੇ ਬਹੁਤ ਕਿਤੇ ਰਾਜੇ ਬਣ ਕੇ ਕਰ ਲਾਂਗੇ। ਸਾਡਾ ਗੁਰੂ ਤਾਂ ਸਾਨੂੰ ਸਿਖਾ ਰਿਹਾ ਕੋ ਹਰ ਸਮਾਨ ਨਹੀਂ ਰਾਜਾ, ਇਹ ਉੱਪਰ ਸਭ ਦਿਵ ਸਚਾਰ ਕੇ ਝੂਠੇ ਕਰ ਦਵਾਜਾ, ਹਨਾ। ਕਿ ਇਹ ਭਾਵੇਂ ਰਾਜਾ ਕੋਈ ਵੀ ਹੋਵੇ, ਭਾਵੇਂ ਉਹ ਸਿੱਖ ਰਾਜਾ ਹੋਵੇ, ਭਾਵੇਂ ਮੁਸਲਮਾਨ ਰਾਜਾ ਹੋਵੇ, ਰਾਜਾ ਉਹੀ ਹੁੰਦਾ ਆ ਜਿਹੜਾ ਸਾਰਿਆਂ ਦਾ ਭਲਾ ਕਰਦਾ ਆ, ਜਿਹੜਾ ਸਾਰਿਆਂ ਦੀ ਹੈਲਪ ਕਰਦਾ ਆ, ਜਿਹੜੀ ਉਹਦੀ ਪ੍ਰਜਾ ਦੇ ਵਿੱਚ ਹੈਗੀ ਆ, ਹਨਾ। ਤਾਂ ਜੇ ਉਹਨਾਂ ਨੇ ਚੰਗੇ ਕੰਮ ਕੀਤੇ ਤੇ ਲੋਕ ਚੰਗੇ ਕਰਕੇ ਯਾਦ ਕਰਦੇ ਆ। ਅਦਰਵਾਈਜ਼ ਗੁਰੂ ਸਾਹਿਬ ਦੀਆਂ ਜੰਗਾਂ ਜਿਹੜੀਆਂ ਨੇ ਉਹ ਜ਼ਮੀਨ ਜਿੱਤਣ ਵਾਸਤੇ ਜਾਂ ਪੈਸਾ ਜਿੱਤਣ ਵਾਸਤੇ ਜਾਂ ਕਬਜ਼ਾ ਕਰਨ ਵਾਸਤੇ ਹਰਗਿਜ਼ ਨਹੀਂ। ਤੇ ਅਸੀਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ, ਮਹਾਰਾਜਾ ਰਣਜੀਤ ਸਿੰਘ।
ठीक है जी। ਅੱਗੇ ਏਬੀਪੀ ਨੰਬਰ ਹੈਗਾ ਜੀ 16 12139 ਬਲਰਾਜ ਸਿੰਘ 12139। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। सर आवाज आ रही है? हाँ जी आ रही। मैं एक कविता बोलना चाहनी है कि मैं बोल सकती हूँ जी? ਨਹੀਂ ਕਵਿਤਾ ਦਾ ਸੈਸ਼ਨ ਅੱਜ ਨਹੀਂ, ਅੱਜ ਸਵਾਲ ਜਵਾਬ ਦਾ ਸੈਸ਼ਨ ਚੱਲ ਰਿਹਾ ਜੀ। ਕਵਿਤਾ ਜਿਹੜੀ ਤੁਸੀਂ ਨੋਟ ਕਰਵਾ ਸਕਦੇ ਹੋ ਪਹਿਲਾਂ ਬੋਲ ਸਕਦੇ ਹੋ ਜੀ। ਸੋ 16110 ਸ਼ੇਰਪੁਰ ਤੋਂ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਸਰ ਮੇਰਾ ਕੁਐਸਚਨ ਸੀ ਕਿ ਸਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਹਿਗੁਰੂ ਜੀ ਆਪਣੇ ਅੰਦਰ ਵਸਦੇ ਨੇ, ਆਪਾਂ ਸਾਰਿਆਂ ਨੂੰ ਹੀ ਪਤਾ ਹੈ। ਤੇ ਮੇਰਾ ਕੁਐਸਚਨ ਸੀ ਕਿ ਜਿਵੇਂ ਆਪਣੇ ਉਹ ਅੰਦਰ ਵਸਦੇ ਤਾਂ ਹੈਗੇ ਹੀ ਨੇ, ਪਰ ਫਿਰ ਵੀ ਹਨਾ ਕਈ ਲੋਕ ਗਲਤ ਕੰਮ ਕਿਵੇਂ ਕਰ ਦਿੰਦੇ ਨੇ? ਰਾਈਟ, ਵਸਦੇ ਸਾਰਿਆਂ ਚ ਹੈ ਨਾ, ਫਿਰ ਵੀ ਕੋਈ ਗਲਤ ਕੰਮ ਕਿੱਦਾਂ ਕਰ ਜਾਂਦੇ? ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਨਾ, ਤਾਂ ਸਭ ਤੋਂ ਪਹਿਲੀ ਪੌੜੀ ਚ ਨਾ ਇੱਕ ਲਾਈਨ ਆਉਂਦੀ ਹੈ, ਇੱਕ ਪੰਕਤੀ ਆਉਂਦੀ ਹੈ ਕਿ ਉਹ ਕੂੜੈ ਟੁੱਟੈ ਪਾਲ। ਪਾਲ ਹੁੰਦਾ ਹੈ ਪਰਦਾ, ਪੱਲਾ ਕਹਿੰਦੇ ਨਾ ਆਪਾਂ, ਪੱਲਾ ਕਰ ਲਓ, ਪਰਦਾ ਜਾਂ ਕੰਧ ਕਹਿ ਲਓ। ਹੁਣ ਇੱਕ ਕੰਧ ਹੈ, ਇਹਦੇ ਪਰਲੇ ਪਾਸੇ ਰੱਬ ਬੈਠਾ ਹੈ, ਤੇ ਮੈਂ ਨਾ ਕੰਧ ਕਰਕੇ ਮੈਂ ਕਹਿੰਦਾ ਇਹਨੂੰ ਕਿਹੜਾ ਦਿਖਾਈ ਦਿੰਦਾ, ਮੈਂ ਜੋ ਮਰਜ਼ੀ ਕਰੀ ਜਾਵਾਂ। ਰਾਈਟ, ਹੈਗਾ ਸਾਰਿਆਂ ਚ ਬੇਟਾ, ਬਸ ਇੱਕ ਪਰਦਾ ਆ ਮੈਂ ਦਾ, ਕਿ ਮੇਰੇ ਕੋਲ ਪਾਵਰ ਹੈਗੀ ਆ, ਮੈਨੂੰ ਇਹ ਚਾਹੀਦਾ, ਮੈਂ ਏਦਾਂ ਕਰਕੇ ਵੀ ਲੈ ਸਕਦਾ ਆ, ਮੈਂ ਮਾੜਾ ਕਰਕੇ ਵੀ ਲੈ ਸਕਦਾ। ਰਾਈਟ, ਜਿੱਦਾਂ ਲੋਕਾਂ ਕੋਲ ਪਾਵਰ ਆ ਜਾਂਦੀ ਹੈ, ਕਿਸੇ ਕੋਲ ਕੋਈ ਲਾਲਚ ਹੈ ਅੰਦਰ ਬੈਠਾ, ਹਨਾ। ਹੁਣ ਉਹ ਜਿਹੜੇ ਵਿਕਾਰ ਨੇ, ਲਾਲਚ ਹੈ ਤੇ ਈਰਖਾ ਹੈ, ਨਫ਼ਰਤ ਹੈ, ਉਹ ਕੀ ਕਰਦੇ? ਸਾਡੀ ਕੰਧ ਨੂੰ ਹੋਰ ਵੱਡਾ ਕਰਦੇ ਰਹਿੰਦੇ ਆ, ਅਸੀਂ ਆਪਣੇ ਅੰਦਰ ਤੋਂ ਜੁਦਾ ਹੁੰਦੇ ਰਹਿੰਦੇ। ਇਸ ਨੂੰ ਤੁਸੀਂ ਇੱਕ ਸ਼ਬਦ ਤੁਸੀਂ ਪੜ੍ਹਦੇ ਹੋਵੋਗੇ, ਸਭੇ ਘਟ ਰਾਮ ਬੋਲੇ, ਹਨਾ। ਸਾਰਿਆਂ ਦੇ ਅੰਦਰ ਰਾਮ ਬੋਲਦਾ ਆ, ਬੋਲਦਾ ਸਾਰਿਆਂ ਚ ਹੈ, ਪਰ ਸੁਣਦਾ ਕੌਣ ਹੈ ਉਹਨੂੰ, ਹੈਨਾ। ਤਾਂ ਅਸੀਂ ਸੁਣਨਾ ਛੱਡ ਦਿੰਦੇ ਹਾਂ। ਜਿਹੜਾ ਬੰਦਾ ਚੋਰੀ ਕਰਦਾ ਉਹਦੇ ਅੰਦਰ ਵੀ ਰਾਮ ਬੋਲਦਾ ਕਿ ਚੋਰੀ ਨਾ ਕਰ, ਹਨਾ। ਜਿਹੜਾ ਠੱਗੀ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਦਾ, ਕਿਸੇ ਨਾਲ ਬੁਰਾ ਕਰਦਾ, ਉਹਦੇ ਅੰਦਰ ਵੀ ਰਾਮ ਉਹਨੂੰ ਕਹਿੰਦਾ ਕਿ ਨਾ ਕਰ। ਪਰ ਉਹਨੇ ਕੀ ਕੀਤਾ? ਉਹਨੂੰ ਢੱਕ ਦਿੱਤਾ, ਉਹਨੂੰ ਓਲੇ ਕਰ ਦਿੱਤਾ ਕਿ ਮੈਂ ਤੇਰੀ ਗੱਲ ਨਹੀਂ ਸੁਣਨੀ। ਤਾਂ ਜਦੋਂ ਅਸੀਂ ਆਪਣੇ ਅੰਦਰ ਬੈਠੀਆਂ ਜਿਹੜੀ ਇਹ ਵਿਕਾਰ ਨੇ, ਜਿਹੜੀਆਂ ਬੁਰਾਈਆਂ ਨੇ, ਅਸੀਂ ਉਹਨਾਂ ਨੂੰ ਸੁਣਨ ਲੱਗ ਜਾਂਦੇ ਹਾਂ, ਪਰਮਾਤਮਾ ਨੂੰ ਨਹੀਂ ਸੁਣਦੇ, ਫਿਰ ਅਸੀਂ ਬੁਰੇ ਕੰਮ ਕਰਦੇ, ਹਨਾ। ਇਸ ਉਹ ਪੰਜਾਬੀ ਦੇ ਨਾ ਪੁਰਾਣੇ ਗੀਤ ਹੁੰਦੇ ਸੀ, ਤੇਰਾ ਵੈਰੀ ਨਾ ਜਹਾਨ ਵਿੱਚ ਕੋਈ ਵੈਰੀ ਤੇਰੇ ਐਬ ਬੰਦਿਆ। ਸਾਡੇ ਅੰਦਰ ਵੈਰੀ ਬੈਠੇ ਆ ਨਾ, ਦੁਸ਼ਮਣ, ਜਿਹੜੇ ਸਾਨੂੰ ਗਲਤ ਕੰਮ ਕਰਨ ਲਈ ਪ੍ਰੇਰਿਤ ਹੈ। ਆਲਦੋ ਵੀ ਆਰ ਵੈਰੀ ਵੈਰੀ ਇੰਟੈਲੀਜੈਂਟ, ਸਾਨੂੰ ਸਭ ਕੁਝ ਪਤਾ, ਸਾਰਾ ਗਿਆਨ ਹੈ, ਪਰ ਅਸਲ ਵਿੱਚ ਤੁਹਾਡੇ ਗਿਆਨ ਨੂੰ ਕੀ ਕਰਨਾ? ਆਚਾਰ ਪਾਉਣਾ ਉਸ ਗਿਆਨ ਦਾ, ਕਿ ਜਦੋਂ ਮੌਕਾ ਆਇਆ ਤੁਸੀਂ ਲਾਲਚ ਕਰ ਗਏ। ਸਭ ਕੁਝ ਸਿੱਖਿਆ, ਸਭ ਕੁਝ ਇੱਥੇ ਬੈਠ ਕੇ ਈਪੀਪੀ ਤੇ ਤੁਸੀਂ ਸਭ ਕੁਝ ਚੰਗਾ ਚੰਗਾ ਸੁਣ ਲਿਆ, ਪਾਠ ਵੀ ਕਰ ਲਿਆ, ਤੇ ਜਦੋਂ ਟੈਸਟ ਦੇਣ ਦੀ ਵਾਰੀ ਆਈ ਚੀਟਿੰਗ ਕਰ ਗਏ, ਇਜ਼ਨਟ ਇਟ? ਪਤਾ ਨਾ ਕਿ ਗਲਤ ਹੈ, ਉੱਥੇ ਅਸੀਂ ਫੇਲ ਹੋ ਜਾਂਦੇ ਹਾਂ, ਹਨਾ। ਕਿਉਂਕਿ ਅਸੀਂ ਜਿਹੜੀ ਟੈਂਪਟੇਸ਼ਨਸ ਨੇ, ਜਿਹੜੇ ਸਾਡੇ ਅੰਦਰ ਜਿਹੜੀਆਂ ਕਮਜ਼ੋਰੀਆਂ ਨੇ, ਅਸੀਂ ਬਾਹਰੋਂ ਕਿਸੇ ਚੀਜ਼ ਨੂੰ ਦੇਖ ਕੇ ਟੈਂਪਟ ਹੋ ਜਾਂਦੇ। ਜਦੋਂ ਅਸੀਂ ਬਾਹਰ ਦੇਖਣ ਲੱਗ ਗਏ, ਫਿਰ ਅੰਦਰ ਬੈਠਾ ਪ੍ਰਮਾਤਮਾ ਸਾਨੂੰ ਨਾ ਤਾਂ ਸੁਣਾਈ ਦਿੰਦਾ ਆ, ਨਾ ਦਿਖਾਈ ਦਿੰਦਾ ਆ, ਫਿਰ ਅਸੀਂ ਗਲਤ ਕੰਮ ਕਰਦੇ। ਰਾਈਟ, ਉਹ ਫਿਰ ਜਿੰਨਾ ਬੰਦਾ ਉਸ ਪਾਸਿਓਂ ਅੰਨਾ ਹੁੰਦਾ ਜਾਂਦਾ, ਜਿੰਨਾ ਪੱਲਾ ਕਰੀ ਜਾਂਦਾ, ਉੱਲਾ ਕਰੀ ਜਾਂਦਾ, ਉਨੇ ਹੀ ਵੱਡੇ ਗੁਨਾਹ ਕਰੀ ਜਾਂਦਾ ਹੈ। ਇਸੇ ਕਰਕੇ ਸਾਨੂੰ ਬਾਣੀ ਕਹਿੰਦੀ ਕਿ ਅੰਦਰ ਨੂੰ ਆਓ, ਫਿਰ ਘਰ ਬੈਸੋ, ਹਨਾ। ਘਰ ਮਤਲਬ ਅੰਦਰ, ਫਿਰ ਘਰ ਅੰਦਰ ਨੂੰ ਟਿਕੋ ਜਰਾ, ਆਪਣੇ ਬਾਹਰ ਨਾ ਬਹੁਤਾ ਭੱਜੋ, ਠੀਕ ਹੈ। ਤੋ ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰੂ ਦਾ ਗਿਆਨ ਜਿਹੜਾ ਹੈ ਉਹ ਤੁਹਾਡੇ ਸਾਰੇ ਕਾਰਜ ਸਵਾਰੇਗਾ, ਜੇ ਤੁਸੀਂ ਟਿਕੋ ਅੰਦਰ ਨੂੰ, ਆਪਣੇ ਤੇ ਅੰਦਰ ਬੈਠੇ ਰੱਬ ਨੂੰ ਦੇਖੋ। ਹਾਂਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਇੱਕ ਕੁਐਸਚਨ ਸੀ ਕਿ ਗੁਰੂ ਜੀ ਕੋ ਕੁਝ ਵੀ ਮੰਗਣਾ ਗਲਤ ਹੈ ਜਾਂ ਸਹੀ? ਬਿਲਕੁਲ ਸਹੀ ਕੁਐਸਚਨ ਹੈ। ਅਸੀਂ ਮੰਗਣਾ ਤਾਂ ਗੁਰੂ ਕੋਲੋਂ ਹੀ ਹੈ ਪੁੱਤਰ, ਮੰਗਣਾ ਪਰਮਾਤਮਾ ਕੋਲੋਂ ਹੈ, ਜਾਂ ਆਪਣੇ ਗੁਰੂ ਕੋਲੋਂ ਮੰਗਣਾ, ਹੋਰ ਕਿਸੇ ਕੋਲ ਮੰਗਣਾ ਨਹੀਂ। ਪਰ ਮੰਗਣਾ ਕੀ ਹੈ, ਇਹ ਗੱਲ ਅਸੀਂ ਗੁਰੂ ਕੋਲੋਂ ਸਿੱਖਣੀ ਹੈ, ਹਨਾ। ਸਾਡਾ ਗੁਰੂ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਐਗਜ਼ਾਮ 'ਚ ਅੱਛੇ ਨੰਬਰ ਮੰਗੋ, ਰਾਈਟ। ਸਾਡਾ ਗੁਰੂ ਕਹਿੰਦਾ ਕਿ ਮਿਹਨਤ ਕਰੋਗੇ ਤੇ ਐਗਜ਼ਾਮ 'ਚ ਅੱਛੇ ਨੰਬਰ ਆ ਜਾਣਗੇ, ਹੈਨਾ। ਉਹ ਤਾਂ ਸਾਨੂੰ ਇਹ ਸਿਖਾ ਰਿਹਾ ਨਾ। ਸਾਡਾ ਗੁਰੂ, ਹੁਣੇ ਆਪਾਂ ਜਿਹੜਾ ਸ਼ਬਦ ਦੇਖਿਆ ਸੀ, ਸਾਡਾ ਗੁਰੂ ਇਹ ਨਹੀਂ ਸਿਖਾ ਰਿਹਾ ਕਿ ਤੁਸੀਂ ਸੁੱਖ ਮੰਗੋ। ਸਾਡਾ ਗੁਰੂ ਕੀ ਸਿਖਾ ਰਿਹਾ? ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ। ਸਾਡਾ ਗੁਰੂ ਇਹ ਸਿਖਾਉਂਦਾ, ਇਹ ਬਾਣੀ ਦੀ ਤੁਕ ਹੈ।
ਮੰਗਣਾ ਤਾਂ ਸੱਚ ਇੱਕ ਇੱਕ ਸੱਚ ਇੱਥੇ ਕਿਹਾ ਪ੍ਰਮਾਤਮਾ ਨੂੰ। ਉਹਦੀ ਜਿੱਦਾਂ ਹੁਣੇ ਆਪਣਾ ਪਿਛਲਾ ਕੁਐਸਚਨ ਸੀ ਨਾ ਕਿ ਰੱਬ ਸਾਡੇ ਅੰਦਰ ਹੈ, ਤਾਂ ਅਸੀਂ ਉਸ ਰਿਅਲਾਈਜੇਸ਼ਨ ਨੂੰ ਕਿ ਸਾਡੇ ਅੰਦਰ ਹੈਗਾ, ਸਾਡੇ ਬਾਹਰ ਹੈਗਾ, ਹਰ ਜਗ੍ਹਾ ਹਨਾ, ਉਹ ਰਿਅਲਾਈਜੇਸ਼ਨ ਮੰਗੀਏ ਗੁਰੂ ਕੋਲੋਂ ਮੰਗੀਦਾ ਹੈ। ਕਿ ਜਿੱਦਾਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਜਿੱਦਾਂ ਡੈਥ ਹੋ ਜਾਂਦੀ ਹੈ ਕਿਸੇ ਦੀ ਹਨਾ, ਉਹ ਬੜਾ ਦੁਖਦਾਈ ਟਾਈਮ ਹੁੰਦਾ ਨਾ ਪਰਿਵਾਰ ਦੇ ਵਿੱਚ। ਤੇ ਕਈ ਵਾਰੀ ਅੱਜ ਕੱਲ ਤੁਸੀਂ ਅਰਦਾਸ ਕਰਦੇ, ਕਈਆਂ ਨੂੰ ਸੁਣਿਆ ਹੋਣਾ, ਉਹ ਅਰਦਾਸ ਕਰਦੇ ਨੇ ਕਿ ਗੁਰੂ ਜੀ ਉਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ੋ। ਅਸੀਂ ਮੰਗ ਲਿਆ ਕਿ ਉਹਨਾਂ ਨੂੰ ਚਰਨਾਂ 'ਚ ਸਮ ਪਲੇਸ ਉੱਥੇ ਜਾ ਕੇ ਨਿਵਾਸ ਬਖਸ਼ੋ ਹਨਾ, ਪਰ ਸਾਡਾ ਗੁਰੂ ਆ ਦੇਖੋ ਹੁਣ ਇੱਥੇ ਆ ਰਿਹਾ, ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ, ਜਿਤ ਖਾਧੈ ਮਨ ਤ੍ਰਿਪਤੀ ਹੈ। ਸਾਡਾ ਮਨ ਜਿਹੜਾ ਉਹ ਰੱਜ ਜਾਵੇ ਹਨਾ, ਬਾਹਰਲੀਆਂ ਚੀਜ਼ਾਂ ਤੋਂ ਅਸੀਂ ਕਦੀ ਰੱਜ ਨਹੀਂ ਸਕਦੇ। ਜੇ ਮੈਂ ਕਹਾਂ ਮੈਨੂੰ ਲੱਖ ਰੁਪਏ ਮਿਲ ਜਾਣ ਤੇ ਉਹ ਵੀ ਮੁੱਕ ਜਾਣੇ ਆ, ਤੇ ਮੈਂ ਕਹਣਾ ਹੁਣ ਮੈਨੂੰ ਕਰੋੜ ਮਿਲ ਜਾਣ, ਤਾਂ ਬਾਹਰਲੇ ਸੁੱਖ ਜਿਹੜੇ ਆ ਉਹ ਕਦੀ ਮੁੱਕਦੇ ਨਹੀਂ ਹਨਾ। ਤੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ ਕਿਸੇ ਦੀ ਡੈਥ ਹੋ ਜਾਂਦੀ ਹੈ, ਤਾਂ ਸਾਡੀ ਅਰਦਾਸ ਪਤਾ ਕੀ ਹੈ, ਗੁਰਮਤ ਅਨੁਸਾਰ, ਗੁਰੂ ਤੇ ਕਹਿੰਦਾ ਕਿ ਇੱਥੋਂ ਬਾਅਦ ਕੀ ਹੋਣਾ ਕਿਸੇ ਨੂੰ ਨਹੀਂ ਪਤਾ। ਤਾਂ ਸਾਡੀ ਅਰਦਾਸ ਅਸਲ ਵਿੱਚ ਇਹ ਹੁੰਦੀ ਕਿ ਅਸੀਂ ਉਸ ਵੇਲੇ ਮੰਗਦੇ ਹਾਂ ਕਿ ਗੁਰੂ ਜੀ ਤੁਸੀਂ ਸਾਨੂੰ ਇਹ ਸ਼ਕਤੀ ਦੇਵੋ ਕਿ ਅਸੀਂ ਇਸ ਵੇਲੇ ਦੇ ਵਿੱਚ ਇਸ ਭਾਣੇ ਨੂੰ ਮੰਨ ਸਕੀਏ ਹਨਾ, ਇਸ ਵੇਲੇ ਦੇ ਵਿੱਚੋਂ ਜਿਹੜਾ ਪਰਿਵਾਰ ਹੈਗਾ ਜਿਹਦੇ ਤੇ ਕਸ਼ਟ ਆਇਆ, ਦੁੱਖ ਆਇਆ, ਉਹ ਇਸ ਨੂੰ ਸਹਿਣ ਕਰ ਸਕੇ। ਜਿੱਦਾਂ ਸਾਹਿਬਜ਼ਾਦਿਆਂ ਨੇ ਕਿਤੇ ਨਹੀਂ ਕਿਹਾ ਹੋਣਾ ਚਮਕੌਰ 'ਚ ਕਿ ਸਾਨੂੰ ਇੱਥੋਂ ਬਾਹਰ ਕੱਢ ਲਓ, ਉਹਨਾਂ ਨੇ ਨਹੀਂ ਕਿਹਾ ਨਾ, ਉਹਨਾਂ ਨੇ ਕਿਹਾ ਕਿ ਮੈਨੂੰ ਆਗਿਆ ਦਿਓ ਮੈਂ ਜਾ ਕੇ ਫੇਸ ਕਰਾਂ, ਮੈਂ ਨਾ ਜਾ ਕੇ ਜੰਗ ਕਰਾਂ, ਇਹੀ ਕਿਹਾ ਨਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਕੱਢ ਲਵੋ। ਤਾਂ ਸਾਡੀ ਮੰਗ ਕੀ ਹੈ, ਮੰਗਣਾ ਅਸੀਂ ਗੁਰੂ ਕੋਲੋਂ ਹੀ ਹੈ। ਗੁਰੂ ਕੋਲੋਂ ਗਿਆਨ ਮਿਲਦਾ ਹੈ, ਸਮਝ ਮਿਲਦੀ ਹੈ ਕਿ ਇਹ ਪ੍ਰੋਬਲਮ ਲਾਈਫ 'ਚ ਆ ਗਈ ਹੈ, ਇਹਦੇ 'ਚੋਂ ਬਾਹਰ ਕਿਵੇਂ ਨਿਕਲਣਾ। ਗੁਰੂ ਸਾਨੂੰ ਕੀ ਸਿਖਾਉਂਦਾ, ਅਸੀਂ ਇਹ ਮੰਗਾਂਗੇ। ਪਰਮਾਤਮਾ ਕੋਲੋਂ ਅਸੀਂ ਇਹ ਮੰਗਾਂਗੇ ਕਿ ਰੱਬਾ ਤੂੰ ਮੈਨੂੰ ਇਹ ਸੋਹਣਾ ਸਰੀਰ ਦਿੱਤਾ ਹੈ, ਇਹ ਸੋਹਣੀ ਅਕਲ ਦਿੱਤੀ ਹੈ ਹਨਾ, ਹੁਣ ਮੈਨੂੰ ਇਹ ਵਿਸ਼ਵਾਸ ਦੇ, ਤੂੰ ਮੇਰੇ ਅੰਦਰ ਬੈਠਾ, ਮੈਨੂੰ ਇਹ ਵਿਸ਼ਵਾਸ ਦੇ ਕਿ ਮੈਂ ਇਹ ਅਕਲ ਨੂੰ ਚੰਗੀ ਤਰ੍ਹਾਂ ਯੂਜ਼ ਕਰਕੇ ਚੰਗੇ ਪਾਸੇ ਇਸ ਸਰੀਰ ਨਾਲ ਕੰਮ ਕਰਾਂ। ਤੇ ਲਾਈਫ ਵਿੱਚ ਦੁੱਖ ਆ ਗਏ ਨੇ, ਕੋਈ ਪ੍ਰੋਬਲਮ ਆ ਗਈ ਹੈ, ਇਹ ਤੇ ਆਉਣੀ ਹੈ, ਪਰ ਸੋਲੂਸ਼ਨ ਵੀ ਮੈਨੂੰ ਤੇਰੇ ਕੋਲੋਂ ਮਿਲਣੀ ਨਾ। ਸਤਿਗੁਰ ਤੁਮਰੇ ਕਾਜ ਸਵਾਰੇ, ਉਹ ਸ਼ਬਦ ਦੇ ਨੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ ਹਨਾ। ਉਹ ਕਰਤਾਰ ਜਿਹੜਾ ਸਾਡੇ ਅੰਦਰ ਸਾਡੀ ਪੈਜ ਰੱਖਦਾ ਆ, ਕਿੱਦਾਂ ਰੱਖਦਾ ਹੈ ਕਿ ਸਾਨੂੰ ਸ਼ਕਤੀ ਦਿੰਦਾ, ਸਾਨੂੰ ਸਮਝ ਦਿੰਦਾ, ਗੁਰੂ ਦਾ ਗਿਆਨ ਸਮਝ ਦਿੰਦਾ ਹੈ ਕਿ ਇਹ ਦੁਸ਼ਟ ਦੂਤ ਜਿਹੜੇ ਅੰਦਰ ਤੇਰੇ ਲਾਲਚ ਬੈਠਾ, ਝੂਠ ਬੈਠਾ ਨਾ, ਇਹਨਾਂ ਤੋਂ ਬਚ। ਤੇ ਫਿਰ ਸਾਡੇ ਕਾਰਜ ਜਿਹੜੇ ਸਵਰਦੇ ਆ, ਅਦਰਵਾਈਜ਼ ਸਾਡੇ ਕਾਰਜ ਵਿਗੜਦੇ ਜਾਂਦੇ ਆ। ਕਾਰਜ ਵਿਗੜਦਾ ਜਦੋਂ ਅਸੀਂ ਚੀਟਿੰਗ ਕਰਦੇ ਹਾਂ, ਠੱਗੀ ਕਰਦੇ ਹਾਂ, ਕਿਸੇ ਨਾਲ ਮਾੜਾ ਕਰ ਜਾਂਦੇ ਹਾਂ, ਅਸੀਂ ਆਪਣਾ ਕੰਮ ਵਿਗਾੜ ਰਹੇ ਹਾਂ ਹਨਾ, ਅਸੀਂ ਆਪਣੀ ਬੇੜੀ 'ਚ ਵੱਟੇ ਪਾ ਰਹੇ ਹਾਂ। ਪਰ ਜਦੋਂ ਅਸੀਂ ਗੁਰੂ ਦੀ ਗੱਲ ਮੰਨ ਲੈਂਦੇ, ਫਿਰ ਸਾਡੇ ਕਾਰਜ ਸਵਰਨ ਲੱਗ ਗਏ, ਸਾਡੀ ਲਾਈਫ ਸਿੰਪਲ ਹੋਣ ਲੱਗ ਗਈ। ਅਸੀਂ ਝੂਠ ਨਹੀਂ ਬੋਲ ਰਹੇ, ਅਸੀਂ ਚੀਟਿੰਗ ਨਹੀਂ ਕਰ ਰਹੇ, ਸਾਨੂੰ ਕੋਈ ਡਰ ਨਹੀਂ ਰਹਿੰਦਾ ਹਨਾ। ਫਿਰ ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ, ਇਹ ਸਾਨੂੰ ਦਾਨ ਗੁਰੂ ਕੋਲੋਂ ਮਿਲਦਾ ਹੈ, ਜਿੱਥੇ ਅਸੀਂ ਬੇਫਿਕਰ ਹੋ ਜਾਂਦੇ ਹਾਂ, ਨਿਡਰ ਹੋ ਜਾਂਦੇ ਹਾਂ। ਬਾਕੀ ਜੋ ਵੀ ਚੀਜ਼ਾਂ ਅਸੀਂ ਮੰਗਾਂਗੇ ਉਹ ਮੁੱਕ ਜਾਣਗੀਆਂ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ, ਇਹ ਮੰਗਣਾ ਹਨਾ। ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਦੇਖ ਲਓ ਪੂਰੀ ਬਾਣੀ ਖੋਲ ਕੇ ਹਨਾ। ਮੰਗਣਾ ਕੀ ਹੈ, ਹਰੀ ਜਸ। ਹਰੀ ਜਸ ਕੀ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ, ਰਾਈਟ। ਤਾਂ ਮੰਗਣਾ ਗੁਰੂ ਕੋਲੋਂ ਹੈ, ਗੁਰੂ ਕੋਲੋਂ ਗਿਆਨ ਤੇ ਸੁਮਤ ਮੰਗਣੀ, ਠੀਕ ਹੈ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਮੇਰਾ ਕੁਐਸਚਨ ਇਹ ਸੀ ਕਿ ਅੱਜ ਕੱਲ ਜਿਵੇਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਪਰ ਲੋਕ ਸਿੱਖ ਕ੍ਰਿਸਮਸ ਮਨਾ ਰਹੇ ਨੇ, ਤੇ ਉਹਨਾਂ ਨੂੰ ਆਪਾਂ ਕਿਵੇਂ ਜਾਗਰੂਕ ਕਰ ਸਕਦੇ ਹਾਂ ਜੀ? ਜਿਹੜਾ ਦੋ ਇੰਪੋਰਟੈਂਟ ਚੀਜ਼ਾਂ ਹੈ, ਸਾਡਾ ਇਤਿਹਾਸ ਸਾਡਾ ਆਪਣਾ ਹੈ ਨਾ। ਹੁਣ ਜਿੱਦਾਂ ਬਹੁਤ ਸਾਰੇ ਸਿੱਖ ਜਿਹੜੇ ਆ ਵਿਦੇਸ਼ਾਂ 'ਚ ਵਸਦੇ ਆ, ਜਿੱਥੇ ਕ੍ਰਿਸਮਸ ਇੱਕ ਮਤਲਬ ਇਹਨਾਂ ਦਿਨਾਂ 'ਚ ਹੌਲੀਡੇਜ਼ ਹੁੰਦੇ ਆ, ਤਾਂ ਕਿਸੇ ਹੋਰ ਦੇ ਫੈਸਟੀਵਲ ਦੇ ਵਿੱਚ ਉਹ ਇੱਕ ਫੈਸਟੀਵਲ ਬਣ ਗਿਆ ਹੈ ਨਾ, ਉਹਦੇ ਵਿੱਚ ਸ਼ਰੀਕ ਹੋਣਾ, 'ਚ ਪਾਰਟਿਸਿਪੇਟ ਕਰਨਾ ਗਲਤ ਨਹੀਂ ਹੁੰਦਾ। ਪਰ ਜੇ ਮੈਂ ਇਹ ਕਰਾਂ ਕਿ ਮੈਂ ਆਪਣੇ ਇਤਿਹਾਸ ਨੂੰ ਭੁੱਲ ਕੇ ਉਹਦਾ ਚੇਤਾ ਹੀ ਨਾ ਕਰਾਂ, ਉਹਦੇ ਬਾਰੇ ਜਾਣਾ ਹੀ ਨਾ, ਕੁਝ ਉਹਦੇ ਤੋਂ ਕੁਝ ਸਿੱਖਾਂ ਹੀ ਨਾ, ਤੇ ਮੈਂ ਸਿਰਫ ਬਾਹਰ ਹੋਰ ਹੀ ਪਾਰਟੀਆਂ ਕਰਦਾ ਰਿਹਾ, ਜਿਵੇਂ ਕ੍ਰਿਸਮਸ ਪਾਰਟੀ ਹੋਵੇ, ਭਾਵੇਂ ਨਿਊ ਈਅਰ ਪਾਰਟੀ ਹੋਵੇ, ਫਿਰ ਗਲਤ ਹੈ ਹਨਾ। ਸਾਨੂੰ ਆਪਣੇ ਇਤਿਹਾਸ ਦਾ ਪਤਾ ਹੋਵੇ, ਸਾਨੂੰ ਆਪਣੇ ਇਤਿਹਾਸ ਤੋਂ ਸਿੱਖਿਆ ਲੈਣੀ ਆਉਂਦੀ ਹੋਵੇ। ਤੇ ਦੂਜੀ ਇੰਪੋਰਟੈਂਟ ਗੱਲ ਪਤਾ ਕੀ ਹੈ, ਜੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਨੇ ਨਾ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਸ਼ੁਡ ਸਿਟ ਸੈਡ, ਅਸੀਂ ਸੈਡ ਹੋ ਕੇ ਬਹਿ ਜਾਈਏ। ਪੁਰਾਣੇ ਜਿਹੜੇ ਲੋਕ ਸੀ ਨਾ, ਉਹ ਪਤਾ ਕੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਸ਼ਹੀਦ ਹੁੰਦੇ ਨੇ ਨਾ, ਉਹਨਾਂ ਦੀ ਚਿਤਾ ਦੇ ਉੱਤੇ ਅਥਰੂ ਨਹੀਂ ਵਹਾਈਦੇ। ਉਹ ਸ਼ਹੀਦ ਹੋਏ ਸਾਡੀ ਖੁਸ਼ੀ ਵਾਸਤੇ ਕਿ ਅਸੀਂ ਚੜ੍ਹਦੀ ਕਲਾ 'ਚ ਰਹੀਏ। ਤਾਂ ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਤੇ ਸਾਡੇ ਚੜ੍ਹਦੀ ਕਲਾ,
है ना। चढ़दी कला का मतलब ये नहीं है कि ਅਸੀਂ ਪਾਰਟੀ ਕਰੀਏ। ਹੁਣ ਉਦੋਂ ਪਿੱਛੇ ਜੇ ਆ ਤੋਂ 10-12 ਸਾਲ ਪਹਿਲਾਂ ਕੀ ਹੋਇਆ ਕਿ ਫਤਿਹਗੜ੍ਹ ਸਾਹਿਬ ਮੇਲਾ ਹੋਣ ਲੱਗ ਗਿਆ ਤੇ ਉੱਥੇ ਫਿਰ ਜਲੇਬੀਆਂ ਤੇ ਹੋਰ ਤਰ੍ਹਾਂ ਦੇ ਪਕਵਾਨ ਬਣਨ ਲੱਗ ਗਏ। ਇਸ ਕਰਕੇ ਉਸ ਵੇਲੇ ਸਿਆਣੇ ਨੇ ਕਿਹਾ ਇਹ ਕੰਮ ਨਹੀਂ ਕਰਨਾ ਚਾਹੀਦਾ। ਅਸੀਂ ਸ਼ਹੀਦੀ ਜੋੜ ਮੇਲੇ ਦਾ ਮਤਲਬ ਹੁੰਦਾ ਅਸੀਂ ਗੁਰੂ ਕੋਲ ਬੈਠ ਕੇ ਅਸੀਂ ਗੁਰੂ ਦਾ ਇਤਿਹਾਸ ਸੁਣੀਏ ਤੇ ਆਪਣੇ ਅੰਦਰ ਚੰਗਿਆਈ ਲੈ ਕੇ ਆਈਏ, ਰਾਈਟ। ਸੋ ਬਾਹਰ ਭਾਵੇਂ ਕੋਈ ਸਾਨੂੰ ਕ੍ਰਿਸਚਨ ਮਿਲੇ ਅਸੀਂ ਉਹਨੂੰ ਮੈਰੀ ਕ੍ਰਿਸਮਸ ਕਹੀਏ, ਚੰਗੀ ਗੱਲ ਹੈ, ਅਸੀਂ ਸੁਸਾਇਟੀ ਵਿੱਚ ਰਹਿੰਦੇ ਹਾਂ, ਪਰ ਦੈਟ ਡਜ਼ਨਟ ਮੀਨ ਕਿ ਮੈਂ ਆਪਣਾ ਇਤਿਹਾਸ ਭੁੱਲ ਕੇ ਤੇ ਉਹਦੀਆਂ ਪਾਰਟੀਆਂ 'ਚ ਉਲਝਿਆ ਰਹਿ ਜਾਵਾਂ। ਮੈਨੂੰ ਪੂਰਾ ਸਗੋਂ ਉਸ ਤੋਂ ਜ਼ਿਆਦਾ ਟਾਈਮ ਕੱਢਣਾ ਚਾਹੀਦਾ ਆਪਣੀ ਹਿਸਟਰੀ ਨੂੰ ਜਾਣਨਾ, ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲਾਗੇ ਬਿਠਾ ਕੇ ਤੇ ਗੁਰੂ ਦੀ ਗੱਲ, ਗੁਰੂ ਦਾ ਇਤਿਹਾਸ ਦੱਸਣਾ ਤੇ ਜਾਣਨਾ ਕਿ ਇਹ ਕਿਉਂ ਇੰਪੋਰਟੈਂਟ ਹੈ ਸਾਡੇ ਲਈ, ਤੇ ਫਿਰ ਉਹਦੇ ਬਾਅਦ ਸਹੀ ਹੁੰਦਾ ਜਾਂਦਾ ਹੈ। ਸੋ ਕ੍ਰਿਸਮਸ ਮਨਾਉਣਾ ਆਪਣੇ ਆਪ 'ਚ ਗਲਤ ਨਹੀਂ ਹੈ, ਪਰ ਸਿਰਫ ਕ੍ਰਿਸਮਸ ਮਨਾਉਣ ਲਈ ਉਹ ਪਾਰਟੀਆਂ 'ਚ ਉਲਝ ਜਾਣਾ ਤੇ ਆਪਣੇ ਇਤਿਹਾਸ ਨੂੰ ਭੁੱਲ ਜਾਣਾ, ਇਹ ਬਹੁਤ ਵੱਡਾ ਬਲੰਡਰ ਹੈ। ਇਹ ਤੋਂ ਬਚਣਾ ਚਾਹੀਦਾ ਸਾਨੂੰ। ਸ਼ਾਇਦ ਉਹਨਾਂ ਦਾ ਕਨੈਕਸ਼ਨ ਜਿਹੜਾ ਹੈ ਉਹ ਟੁੱਟ ਚੁੱਕਾ ਹੈ। ਅਸੀਂ ਵੀ ਜਿਹੜਾ ਬਹੁਤ ਧੰਨਵਾਦ ਕਰਦੇ ਹਾਂ ਵੀਰ ਇੰਦਰਜੀਤ ਸਿੰਘ ਜੀ, ਜਿਨ੍ਹਾਂ ਨੇ ਅੱਜ ਬੱਚਿਆਂ ਦੇ ਨਾਲ ਸਾਂਝ ਪਾਈ ਔਰ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਮਨ ਦੇ ਸਵਾਲ ਸੀ ਉਹਨਾਂ ਦੇ ਜਵਾਬ ਜਿਹੜੇ ਬੜੇ ਸੁਚੱਜੇ ਢੰਗ ਦੇ ਨਾਲ ਦਿੱਤੇ ਹੈ। ਔਰ ਬਹੁਤ ਸਾਰੇ ਬੱਚੇ ਚੈਟ ਦੇ ਵਿੱਚ ਲਿਖ ਰਹੇ ਸੀ ਕਿ ਅੱਜ ਦਾ ਕੈਂਪ ਸਾਨੂੰ ਬਹੁਤ ਵਧੀਆ ਲੱਗਿਆ ਔਰ ਰਿਕੁਐਸਟ ਵੀ ਕਰ ਰਹੇ ਸੀ ਵਿੱਚ ਨੂੰ ਕਿ ਜ਼ਰੂਰ ਤੁਸੀਂ ਇੱਕ ਦਿਨ ਦੁਬਾਰਾ ਫਿਰ ਸੈਸ਼ਨ ਲੈਣਾ। ਬਹੁਤ ਸਾਰੇ ਬੱਚਿਆਂ ਨੇ ਚੈਟ ਦੇ ਵਿੱਚ ਇਹ ਜਿਹੜੀ ਗੱਲ ਹੈ ਲਿਖੀ ਹੈ। ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ ਦਾ। ਆਸ ਕਰਦੇ ਹਾਂ ਜ਼ਰੂਰ ਅੱਗੇ ਤੋਂ ਵੀ ਸਮਾਂ ਕੱਢ ਕੇ ਬੱਚੇ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਜੋ ਸਿੱਖਿਆ ਇਹਨੂੰ ਪੜ੍ਹੀਏ ਜ਼ਰੂਰ। ਸੋ ਇਹ ਸਾਰਿਆਂ ਨੂੰ ਕੋਸ਼ਿਸ਼ ਕਰਨੀ ਹੈ ਜੋ ਇਤਿਹਾਸ ਅਸੀਂ ਇਹਨਾਂ ਦਿਨਾਂ ਵਿੱਚ ਸੁਣ ਰਹੇ ਹਾਂ ਇਹਨੂੰ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਸਾਂਝਾ ਕਰੀਏ। ਸੋ ਸਾਰੇ ਦੁਬਾਰਾ 4 ਵਜੇ ਮਿਲਾਂਗੇ ਜੀ। ਲਗਾਤਾਰ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਇਤਿਹਾਸ ਹੈ ਉਹਦੇ ਬਾਰੇ ਵਿਚਾਰਾਂ ਕਰਾਂਗੇ ਜੀ। ਸੋ ਜਿਸ ਤਰ੍ਹਾਂ ਬੱਚੇ ਵਿੱਚ ਕੁਝ ਹੈਂਡਰੇਸ ਕਰਕੇ ਕਹਿ ਰਹੇ ਸਨ ਕਬ ਤੱਕ ਵਿਸ਼ੇ ਬੋਲਣਾ ਚਾਹੁੰਦੇ ਨੇ, ਸੋ ਬੇਨਤੀ ਹੈ ਕਿ ਹੁਣ ਨੰਬਰ ਡਿਸਪਲੇ ਕੀਤੇ ਜਾਣਗੇ। ਜਿਹੜੇ ਵੀ ਬੱਚੇ ਜਾਤੀ ਸੇਵਾ ਕਬ ਤੱਕ ਵਿਸ਼ੇ ਸੇਵਾ ਲੈਣਾ ਚਾਹੁੰਦੇ ਨੇ ਆਪਣੇ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਜੀ। ਸੋ ਅੱਜ ਦੇ ਕੈਂਪ ਦੀ ਇੱਥੇ ਸਮਾਪਤੀ ਹੈ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।